सरपंच तां पंजाब दे विच 12,000 के करीब ने, पर सैणे पिंड वर्गा सरपंच कोई विरला ही हुंदा है। साडी नीयत ते नीति साफ सीगी भी कुछ लग जाए चाहे जान लग जाए, जान की भी परवाह नहीं की भी पिंड नूं विकास पक्षों अगे लैके जाना। पिंड दे सरपंच तां माता मलकीत कौर है, पर मां दी मदद करदा है पुत सुखबिंदर सिंह कलकत्ता। सुखबिंदर सिंह कलकत्ता नूं तां तुसीं सारे ही जानदे हो, उही चपेड़ां नाल मशहूर ने जिहड़े, पर सुखबिंदर सिंह दे पिंड लई कीते काम ਉਹ भी कमाल दे ने। मैनू कोई जी जित दवाई है, आम जित थोड़ी दवाई है, मैनू हिस्टरीकल विन दवाई है। 7800 वोट कोल पोल हुई सी, ਉਹਦੇ ਵਿੱਚੋਂ ਮੈਨੂੰ 5000 वोट पै रही है, ਤੇ ਆਸਾਂ ਉਮੀਦਾਂ ਕੀ ਹੋਣਗੀਆਂ ਮੇਰੇ ਪਿੰਡ ਦੀਆਂ ਮੈਥੋਂ। ਪਿੰਡ ਵਿੱਚ ਬਣਿਆ ਇਹ ਪੰਚਾਇਤ ਘਰ ਕਿਸੇ IAS ਅਫਸਰ ਦੇ ਦਫ਼ਤਰ ਨਾਲੋਂ ਵੀ ਦੁੱਗਣਾ ਸੋਹਣਾ ਹੈ। ਪੰਚਾਇਤ ਘਰ ਦੇ ਅੰਦਰ ਲਾਇਬ੍ਰੇਰੀ, रसोई, रेस्ट रूम, बाथरूम 5 स्टार के होटल के कमरिਆਂ ਨੂੰ भी मात पाਉਂਦਾ है। किन्ने पैसे ला ਦਿੱਤੇ टोटल ते ਕੋਲ देखो ਇਹਦਾ ਤਾਂ ਐਸਟੀਮੇਟ ਜਿਹੜਾਗਾ ਸਾਰਾ ਜਈਆਂ ਕੋਲੇ ਹੈਗਾ, ठीक है। ये ਜਿਹੜਾ ਭਵਨ 20,27,000 ਦਾ ਪਾਸ ਹੈ ਤੇ 45 ਲੱਖ ਰੁਪਇਆ ਲੱਗਾ। 20,27,000 ਤਾਂ ਮੈਂ ਲੇਬਰ ਦੇਤੀ ਜੀ, ਉਹ ਜੇਬਾਂ ਚੋਂ ਲੇਬਰ ਦਿੱਤੀ। ਕਿਸੇ ਪਿੰਡ ਕੋਲ ਆਪਣਾ ਝੰਡਾ ਤੇ ਲੋਗੋ ਨਹੀਂ ਹੋਣਾ, ਪਰ ਸਹਿਣੇ ਦੇ ਇਸ ਸਰਪੰਚ ਨੇ ਪਿੰਡ ਦਾ ਝੰਡਾ ਵੀ ਬਣਾਇਆ ਤੇ ਪਿੰਡ ਦਾ ਇੱਕ ਲੋਗੋ ਵੀ ਤਿਆਰ ਕੀਤਾ ਕਿ ਜਿੱਥੇ ਉਹ ਲੋਗੋ ਲੱਗਿਆ ਦੂਰੋਂ ਹੀ ਪਤਾ ਲੱਗ ਜੂ ਕਿ ਪਿੰਡ ਸਹਿਣਾ ਹੈ। ਇਹ ਇੱਕ ਲੋਗੋ ਆ, ਯੂਨਿਟੀ ਦਾ ਪ੍ਰਤੀਕ ਆ, ਆਪਸੀ ਭਾਈਚਾਰੇ ਦਾ, ਜਿਹੜਾ ਇਹਨੂੰ ਲੈ ਕੇ ਇਹ ਦੋ ਲੋਗੋ ਸੀ ਸਾਡੇ ਕੋਲ। ਰਹੀ ਗੱਲ ਪਿੰਡ ਵਿੱਚ ਵਿਕਾਸ ਦੀ, ਫੱਟੇ ਚੱਕੇ ਪਏ ਨੇ। की सड़कां, की गलियां, की छप्पड़, की स्कूल लिशकां मारदे ने सारे दे सारे। सरपंच कहंदा बस इक्को ही सुपना सी कि सैणे दा नाम पूरी दुनिया च चमकाउणा है। सरपंच दी एक जिहड़ी खास गल है वो ये है, जिहड़ी साडे मन नूं पाई है कि बाई बंदे च जुरत बहुत है। जुरत तां इन्नी है भी भावें कांग्रेस की सरकार रही है तो भावें हुण आम आदमी पार्टी की, सरपंच अड़ के चलता है। ये नहीं कहता कि जिमें बहुते सरपंच सरकारां थल्ले लग जाते हैं, पर यह कहता जाना तो धौण च ही करके जाना, नहीं तो भावें सरपंच ही जाए तो भावें होर नुकसान हो जाए, इत्थे धौण नीवीं करके नहीं जाना। जिहड़ी भी अफसरशाही पिंड के कंमां कारां च डिक्का बनी, ਉਹ ਉੱਥੇ ਗਰਦਨ ਗੱਡ ਕੇ ਮੂਹਰੇ ਖੜ ਗਿਆ ਵਿਰੋਧ ਚ ਉਹਨਾਂ ਦੇ। ਪਿੰਡ ਦੇ ਲੋਕ ਵੀ ਮੰਨਦੇ ਆ ਕਿ ਸਰਪੰਚ ਸੀ ਤਾਂ ਮਾਤਾ ਮਲਕੀਤ ਕੌਰ ਤੇ ਉਹਦਾ ਮੁੰਡਾ ਸੁਖਬਿੰਦਰ ਸਿੰਘ ਕਲਕੱਤਾ। ਆਓ ਕਰਦੇ ਹਾਂ ਗੱਲਬਾਤ ਮਾਵਾਂ ਪੁੱਤਾਂ ਦੇ ਨਾਲ ਕਿ ਕਿਵੇਂ ਸਰਪੰਚੀ ਵਿੱਚ ਲੜਨ ਦਾ ਸੋਚਿਆ ਤੇ ਸਰਪੰਚੀ ਲੜ ਕੇ ਜਿੱਤਣ ਤੋਂ ਬਾਅਦ ਜਿਹੜੇ ਕੰਮ ਕੀਤੇ ਆ ਇਹ ਦਿਮਾਗ ਵਿੱਚ ਕਿਵੇਂ ਆਏ। ਲੋਕ ਆਵਾਜ਼ TV ਨਾਲ ਤੁਸੀਂ ਜੁੜੇ ਹੋ, ਬਾਕੀ ਗੱਲ ਤਾਂ ਸਾਰੀ ਤੁਸੀਂ ਇੰਟਰੋ ਦੇ ਵਿੱਚ ਦੇਖ ਹੀ ਲਈ ਆ। ਹੁਣ ਗੱਲਬਾਤ ਕਰਦੇ ਹਾਂ ਉਸ ਸਰਪੰਚ ਦੇ ਨਾਲ, ਉਸ ਸਰਪੰਚ ਦੇ ਬੇਟੇ ਦੇ ਨਾਲ ਜਿਨ੍ਹਾਂ ਨੇ ਇਹ ਸਾਰਾ ਮਾਹੌਲ ਸਿਰਜਿਆ, ਜਿਨ੍ਹਾਂ ਨੇ ਇਹ ਘੈਂਟ ਸਰਪੰਚ ਵਾਲਾ ਕੰਮ ਕੀਤਾ। ਤਾਂ ਮੇਰੇ ਨਾਲ ਨੇ ਸਰਪੰਚ ਮਲਕੀਤ ਕੌਰ ਜੀ, ਉਹ ਸਿਆਣਾ ਦੇ ਸਰਪੰਚ ਨੇ, ਨਾਲ ਹੀ ਉਹਨਾਂ ਦੇ ਬੇਟੇ ਸੁਖਬਿੰਦਰ ਸਿੰਘ ਕਲਕੱਤਾ, ਜਿਨ੍ਹਾਂ ਦੇ ਤੁਸੀਂ ਆਮ ਹੀ ਦੇਖਿਆ ਚਰਚਿਤ ਨੇ। ਉਹ ਸਾਰੀ ਗੱਲਬਾਤ ਕਰਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਡਾ ਬਹੁਤ ਸਤਿਕਾਰ। ਅੱਜ 14 ਮਈ ਆ ਤੇ ਇੰਟਰਨੈਸ਼ਨਲ ਮਦਰਸ ਡੇ ਆ, ਮਾਂ ਦਾ ਦਿਨ। ਸੋ ਅੱਜ ਮੇਰੀ ਮਾਤਾ ਮੇਰੇ ਨਾਲ ਬੈਠੀ ਆ। ਪਹਿਲਾਂ ਤਾਂ ਤੁਹਾਨੂੰ ਸਾਰੀਆਂ ਮਦਰਸ ਡੇ ਦੀਆਂ ਵਧਾਈਆਂ ਦਿੰਦਾ ਗ੍ਰਾਮ ਪੰਚਾਇਤ ਸਹਿਣਾ ਵੱਲੋਂ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਰਪੰਚ ਸਾਹਿਬ, ਸਭ ਤੋਂ ਪਹਿਲਾਂ ਮਾਤਾ ਜੀ ਨਾਲ ਗੱਲ ਕਰਾਂਗੇ। ਮਾਤਾ ਜੀ, ਤੁਸੀਂ ਸਰਪੰਚ ਬਣਨ ਦਾ ਸੋਚਿਆ ਸੀ ਕਿ ਪੁੱਤ ਨੇ ਬਣਾਇਆ? ਸਰਪੰਚ ਬਣਨ ਦਾ ਸੋਚਿਆ ਵੀ ਸੀ, ਬਹੁਤ ਚਿਰਾਂ ਦੀ ਸੀ ਸਰਪੰਚ ਬਣੀਏ, ਪਿੰਡ ਦਾ ਕੁਛ ਸਵਾਰੀਏ। ਠੀਕ ਹੈ, ਵੀ ਸਰਪੰਚੀ ਘਰੇ ਲੈ ਕੇ ਆਈਏ। ਹਾਂ, ਸਰਪੰਚੀ ਘਰੇ ਲੈ ਕੇ ਆਈਏ ਵੀ ਅਸੀਂ ਆਪਦਾ ਮਾਨ ਤੇ ਤਨ ਸਾਰਾ ਪਿੰਡ ਤੋਂ ਦੀ ਵਾਰ ਦਈਏ। ਠੀਕ ਹੈ ਜੀ। ਵੀ ਸਾਡੇ ਪਿੰਡ ਵਿੱਚ ਐਡਾ ਵੱਡਾ ਪਿੰਡ ਦੀ 4 ਪਿੰਡਾਂ ਜਿੱਡਾ
ਕੁਛ ਵੀ ਨਹੀਂ ਸੀ ਬਣਿਆ, ਕੁਛ ਵੀ ਸਾਰੇ ਨਗਰ ਦੇ ਸਾਹਮਣੇ ਸੀ ਵੀ ਅਸੀਂ ਉਹ ਲੈ ਕੇ ਆਈਏ ਜਿਹੜਾ ਇੱਕ ਤਾਂ ਸਾਈਕਲ ਹੁੰਦਾ ਟੁੱਟਿਆ ਵਾ, ਠੀਕ ਹੈ, ਵੀ ਅਸੀਂ ਜਹਾਜ਼ ਸਾਡੇ ਪਿੰਡ ਦੇ ਵਿੱਚ ਟਾਇਰਾਂ ਤੇ ਚੱਲੇ। ਠੀਕ ਹੈ ਜੀ। ਅਸੀਂ ਉਹ ਮਨ ਸੋਚ ਕੇ ਮੈਂ ਤੇ ਮੇਰਾ ਬੇਟਾ ਅਸੀਂ ਚੱਲੇ ਸੀ। ਮਾਤਾ ਜੀ ਇੱਕ ਗੱਲ ਹੈ, ਮੈਂ ਵੈਸੇ ਗੱਲ ਬਾਕੀ ਸਵਾਲ ਬਾਅਦ ਚ ਹੈ ਵੀ ਸੁਖਵਿੰਦਰ ਨਾਲ ਸਾਡੀਆਂ 2 ਇੰਟਰਵਿਊਆਂ ਤੋਂ ਪਹਿਲਾਂ ਹੋ ਚੁੱਕੀਆਂ ਕਿਉਂਕਿ ਕਰੌਲੇ ਪਏ ਸੀ, ਥੋੜੇ ਨਾਲ ਪਹਿਲੀ ਹੋਈ ਹੈ। ਪਰ ਗੱਲਬਾਤ ਇਹ ਹੈ ਕਿ ਵਾਕਈ ਸੁਖਵਿੰਦਰ ਬੋਲਦਾ ਤਾਂ ਹੀ ਹੈ ਕਿਉਂਕਿ ਮਾਤਾ ਦੇ ਜਿਹੜੇ ਗਾਉਣਾ ਉਹਦੇ ਚ ਹੈਗੇ ਆ। ਤੁਸੀਂ ਵੀ ਗੱਲਬਾਤ ਬਹੁਤ ਵਧੀਆ ਢੰਗ ਨਾਲ ਕਰਦੇ ਹੋ। ਨਹੀਂ ਆਮ ਜਿਹੜੇ ਸਰਪੰਚ, ਚਲੋ ਇੱਕ ਸਾਡੇ ਇਹ ਜ਼ਰੂਰ ਹੈ ਕਿ ਮਹਿਲਾ ਨੂੰ ਸਰਪੰਚ, ਔਰਤ ਨੂੰ ਸਰਪੰਚ ਜ਼ਰੂਰ ਬਣਾ ਦਿੱਤਾ ਜਾਂਦਾ, ਪਰ ਉਹਨੂੰ ਪਤਾ ਵਿਚਾਰੀ ਨੂੰ ਕੁਛ ਨਹੀਂ ਹੁੰਦਾ, ਉਹ ਠੀਕ ਹੈ ਜਿਵੇਂ ਚੱਲੀ ਜਾਂਦਾ। ਪਰ ਮਾਤਾ ਨੇ ਜਿਵੇਂ ਸਵਾਲ ਦਾ ਜਵਾਬ ਦਿੱਤਾ ਕਿ ਅਸੀਂ ਸਾਈਕਲ, ਟੁੱਟਿਆ ਸਾਈਕਲ ਨਹੀਂ, ਅਸੀਂ ਤਾਂ ਪਿੰਡ ਨੂੰ ਜਿਹੜਾ ਜਹਾਜ਼ ਨੂੰ ਟਾਇਰਾਂ ਤੇ ਤੋਰਨਾ ਸੀ ਪਿੰਡ ਦੇ ਵਿੱਚ। ਇਹੀ ਇਹਦੇ ਡੈਡੀ ਦੀ ਖੁਆਇਸ਼ ਸੀ। ਚਲੋ ਉਹ 7-8 ਮਹੀਨੇ ਪਰਮਾਤਮਾ ਨੇ ਤੇਰੇ ਹੋ ਗਏ। ਅੱਛਾ, ਉਹਨਾਂ ਦੀ ਵੀ ਖੁਆਇਸ਼ ਸੀ ਇਹ? ਹਾਂ, ਉਹਨਾਂ ਦੀ ਖੁਆਇਸ਼ ਸੀ। ਠੀਕ ਹੈ, ਤੇ ਉਹ ਚੀਜ਼ ਫਿਰ ਦੇਖੀ, ਫਿਰ ਉਹ ਕਰਕੇ ਦਿਖਾਈ ਲੋਕਾਂ ਨੂੰ? ਫਿਰ ਦਿਖਾਈ ਬੇਟਾ, ਉਹ ਤਾਂ ਸਭ ਦੇ ਸਾਹਮਣੇ ਹੀ ਹੈ ਜੀ। ਝੂਠੇ ਇਲਜ਼ਾਮ ਸਾਡੇ ਤੇ ਲਾਈ ਜਾਂਦੇ ਆ। ਬਸ ਕੋਈ ਨਹੀਂ, ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੇਖਦਾ, ਸਾਨੂੰ ਕੋਈ ਉਹ ਨਹੀਂ ਹੈਗਾ, ਕੋਈ ਇਹ ਜਿਹੜੇ ਇਲਜ਼ਾਮ ਲੱਗ ਰਹੇ ਉਹਨਾਂ ਦਾ ਕੋਈ ਸ਼ਿਕਵਾ ਸਾਨੂੰ ਕੋਈ ਡੋਲ ਨਹੀਂ। ਪਰਮਾਤਮਾ ਨੇ ਸਾਨੂੰ ਭਰੋਸਾ ਹੈ। ਠੀਕ ਹੈ, ਠੀਕ ਹੈ। ਸਾਨੂੰ ਪਤਾ ਸੀ ਵੀ ਅਸੀਂ ਸੱਚੇ ਕੰਮ ਕਰਾਂਗੇ, ਸਾਨੂੰ ਇਹ ਦਿੱਕਤਾਂ ਆਉਣਗੀਆਂ, ਸਾਨੂੰ ਇਹ ਮੋੜੀਆਂ ਮੂਹਰੇ ਸਿੱਟਣਗੇ ਕੰਡੇ। ਠੀਕ ਹੈ ਜੀ। ਉਹ ਆਪਣੀ ਬਦਨਾਮੀ ਮੰਨਦੇ ਨੇ। ਠੀਕ ਹੈ ਜੀ। ਸਾਰਾ ਪਿੰਡ ਸਾਡੇ ਨਾਲ ਹੈ, ਵਿੱਚ ਜਿਹੜੇ 5-10 ਪਿੰਡ 'ਚ ਹੈਗੇ ਨੇ। ਚਲੋ ਮੈਂ ਨਾਲ ਮੇਰੇ ਵੀ ਬੇਟਿਆਂ ਬਰਾਬਰ ਨੇ, ਕੋਈ ਮਾੜਾ ਮੋਟਾ ਮੇਰੇ ਵੱਡੇ ਥਾਂ ਵੀ ਲੱਗਦਾ ਹੋ, ਕੋਈ ਛੋਟੇ ਥਾਂ ਵੀ ਲੱਗਦਾ ਹੋ, ਪਰ ਅਸੀਂ ਉਹਨਾਂ ਨੂੰ ਵੀ ਨਿੰਦਦੇ ਨਹੀਂ। ਉਹਨਾਂ ਦੀ ਜਿਹੋ ਜਿਹੀ ਖੁਆਇਸ਼ ਸੀ ਉਹ ਕਰੀ ਜਾਂਦੇ ਨੇ, ਉਹ ਕਰੀ ਜਾਂਦੇ, ਪਰ ਸਾਡੀ ਨਹੀਂ। ਹੁਣ ਸਰਪੰਚੀ ਤੁਹਾਡੇ ਹੱਥੋਂ ਜਾ ਰਹੀ ਹੈ, ਦੁੱਖ ਹੈ ਉਹਦਾ? ਕੋਈ ਦੁੱਖ ਨਹੀਂ ਸਾਨੂੰ, ਕੋਈ ਦੁੱਖ ਨਹੀਂ ਸਾਨੂੰ। ਕਿਉਂ ਮਾਤਾ? ਨਹੀਂ ਦੁੱਖ, ਜਦੋਂ ਅਸੀਂ ਸੱਚੀ ਆ ਮਨ। ਇੱਕ ਤਾਂ ਹੁੰਦਾ ਵੀ ਬੰਦਾ ਝੂਠਾ ਹੈ, ਜਾਂਦੀ ਆ, ਅਸੀਂ ਖਾਣਾ, ਅਸੀਂ ਉਹ ਕਰਨਾ, ਸਾਡੇ ਉਹ ਨਹੀਂ ਨਾ ਮਨ ਦੇ ਵਿੱਚ ਹੈਗੀ। ਸਾਨੂੰ ਪਰਮਾਤਮਾ ਦੇ ਭਰੋਸਾ। ਠੀਕ ਹੈ। ਬਾਕੀ ਕੰਮ ਚਾਹਿਆ ਸੀ ਉਹ ਹੋ ਗਏ, ਇਹ ਜੋ ਚਾਹੇ ਸੀ। ਹੁਣ ਆਪਾਂ ਗੱਲਬਾਤ ਕਰਦੇ ਹਾਂ ਸੁਖਵਿੰਦਰ ਜੀ, ਵੀ ਸਭ ਤੋਂ ਪਹਿਲਾਂ ਵੀ ਚਲੋ ਮਾਤਾ ਕਹਿੰਦੇ ਵੀ ਪਰਿਵਾਰ ਸੀ, ਤੁਸੀਂ ਤੁਹਾਡੇ ਮਨ 'ਚ ਮਤਲਬ ਇਹ ਰਾਜਨੀਤੀ ਵਾਲੇ ਪਾਸੇ ਦਾ ਸ਼ੁਰੂ ਤੋਂ ਸੀ ਕਿ ਕੋਈ ਘਟਨਾ, ਕਈ ਵਾਰ ਕੋਈ ਇਹ ਚੀਜ਼ ਹੁੰਦੀ ਕਿ ਕੋਈ ਐਂ ਲੱਗਦਾ ਯਾਰ ਵੀ ਆਹ ਚੀਜ਼ ਯਾਰ ਗਲਤ ਹੋਈ ਜਾਂਦੀ, ਜੇ ਮੈਂ ਇੱਥੇ ਹੋਵਾਂ ਮੈਂ ਇਹਨੂੰ ਸੁਧਾਰ ਸਕਾਂ, ਇਹ ਚੀਜ਼ ਨਹੀਂ ਇੱਧਰੋਂ ਲੈ ਕੇ ਆਉਂਦਾ? ਪਹਿਲੀ ਗੱਲ ਦੇਖੋ, ਸਟੱਡੀ ਸਾਰੀ ਕੈਲਕਟੇ ਹੋਈ। ਠੀਕ ਹੈ ਜੀ। ਤੇ ਨੇਚਰਲੀ ਉੱਥੇ ਇਹੋ ਜਿਹਾ ਮਾਹੌਲ ਮਿਲਿਆ, ਸਪੋਰਟਸ ਦਾ ਮਾਹੌਲ ਮਿਲਿਆ। ਠੀਕ ਹੈ ਜੀ। ਬੰਗਾਲ ਦੀ ਫੁੱਟਬਾਲ ਮਸ਼ਹੂਰ ਆ। ਠੀਕ ਹੈ ਜੀ। ਵਰਲਡ ਕਲਾਸ ਦੇ ਉਹ ਸਾਰੇ ਮੋਹਨ ਬਗਾਨ, ਈਸਟ ਬੰਗਾਲ ਕਲੱਬ ਨੇ ਅੰਗਰੇਜ਼ਾਂ ਤੋਂ ਪਹਿਲਾਂ ਦੇ। ਸੋ ਉੱਥੇ ਮੇਰਾ ਜਿਹੜਾ ਸੀ ਸਪੋਰਟਸਮੈਨ ਸੀ ਜ਼ਿਆਦਾ, ਮੇਰਾ ਉੱਧਰ ਸੀਗਾ। ਮੈਂ ਕ੍ਰਿਕਟ ਦਾ ਖਿਲਾੜੀ ਸੀਗਾ ਅਤੇ ਫੁੱਟਬਾਲ ਸ਼ੌਂਕੀਆ ਤੌਰ 'ਤੇ ਖੇਡਦਾ ਸੀ। ਉਹ ਮੈਂ ਅੰਡਰ 19 ਬੰਗਾਲ ਬੰਨੀਓ, ਫਿਰ CK ਨਾਇਡੂ ਟਰੋਫੀ ਅੰਡਰ 16 ਲਖਨਊ ਵਗੈਰਾ ਖੇਲਿਆ, ਮੈਨ ਆਫ ਦਾ ਸੀਰੀਜ਼ ਹੋਇਆ। ਮਤਲਬ ਮੇਰਾ ਸਪੋਰਟਸ 'ਚ ਜ਼ਿਆਦਾ ਸੀਗਾ। ਸੋ ਕਲਾਸ ਦੀ ਗੇਮ ਸੀਗੀ, ਪਰ ਇੱਕ ਗੁਰੂ ਦੀ ਕਮੀ ਸੀਗੀ, ਕਿਉਂਕਿ ਜਿਹੜਾ ਮੇਰਾ ਪਰਿਵਾਰ ਆ ਵੀ ਉਹ ਇਸ ਲਾਈਨ ਦਾ ਹੈ ਨਹੀਂ ਸੀ ਵੀ ਮੈਨੂੰ ਉਹ ਮਤਲਬ ਇੱਧਰ ਤੋਰੇ, ਅੱਗੇ ਇੱਧਰ ਤੋਰੇ, ਮਤਲਬ ਮੈਨੂੰ ਜਿਵੇਂ ਸਿੱਖਿਅਕ ਕਰ ਸਕੇ ਉੱਧਰ ਨੂੰ। ਮਤਲਬ ਉਹਨਾਂ ਦਾ ਬੈਕਗਰਾਊਂਡ ਨਹੀਂ ਸੀ ਕੋਈ ਸਪੋਰਟਸ ਵਾਲਾ, ਅਤੇ ਮਤਲਬ ਗੁਰਬਿਨ ਗਿਆਨ ਨਹੀਂ, ਹੈ ਨਾ, ਕੋਚ ਨਹੀਂ ਮਿਲ ਸਕਿਆ। ਅਤੇ ਉਸ ਤੋਂ ਬਾਅਦ ਖੇਡਦੇ ਖੇਡਦੇ ਫਿਰ ਬਾਹਰ ਚਲੇ ਗਏ। ਅਤੇ ਸ਼ੁਰੂ ਤੋਂ ਮਤਲਬ ਲੋਕ ਸੇਵਾ ਦਾ ਮਨ 'ਚ ਸੀਗਾ ਵੀ ਲੋਕਾਂ ਦੀ ਸੇਵਾ ਕਰਨੀ ਹੈ। ਇਹੋ ਜਿਹੇ ਮਤਲਬ ਜਾਂ ਸ਼ਹੀਦਾਂ ਤੋਂ ਪ੍ਰੇਰਿਤ ਹੋ ਲਈਏ, ਜਾਂ ਜਿਹੜਾ ਆਪਣਾ ਮਾਣਮੱਤਾ ਇਤਿਹਾਸ ਹੈ ਪੰਜਾਬ ਦਾ, ਗੁਰੂ ਸਾਹਿਬਾਂ ਦਾ, ਉਹਨਾਂ ਤੋਂ ਪ੍ਰੇਰਿਤ ਹੋ ਕੇ ਇਹ ਕੰਮ ਕਰਨਾ ਚਾਹੁੰਦਾ ਸੀਗਾ। ਸੋ ਵਿਦੇਸ਼ਾਂ 'ਚ ਨਹੀਂ ਮਨ ਲੱਗਿਆ, ਦੁਬਾਰੇ ਪਿੰਡ ਸੈਣੇ ਆ ਗਿਆ। ਸੋ ਇੱਥੇ ਦਾ ਜਿਹੜਾ ਸਿਸਟਮ ਸੀ ਸਾਡੇ ਪਿੰਡ ਦਾ, ਪੰਜਾਬ ਦਾ ਸਭ ਤੋਂ ਵੱਡਾ ਪਿੰਡ ਸੀ, ਪਰ ਤਰਾਹੀ ਕਰਦੇ ਸੀ ਲੋਕ। ਇੰਨਾ ਲੋਕਾਂ ਦਾ ਪੰਚਾਇਤਾਂ ਨੂੰ ਗਾਲਾਂ ਕੱਢਣੀਆਂ, ਇੰਨਾ ਪੰਚਾਇਤਾਂ ਸਰਪੰਚਾਂ ਤੋਂ ਮੋਹ ਭੰਗ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਵੀ ਸਾਰਾ ਸਿਸਟਮ ਪਹਿਲਾਂ ਵੀ ਮੈਂ ਕਿਹਾ ਢਹਿ ਢੇਰੀ ਹੋਇਆ ਵਾ ਸਿਸਟਮ ਸਾਂਭਿਆ ਸੀਗਾ। ਸੋ ਕੋਈ ਵਿਦੇਸ਼ ਭੱਜ ਗਿਆ ਪੈਸੇ ਖਾ ਕੇ, ਕੋਈ ਕਿਵੇਂ ਹੋ ਗਿਆ, ਕਿਸੇ ਪੰਚ ਨੇ ਘਪਲਾ ਕਰਤਾ, ਸਰਪੰਚ ਵਿਚਾਰਾ ਅਣਜਾਣ ਸੀਗਾ। ਸੋ ਉਹ ਸਿਸਟਮ ਨੂੰ ਸੁਧਾਰਨ ਆਇਆ ਸੀਗਾ। ਤੋ ਸਾਡੀ ਨੀਅਤ ਤੇ ਨੀਤੀ ਸਾਫ਼ ਸੀਗੀ ਵੀ ਕੁਛ ਲੱਗ ਜੇ, ਚਾਹੇ ਜਾਨ ਲੱਗ ਜੇ, ਜਾਨ ਦੀ ਵੀ ਪਰਵਾਹ ਨਹੀਂ ਕੀਤੀ, ਵੀ ਪਿੰਡ ਨੂੰ ਵਿਕਾਸ ਪੱਖੋਂ ਅੱਗੇ ਲੈ ਕੇ ਜਾਣਾ। ਸੋ ਉਹਦੇ ਵਿੱਚ ਸਕਸੈਸ ਹੋਏ ਆ ਹੁਣ। ਤੇ ਇਹ ਸਰਪੰਚੀ ਜਾਂਦੀ ਆ, ਇਹ ਤਾਂ ਜਿੱਦਾਂ ਮੈਂ ਇੱਥੇ ਬੈਠਾ ਸੀਗਾ ਤੇ ਉਹਦੇ ਸੋਚ ਲਿਆ ਸੀ ਵੀ ਇੱਕ ਦਿਨ ਜਾਣਾ, ਆਣਾ ਜਾਣਾ ਹੀ ਜ਼ਿੰਦਗੀ ਆ ਨਾ। ਸੋ ਜਾ ਕਿਹੜੇ ਢੰਗ ਨਾਲ ਰਹੇ ਆ, ਜਿਹੜੇ ਢੰਗ ਨਾਲ ਅਸੀਂ ਜਾ ਰਹੇ ਆ, ਕੋਈ ਹੋਰ ਹੁੰਦਾ ਤਾਂ ਜਮਾ ਦਿਲ ਸਿੱਟ ਜਾਣਾ ਸੀ, ਹੌਸਲੇ ਪਸਤ ਹੋ ਜਾਣੇ ਸੀ। ਪਰ ਜਿੱਦਾਂ ਦਾ ਸਾਨੂੰ ਸਸਪੈਂਡ ਹੋਇਆ, ਉਦੋਂ ਦਾ ਅਸੀਂ ਦੂਣੇ ਚੌਗਣੇ ਹੋ ਕੇ ਮਿਲ ਰਹੇ ਹਾਂ ਲੋਕਾਂ ਨੂੰ, ਸਰਕਾਰ ਨੂੰ ਮਿਲ ਰਹੇ ਹਾਂ। ਉਹ ਕਹਿੰਦੇ ਉਹਨਾਂ ਨਾਲ ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ। ਸੋ ਉਦੋਂ ਦਾ ਮਨ 'ਚ ਖੁਸ਼ੀਆਂ ਨੇ
ਵੀ ਅਸੀਂ ਕੰਮ ਕਰਨਾ ਚਾਹੁੰਦੇ ਸੀ, ਕੰਮ ਕਰਨ ਦੀ ਸਾਨੂੰ ਸਜ਼ਾ ਦਿੱਤੀ ਆ। ਸੋ ਪੰਜਾਬ ਦਾ ਇਹ ਕਲਚਰ ਬਣ ਗਿਆ। ਆਉਣ ਵਾਲੀਆਂ ਪੀੜ੍ਹੀਆਂ ਇਹ ਪੱਥਰ ਤੇ ਲਕੀਰ ਤੇ ਇਹ ਲਿਖਿਆ ਵਾ ਵੀ ਜਿਹੜਾ ਕੰਮ ਕਰੂਗਾ ਉਹਦੇ ਨਾਲ ਇਹਨਾਂ ਕੰਡੀਸ਼ਨਾਂ 'ਚ ਉਹਨੂੰ ਗੁਜ਼ਰਨਾ ਪਊਗਾ। ਜਿਹੜੀਆਂ ਮੈਂ ਕੰਡੀਸ਼ਨਾਂ 'ਚ ਗੁਜ਼ਰ ਰਿਹਾ, ਮੈਨੂੰ ਸ਼ੁਰੂ ਤੋਂ ਇਹਦਾ ਇਲਮ ਸੀਗਾ। ਠੀਕ ਹੈ। ਮੈਂ ਆਪਣੀਆਂ ਸਪੀਚਾਂ 'ਚ ਪਹਿਲੀਆਂ 'ਚ ਕਹਿਤਾ ਸੀ ਵੀ ਮੇਰੇ ਤੇ ਤੁਸੀਂ ਬਹੁਤ ਕੁਝ ਆਉਣ ਵਾਲੇ ਸਮੇਂ ਤੇ ਮੇਰੇ ਤੇ ਹੋਊਗਾ, ਮੇਰੇ ਖਿਲਾਫ ਧਰਨੇ ਮੁਜ਼ਾਹਰੇ ਵੀ ਹੋਣਗੇ। ਜਦੋਂ ਮੈਂ ਕੋਈ ਜਿਹੜਾ ਲੀਡਰਸ਼ਿਪ ਕੁਆਲਿਟੀ ਕੀ ਹੁੰਦੀ ਆ, ਫੈਸਲਾ ਲੈਣ ਦੀ ਸਟਰੈਂਥ ਹੋਣੀ ਚਾਹੀਦੀ ਆ ਤੁਹਾਡੇ 'ਚ, ਵੀ ਮੌਕੇ ਤੇ ਕਿਹੜੇ ਤੁਸੀਂ ਫੈਸਲਾ ਲੈ ਸਕੋ ਲੋਕ ਪੱਖੀ। ਉੱਥੇ ਤੁਸੀਂ ਨੁਕਸਾਨ ਤੇ ਨਫਾ ਨਹੀਂ ਦੇਖਣਾ। ਉਹ ਜੇ ਲੋਕ ਪੱਖੀ ਫੈਸਲਾ ਲਵਾਂਗੇ, ਕਦੇ ਆਪਣੇ ਵਿਰੋਧ 'ਚ ਵੀ ਲੋਕ ਹੋਣਗੇ, ਪਰ ਲੋਕਾਂ ਨੂੰ ਕਿਹਾ ਸੀ ਉੱਥੇ ਜਾਂਚ ਲਿਓ ਵੀ ਮੈਂ ਜੇ ਗਲਤ ਹੋਇਆ ਤਾਂ ਵਾਕਈ ਸਿਰ ਢਾਹ ਕੇ ਖੜ ਲਿਓ। ਹੁਣ ਤੱਕ 4.5 ਪੌਣੇ 5 ਸਾਲਾਂ 'ਚ ਲੋਕਾਂ ਨੂੰ ਮੌਕਾ ਨਹੀਂ ਦਿੱਤਾ ਵੀ ਮੇਰੇ ਖਿਲਾਫ ਆ ਕੇ ਉਹ ਦਿਲੋਂ ਮੇਰੇ ਖਿਲਾਫ ਕੋਈ ਹਾ ਦਾ ਨਾਰਾ ਮਾਰਨ। ਸੋ ਇਹਨਾਂ ਆ ਚੀਜ਼ਾਂ ਤੁਸੀਂ ਦੇਖ ਰਹੇ ਹੋ। ਅਮਾਨਤਾਂ ਇੱਕ ਪੰਚਾਇਤ ਦੂਜੀ ਪੰਚਾਇਤ ਨੂੰ ਸੌਂਪਦੀ ਆ। ਤੇ ਮੈਂ ਤਾਂ ਇਹ ਦਾਵਾ ਕਰ ਰਿਹਾ, ਮੈਂ ਤਾਂ ਇਹ ਚੈਲੰਜ ਕਰ ਰਿਹਾ ਵੀ ਪਿਛਲੀ ਪੰਚਾਇਤ ਨੇ ਮੈਨੂੰ ਦਿੱਤਾ ਕੀ, ਮਾਤਾ ਜੀ ਨੂੰ ਦਿੱਤਾ ਕੀ, ਉਹ ਤਾਂ ਲਿਖਤੀ ਹੋਇਆ ਨਾ। ਲਿਖਤੀ ਸਾਨੂੰ ਸਾਰਾ ਸਿਸਟਮ ਜਿਹੜਾ ਵੀ ਕੋਈ ਹੈਗਾ ਸਾਂਭਿਆ ਗਿਆ, ਖਾਤੇ ਤੋਂ ਲੈ ਕੇ ਸਾਰਾ ਕੁਝ। ਸਾਨੂੰ 2 ਟੁੱਟੀਆਂ ਅਲਮਾਰੀਆਂ ਮਿਲੀਆਂ ਸੀ। ਸੋ 2 ਟੁੱਟੀਆਂ ਅਲਮਾਰੀਆਂ ਅੱਜ ਬਾਹਰ ਲੈ ਕੇ ਆਏ ਆ, ਪਿੰਡ ਨੂੰ ਦਿਖਾਵਾਂ। ਇਸ ਤੋਂ ਪਹਿਲਾਂ ਲਾਈਵ ਵੀ ਹੋਇਆ ਸੀ। ਹੁਣ ਆਹ ਸਾਰੀਆਂ ਜਿਹੜਾ ਸਟਰਕਚਰ ਆ ਇਹ ਤੁਹਾਡੇ ਮੂਹਰੇ ਆ ਵੀ ਕਿਸ ਤਰ੍ਹਾਂ ਇਹਨੂੰ ਬਣਾਇਆ। ਸੋ ਇਹਨਾਂ ਚੀਜ਼ਾਂ ਨੂੰ ਬਣਾਉਣਾ ਕੋਈ ਖਾਲਾ ਜੀ ਦਾ ਤਾਂ ਬਾੜਾ ਹੈ ਨਹੀਂ ਸੀ। ਸੋ ਇਹ ਚੀਜ਼ਾਂ ਜੇ ਬਣਾਈਆਂ, ਜਿਹੜਾ ਪੁਰਾਣਾ ਬਣਾ ਨਹੀਂ ਸਕਿਆ, ਨੈਚੁਰਲੀ ਉਹਦੇ ਵਿੱਚ ਜੈਲਸੀ ਦੀ ਭਾਵਨਾ ਹੋਊਗੀ। ਠੀਕ ਆ, ਉਹ ਫਿਰ ਹੁਣ ਤੁਹਾਨੂੰ ਪਤਾ ਜਿਹੜਾ ਸਿਸਟਮ ਆ ਉਹ ਸਿਸਟਮ ਨਾਲ, ਪਰ ਇਹ ਸਿਸਟਮ ਨੂੰ ਅਸੀਂ ਪਾਰ ਪਾ ਲਿਆ। ਇਹ ਪਾਇਆ ਗੁਰਗਿਆਨ ਨਾਲ, ਸਟੱਡੀ ਨਾਲ, ਜੋ ਨੌਲੇਜ ਆ ਸਮਾਜ ਨੇ ਸਾਨੂੰ ਦਿੱਤੀ ਜਾਂ ਮਾਂ ਪਿਓ ਨੇ ਦਿੱਤੀ, ਉਹ ਉਸ ਨਾਲ ਪਾ ਲਿਆ। ਆ ਮਾਤਾ ਬੈਠੀ ਆ, ਇਹ ਨਹੀਂ ਤਾਂ ਲੇਡੀਜ਼ਾਂ ਤਾਂ ਉਹੀ ਦਿਲ ਸਿੱਟ ਜਾਣ। ਠੀਕ ਆ, ਵੀ ਆਹ ਕੀ ਕਰਤਾ, ਸਾਨੂੰ ਹਟਾਤਾ, ਕੱਢ ਤੇ ਫਲਾਨਾ ਸ਼ਬਦ ਇਹੋ ਜਿਹੇ ਵਰਤ ਸਕਦੇ ਹੋ ਵੀ ਕੱਢ ਤੇ ਇੱਥੋਂ ਹਟਾਤਾ। ਪਰ ਹਟਾਇਆ ਕਿਉਂ ਗਿਆ? ਕੰਮ ਕਰਨ ਦੀ ਸਜ਼ਾ। ਇਹ ਕਿਸੇ ਸਮਾਜ 'ਚ ਹੋਣੀ ਨਹੀਂ ਚਾਹੀਦੀ। ਇਹ ਸ਼ੁਰੂ 'ਚ ਮਤਲਬ ਇਤਿਹਾਸ ਰਿਹਾ, ਕੰਮ ਦੀ ਸਜ਼ਾ ਮਿਲਦੀ ਆ। ਜਿਹਦਾ ਉੱਪਰ ਨੂੰ ਜਾਂਦਾ, ਹਾਈਟ ਤੇ ਜਾਂਦਾ ਤਾਂ ਫਿਰ ਉਹਨੂੰ ਖਿੱਚਣ ਵਾਲੇ ਤਾਂ ਹੁੰਦੇ ਹੀ ਆ। ਸੋ ਇਹਨਾਂ ਚੀਜ਼ਾਂ ਨਾਲ ਤਾਂ 2-4 ਹੋਣਾ ਪਊਗਾ ਹੀ, ਤੇ ਬੜੀ ਸਾਡੇ 'ਚ ਹਿੰਮਤ ਆ ਹੋਵਾਂਗੇ, ਇਹਦੇ ਨਾਲ ਹਿੰਮਤ ਹੋਵਾਂਗੇ। ਅੱਛਾ, ਮੈਂ ਦੇਖ ਰਿਹਾ ਤੁਹਾਡਾ ਜਿਹੜਾ ਪੰਚਾਇਤ ਦਾ ਦਫ਼ਤਰ ਹੈ, ਇਹ ਮੈਨੂੰ ਦੇਖਣ ਦੇ ਵਿੱਚ ਇਹ ਲੱਗਿਆ ਵੀ ਕਿਸੇ IAS ਅਫਸਰ ਜਾਂ IPS ਅਫਸਰ ਦੇ ਦਫ਼ਤਰ ਤੋਂ ਵੀ ਕੋਈ 2 ਕਦਮ ਅੱਗੇ ਹੋ। ਇੰਨਾ ਸੋਹਣਾ ਦਫ਼ਤਰ ਅਸੀਂ ਕਈ ਪੰਚਾਇਤਾਂ ਦੇ ਵਿੱਚ ਗਏ ਨਹੀਂ। ਇਹਦਾ ਆਈਡੀਆ ਕਿਵੇਂ ਆਇਆ ਕਿ ਯਾਰ ਇੰਨਾ ਸੋਹਣਾ ਚਾਹੀਦਾ ਹੈ ਕਿ ਆਪਦੀ ਸੁੱਖ ਸਹੂਲਤ ਲਈ, ਕਿ ਪਿੰਡ ਦੀ ਯਾਰ ਵੀ ਵਾਕਈ ਪਿੰਡ ਦੀ ਸ਼ਾਨ ਬਣੇ, ਪਤਾ ਲੱਗੇ ਜੇ ਕੋਈ ਬਾਹਰੋਂ ਆਉਂਦਾ। ਦੇਖੋ, ਆਪਦੀ ਸੁੱਖ ਸਹੂਲਤ ਵਾਸਤੇ ਸਰਪੰਚ ਨਾ ਆਪਦੇ 5 ਸਾਲ ਦੇ ਪਲਾਨ 'ਚ ਕੋਠੀ ਪਾ ਸਕਦਾ। ਕੋਠੀ ਉਹ ਜਾਂ ਤਾਂ ਉਹਦੀ ਆਪਦੀ ਪਊ ਜਾਂ ਪਿੰਡ ਦੀ ਪਊ, ਦੋਨੇ ਇਕੱਠੀਆਂ ਨਹੀਂ ਪੈਂਦੀਆਂ। ਸੋ ਇੱਕ ਮੇਰੀ ਤਾਂ ਕੋਠੀ ਟੈਟੇਰੀ ਹੋ ਗਈ, ਪਿੰਡ ਦੀ ਮੈਂ ਪਾਉਣ 'ਚ ਕਾਮਯਾਬ ਰਿਹਾ। ਸੋ ਸ਼ੁਰੂ ਤੋਂ ਜਿਹੜਾ ਨਿਸ਼ਾਨਾ ਸੀਗਾ ਵੀ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ, ਉਸ ਦਾ ਇੱਕ ਰੁਤਬਾ ਬਹਾਲ ਕਰਾਂ ਪੰਚਾਇਤਾਂ ਦਾ, ਵੀ ਸਰਪੰਚ ਬੈਠੇ ਇੱਥੇ ਆ ਕੇ, ਲੋਕ ਇੱਥੇ ਆਉਣ, ਲੋਕਾਂ ਦੀ ਦੁੱਖ ਤਕਲੀਫ ਸੁਣੇ, ਲੋਕਾਂ ਨੂੰ ਸਿਰ ਨਮਾ ਕੇ ਸਰਪੰਚ ਦੇ ਘਰੇ ਨਾ ਜਾਣਾ ਪਵੇ। ਕਿਉਂਕਿ ਆਮ ਸਾਡੇ ਪਿੰਡ 'ਚ ਧਾਰਨਾ ਸੀ ਸਰਪੰਚ ਕਿੱਥੇ ਆ, ਹੈ ਨਹੀਂ, ਉਹ ਤਾਂ ਗਿਆ ਮੂੰਹ ਚੱਕ ਕੇ ਆ ਗਏ। ਆ ਪੋਚਾ ਤੁਹਾਨੂੰ ਦਿਖਦਾ ਨਹੀਂ, ਪੋਚਾ ਲੱਗਿਆ ਵਾ ਅੰਦਰ ਆ ਵੜ ਗਏ। ਬਹੁਤ ਮਤਲਬ ਹੀਨ ਭਾਵਨਾ। ਇਕੱਲੇ ਤੁਹਾਡੇ ਪਿੰਡ ਨਹੀਂ, ਹਰ ਪਿੰਡ ਵੀ ਨਹੀਂ ਕਹਿ ਸਕਦੇ, ਪਰ ਬਹੁਤੇ ਪਿੰਡਾਂ 'ਚ। ਹਾਂ, ਸੋ ਇਹ ਜਿਹੜਾ ਸਿਸਟਮ ਆ ਨਾ ਬਾਈ ਜੀ, ਇਹ ਆ ਗੁਰੂ ਸਾਹਿਬ ਸਰਬੰਸ ਸਦਾਨੀ ਉੱਪਰ ਲੱਗੇ ਨੇ ਸਭ ਤੋਂ। ਸੋ ਇਹ ਸਿਸਟਮ ਇੱਥੋਂ ਇੱਕ ਮੈਸੇਜ ਦਿੰਦਾ ਪੂਰੇ ਪੰਜਾਬ ਨੂੰ, ਪੂਰੇ ਇੰਡੀਆ ਨੂੰ। ਇਹ ਮੈਸੇਜ ਦਿੱਤਾ ਅਸੀਂ ਵੀ ਇਹ ਪੰਚਾਇਤ ਘਰ ਨਾ ਕਹੋ, ਇਹਨੂੰ ਲੋਕ ਰਾਜ ਦਾ ਮੰਦਿਰ ਕਹਿ ਦਿਓ, ਗੁਰਦੁਆਰਾ ਕਹਿ ਦਿਓ, ਮਸਜਿਦ ਕਹਿ ਦਿਓ, ਜਿੱਥੇ ਸਾਡੇ ਸਤਿਕਾਰਯੋਗ ਲੋਕ ਆਉਂਦੇ ਨੇ। ਠੀਕ ਆ, ਇੱਥੇ ਕੰਮਾਂ ਕਾਰਾਂ ਕਰਕੇ ਆਉਂਦੇ ਆ, ਉਮੀਦਾਂ ਲੈ ਕੇ ਆਉਂਦੇ ਨੇ। ਉਹਨਾਂ ਉਮੀਦਾਂ ਤੇ ਖਰੇ ਉਤਰਨਾ ਸਾਡੀ ਪ੍ਰਾਪਤੀ ਆ। ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਸਿਸਟਮ ਡਿਵੈਲਪ ਕੀਤਾ। ਸੋ ਇਹ ਸਿਸਟਮ 1.5 ਸਾਲਾਂ 'ਚ ਡਿਵੈਲਪ ਕੀਤਾ। ਇਸ ਤੋਂ ਪਹਿਲਾਂ ਪਿੰਡ ਦੇ ਹੋਰ ਕੰਮਾਂ 'ਚ ਲੱਗ ਗਿਆ। ਉਹਨਾਂ ਨੂੰ ਇਹ ਆ ਦੇਖੋ, ਅੱਜ ਇਹ ਜਿਹੜੀ ਪ੍ਰਾਪਰਟੀ ਆ, ਇਹ ਪ੍ਰਾਪਰਟੀ ਮੇਰੀ 5-6 ਕਰੋੜ ਦੀ ਮੈਂ ਤਾਂ ਪਿੰਡ ਨੂੰ ਦੇ ਕੇ ਜਾ ਰਿਹਾ। ਠੀਕ ਹੈ, ਹੋਰ ਮੈਂ ਕੀ ਕਰਾਂ? ਆਹ ਜਗ੍ਹਾ ਜਿਹੜੀ 1.5 ਏਕੜ ਸੀ, ਸੋਨੇ ਦੇ ਭਾਅ ਜਗ੍ਹਾ ਗਈ, ਇਹ ਤੇ ਆ ਕੇ ਬੈਠਿਆ। ਇੱਥੇ ਕੁਝ ਸੀਗੇ ਮਤਲਬ ਇਹ ਤੇ ਬੁਰੀ ਨਿਗਾਹ ਰੱਖਣ ਵਾਲੇ, ਉਹਨਾਂ ਨੂੰ ਬਾਹਰ ਕੱਢਿਆ। ਉਹਨਾਂ ਨੂੰ ਬਾਹਰ ਕੱਢਣ ਦਾ ਮਤਲਬ ਵੀ ਮੇਰੇ ਤੇ ਆ ਜਿਹੜੀਆਂ ਦਰਖਾਸਤਾਂ ਇਹ ਹੋ ਰਹੀਆਂ। ਠੀਕ ਹੈ, ਉਹੀ ਦਰਖਾਸਤ ਕਰਤਾ ਜਿਹਨੂੰ ਇੱਥੋਂ ਮੈਂ ਰਿਮੂਵ ਕੀਤਾ, ਬਾਹਰ ਕੱਢਿਆ।
ਇੱਥੇ ਕਬਜ਼ਾ ਕਰਨਾ ਚਾਹੁੰਦਾ ਸੀ, ਉਹਨੂੰ ਬਾਹਰ ਕੱਢਤਾ। ਇੱਕ ਇਲੈਕਸ਼ਨ ਮੈਥੋਂ ਹਾਰ ਗਿਆ, ਝੂਠੀਆਂ ਦਰਖਾਸਤਾਂ 'ਚ ਪੈ ਗਿਆ। ਸੋ ਕੋਈ ਪ੍ਰੋਬਲਮ ਨਹੀਂ, ਸਾਰਾ ਚੀਜ਼ਾਂ ਸਰ ਕਰ ਲਾਂਗੇ। ਇਹਦੇ ਤੇ ਜੇ ਕਹਿਣਾ ਹੋਵੇ ਆ ਜਿਹੜਾ ਤੁਸੀਂ ਤਿਆਰ ਕੀਤਾ ਸਾਰਾ ਸਿਸਟਮ, ਇਹਦੇ ਤੇ ਕਿੰਨਾ ਖਰਚਾ ਹੈ ਟੋਟਲ ਤੇ? ਟੋਟਲ ਇਹ BNRGSK ਆ। ਠੀਕ ਹੈ ਜੀ। ਭਵਨ ਮਨਰੇਗਾ ਤਹਿਤ ਪਾਸ ਕਰਵਾਇਆ ਇਹ ਸਿਸਟਮ ਮੈਂ। ਠੀਕ ਹੈ। ਇਹ ਪਾਸ ਕਰਾਉਣ ਵਾਸਤੇ ਮੈਨੂੰ ਏੜੀ ਚੋਟੀ ਦਾ ਜ਼ੋਰ ਲਾਉਣਾ ਪਿਆ। ਸੰਗਰੂਰ ਤੋਂ ਲੈ ਕੇ ਚੰਡੀਗੜ੍ਹ ਤੱਕ ਦਫ਼ਤਰਾਂ ਦੀ ਖਾਕ ਛਾਨੀ। ਉਸ ਤੋਂ ਬਾਅਦ ਇਹ ਸਿਸਟਮ ਪਾਸ ਕਰਾਇਆ। ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਇਹ ਭਵਨ ਦਾ ਨਾਂ ਗਾ। ਸੋ ਇਹ 20,27,000 ਦਾ ਪਾਸ ਹੋਇਆ ਸੀ। ਸੋ ਉਹਨਾਂ ਵਿੱਚੋਂ ਮੈਨੂੰ 11 ਲੱਖ ਰੁਪਇਆ ਕੁੱਲ ਪੇਮੈਂਟ ਮਿਲੀ ਹੈ ਇਕੱਲੀ ਆ ਬਿਲਡਿੰਗ ਦੀ। ਠੀਕ ਹੈ। ਉਸ ਤੋਂ ਬਾਅਦ ਇੱਥੇ ਫਰਨੀਚਰ ਆ, ਇੱਥੇ ਇਲੈਕਟ੍ਰਿਕ ਦਾ ਕੰਮ ਹੋਇਆ, ਇੱਥੇ ਕਿਚਨ ਦਾ ਕੰਮ ਆ, ਇੱਥੇ ਰੈਸਟਰੂਮ ਦਾ ਕੰਮ ਆ, ਵਾਸ਼ਰੂਮ ਦਾ ਕੰਮ ਆ, ਲਾਇਬ੍ਰੇਰੀ ਦਾ, ਸਟੋਰ 'ਚ ਮੇਰੇ ਕੋਲੇ ਪਿੰਡ ਨੂੰ ਕੰਮ ਕਰਨ ਵਾਸਤੇ ਕਈਆਂ ਤੋਂ ਲੈ ਕੇ ਬੱਠਲਾਂ ਤੋਂ ਲੈ ਕੇ ਔਜ਼ਾਰ ਬਣਾਏ, ਦੁਰਮਟ ਤੋਂ ਲੈ ਕੇ ਹਰ ਚੀਜ਼ ਬਣਾਈ। ਸੋ ਉਹ ਸਿਸਟਮ ਪਰ ਇਹ ਨਿਕੰਮਾ ਰਾਜ ਪ੍ਰਬੰਧ ਆ ਸਾਡਾ। ਇੰਨਾ ਸਿਸਟਮ ਦੇ ਤਾਂ ਪੈਸੇ ਮੈਨੂੰ ਮਿਲਣੇ ਚਾਹੀਦੇ ਸੀ। ਇਹ ਸਾਰਾ 70% ਪੈਸਾ ਕੋਲੋਂ ਲਾ ਚੁੱਕਿਆ। ਕਿੰਨੇ ਪੈਸੇ ਲਾਦੇ ਤੁਸੀਂ ਟੋਟਲ ਤੇ? ਕੋਲ ਦੇਖੋ ਇਹਦਾ ਤਾਂ ਐਸਟੀਮੇਟ ਜਿਹੜਾ ਹੈਗਾ ਸਾਰਾ ਜਈਆਂ ਕੋਲੇ ਹੈਗਾ। ਠੀਕ ਆ। ਇਹ ਜਿਹੜਾ ਭਵਨ 20,27,000 ਦਾ ਪਾਸ ਸੀ, ਇਹ ਤੇ 45 ਲੱਖ ਰੁਪਇਆ ਲੱਗ ਗਿਆ। 20,27,000 ਤਾਂ ਮੈਂ ਲੇਬਰ ਦੇਤੀ ਜੀ। ਲੇਬਰ ਤੁਸੀਂ ਦੇਖੋ, ਲੱਕੜ ਦੀ ਲੇਬਰ ਆ, ਫਰਨੀਚਰ ਦੀ ਲੇਬਰ ਆ, ਰੰਗ ਦੀ ਲੇਬਰ ਆ, ਫਰਸ਼ ਦੀ ਲੇਬਰ ਆ, ਹਰ ਤਰ੍ਹਾਂ ਦੀ ਲੇਬਰ ਆ। ਠੀਕ ਆ। ਹਰ ਤਰ੍ਹਾਂ ਦੀ ਲੇਬਰ ਦਿੱਤੀ। ਉਹ ਜੇਬਾਂ 'ਚੋਂ ਲੇਬਰ ਦਿੱਤੀ। ਪਹਿਲਾਂ ਜਿਹੜਾ ਮਟੀਰੀਅਲ ਆ ਜੇਬਾਂ 'ਚੋਂ ਖਰੀਦਿਆ, ਬਾਅਦ 'ਚੋਂ ਉਹਦੀ ਪੇਮੈਂਟ ਹੁੰਦੀ ਆ। ਹੁਣ ਆਹ ਜਿਹੜੀਆਂ ਚੀਜ਼ਾਂ ਤੁਸੀਂ ਜਿੰਨੀਆਂ ਚੀਜ਼ਾਂ ਦੇਖ ਰਹੇ ਹੋ, 70% ਚੀਜ਼ਾਂ ਦੇ ਮੈਨੂੰ ਪੈਸੇ ਨਹੀਂ ਮਿਲੇ। ਮੈਂ ਤੁਹਾਡੇ ਜ਼ਰੀਏ ਕਹਿ ਰਿਹਾ, ਸਰਕਾਰ ਨੂੰ ਕਹਿ ਰਿਹਾ, ਤਾਲ ਠੋਕ ਕੇ ਕਹਿ ਰਿਹਾ, ਜੇ ਜਾਂ ਤਾਂ ਮੈਨੂੰ ਝੂਠਾ ਪਾਓ। ਆ ਜਿਹੜਾ ਸਿਸਟਮ ਆ ਫਲੈਗ ਤੋਂ ਲੈ ਕੇ AC ਤੋਂ ਲੈ ਕੇ ਆ ਬਾਗ ਵਗੈਰਾ ਜਿੰਨਾ ਸਿਸਟਮ ਹੈ, ਇਹਦਾ ਕੋਈ ਪੈਸਾ ਦਿੱਤਾ ਤਾਂ ਮੈਨੂੰ ਝੂਠਾ ਪਾਓ। ਆ ਦੇਖੋ ਬਿੱਲ ਚੜੇ ਵੇ, ਇਹਦਾ ਪੈਸਾ ਦੇਤਾ। ਠੀਕ ਆ। ਪਰ ਇਹ ਮਨ 'ਚ ਇੱਕ ਵਿਸ਼ਵਾਸ ਸੀ ਯਾਰ ਪਿੰਡ ਨੂੰ ਬਣਾਉਣਾ, ਵੀ ਪਿੰਡ ਨੂੰ ਇੱਕ ਮੈਨੂੰ ਕੋਈ ਜਿਹੜੀ ਜਿੱਤ ਦਿਵਾਈ ਆ, ਆਮ ਜਿੱਤ ਥੋੜੀ ਦਿਵਾਈ ਆ ਲੋਕਾਂ ਨੇ। ਮੈਨੂੰ ਹਿਸਟਰੀਕਲ ਵਿਨ ਦਿਵਾਈ ਆ ਜੀ। 4752 ਵੋਟਾਂ ਕੱਲੇ ਨੂੰ ਪੋਲ ਹੋਈਆਂ। ਟੋਟਲ ਕਿੰਨੀਆਂ ਸੀ? 7800 ਵੋਟ ਪੋਲ ਹੋਈ ਸੀ। 10,303 ਟੋਟਲ ਵੋਟ ਸੀ। 7800 ਵੋਟ ਕੋਲ ਪੋਲ ਹੋਈ ਸੀ। ਉਹਦੇ ਵਿੱਚੋਂ ਮੈਨੂੰ 5000 ਵੋਟ ਪੈ ਰਹੀ ਆ। ਤੇ ਆਸਾਂ ਉਮੀਦਾਂ ਕੀ ਹੋਣਗੀਆਂ ਮੇਰੇ ਪਿੰਡ ਦੀਆਂ ਮੈਥੋਂ? ਜੀ ਤੁਸੀਂ ਸਮਝ ਸਕਦੇ ਹੋ ਨਾ ਕੀ ਆਸਾਂ ਉਮੀਦਾਂ ਹੋਣਗੀਆਂ। ਉਹਨਾਂ ਆਸਾਂ ਉਮੀਦਾਂ ਤੇ ਖਰੇ ਉਤਰਨਾ, ਕਿੰਨਾ ਮੇਰੇ ਤੇ ਪ੍ਰੈਸ਼ਰ ਹੋ। ਪਹਿਲੇ ਸਾਲ ਵਿਰੋਧੀਆਂ ਨੇ, ਲੀਡਰਸ਼ਿਪ ਨੇ ਮੇਰਾ ਕੰਮ ਰੋਕਤਾ। ਕੰਮ ਰੋਕਤਾ ਤਾਂ ਜੇਬ 'ਚੋਂ ਕੰਮ ਕਰਵਾਉਣੇ ਪਏ। ਲੋਕਾਂ ਨੂੰ ਕੁਛ ਤਾਂ ਮੈਂ ਦਿਖਾਉਣਾ ਸੀ ਕੰਮ ਕਰਕੇ। ਸੋ ਕੰਮ ਰੋਕੀ ਗਏ, ਕੰਮ ਕਰਵਾਈ ਗਿਆ। ਕਿਸੇ ਚੀਜ਼ ਦੇ ਪੈਸੇ ਨਹੀਂ ਦੇਣੇ, ਫਿਰ ਵੀ ਕਰਵਾ ਦੇਣੇ ਧੱਕੇ ਨਾਲ। ਸੋ ਇਹ ਚੀਜ਼ਾਂ ਨੂੰ ਲੈ ਕੇ ਆ ਸਿਸਟਮ ਹੈਗਾ ਇਹ ਸਿਸਟਮ। ਅੱਛਾ, ਇੱਕ ਇਹ ਪੰਚਾਇਤ ਭਵਨ ਆਪਾਂ ਦੇਖ ਲਿਆ, ਇਹਦੇ ਵਿੱਚ ਦੇ ਅੰਦਰ ਜਿਹੜੀ ਸ਼ਾਨੋ ਸ਼ੌਕਤ ਦੇਖ ਲਈ, ਪਰ ਇਹ ਤੋਂ ਬਿਨਾਂ ਜੇ ਗੱਲ ਕਰਨੀ ਹੋਵੇ ਪਿੰਡ ਦੇ ਵਿੱਚ ਹੋਰ ਕਿਹੜੇ ਵਿਕਾਸ ਦੇ ਕਾਰਜ ਜਿਹੜੇ ਤੁਹਾਡੀ ਟਰਮ ਦੌਰਾਨ ਹੋਏ ਹੋਣ? ਦੇਖੋ ਸਾਡਾ ਜਿਹੜਾ ਵੱਡਾ ਪਿੰਡ ਆ, ਵੱਡੇ ਰੋਡਸ ਨੇ ਸਾਡੇ ਪਿੰਡ। ਠੀਕ ਹੈ ਜੀ। ਸਾਰੇ ਰੋਡਸ ਮਤਲਬ ਉਹਨਾਂ ਦਾ ਡੈਮੇਜ ਹੋ ਗਏ ਸੀ। ਜਿੰਨੇ ਰੋਡ ਨੇ ਵੱਡੀਆਂ ਉੱਥੇ ਚਾਲੇ। ਸੋ ਉਹਨਾਂ ਰੋਡਾਂ ਨੂੰ ਜੇ ਚਾਲੇ ਮਾਰਨੇ ਨੇ ਤੇ ਵਿਭਾਗ ਤਾਂ ਕਹਿੰਦਾ ਮਿੱਟੀ ਤੁਹਾਡੀ ਹੋਊਗੀ, ਪਿੰਡ ਦੀ ਹੋਊਗੀ। ਠੀਕ ਹੈ। ਕਮੇਟੀਆਂ ਨੂੰ ਲੈ ਕੇ, ਹੋਰ ਸਾਰੇ ਸਿਸਟਮ ਨੂੰ ਲੈ ਕੇ ਮਿੱਟੀ ਮੁੱਟੀ ਪਵਾ ਕੇ ਉਹ ਸਾਰੇ ਰੋਡ ਚਾਲੇ ਮਰਵਾਏ ਜਿੰਨੇ ਪਿੰਡ ਦੇ ਵੱਡੇ ਸੀ, ਜਿੱਥੇ ਲੋਕਾਂ ਦਾ ਲੰਘਣਾ ਦੁੱਭਰ ਸੀ। ਫਿਰ ਸਾਰਾ ਜਿਹੜਾ ਡਰੇਨੇਜ ਸਿਸਟਮ ਸੀਗਾ ਜਾਂ ਸਾਰੀਆਂ ਗਲੀਆਂ ਸੀਗੀਆਂ, ਉਹਨਾਂ ਦਾ ਵੱਡੇ ਪੱਧਰ ਤੇ ਇੰਟਰਲੌਕ ਪਹਿਲੀ ਵਾਰ ਦੇਖੀ ਸਾਡੇ ਪਿੰਡ ਨੇ, ਇੰਟਰਲੌਕ ਕੀਤੇ। ਉਸ ਤੋਂ ਬਾਅਦ ਪਾਰਕਸ ਬਣਾਏ। ਸਭ ਤੋਂ ਵੱਡਾ ਸਿਸਟਮ ਸੀਵਰੇਜ ਸਿਸਟਮ। ਠੀਕ ਹੈ। 2.5 ਫੁੱਟ ਡਾਈ ਦੇ ਘੱਟੋ ਘੱਟ 4 ਕਿਲੋਮੀਟਰ ਦੇ ਪਾਈਪਲਾਈਨ ਪਾਸ ਕਰਵਾਤੀ। ਠੀਕ ਹੈ। 70-80 ਲੱਖ ਰੁਪਈਆ ਲੱਗਿਆ। ਛੱਪੜਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਹੈਗਾ ਸਾਰਾ ਸਿਸਟਮ, ਪਿੰਡ 'ਚ ਫਲੱਡ ਦਾ ਖਤਰਾ ਸੀਗਾ, ਸਾਰੇ ਚੋਕ ਹੋ ਗਏ ਸੀ, ਉਹਨਾਂ ਦਾ ਨਵੀਨੀਕਰਨ ਵਾਸਤੇ ਵੱਖ-ਵੱਖ ਸਮੇਂ ਆਵਾਜ਼ ਉਠਾਉਂਦੇ ਰਹੇ। ਜੇ ਅੱਜ ਮੇਰੇ ਸਟੇਡੀਅਮ ਦਾ ਕੰਮ ਹੋ ਰਿਹਾ, ਸਰਕਾਰ ਨੇ ਪੈਸਾ ਦਿੱਤਾ 50 ਲੱਖ ਰੁਪਈਆ, ਉਹ 1.5 ਮਹੀਨੇ ਪਹਿਲਾਂ ਪੈਸਾ ਦਿੱਤਾ, ਹੁਣ ਕੰਮ ਹੋ ਰਿਹਾ। ਤਾਂ ਅਸੀਂ ਆਵਾਜ਼ ਬਣੇ ਨਾ, ਖੜੇ ਲੀਡਰਸ਼ਿਪ। ਕਦੇ ਲੀਡਰਸ਼ਿਪ ਖਿਲਾਫ ਤੁਸੀਂ ਖੜ ਜਾਓ, ਉਦੋਂ ਬਾਅਦ ਪੈਸਾ ਆਉਂਦਾ ਹੁੰਦਾ ਪਿੰਡ 'ਚ। ਮੈਂ ਇਹ ਸਿਸਟਮ ਵੀ ਡਿਵੈਲਪ ਕਰ ਲਿਆ ਵੀ ਮੈਂ ਲੀਡਰਸ਼ਿਪ ਖਿਲਾਫ ਵੀ ਖੜ ਜਾਂ ਤਾਂ ਪੈਸਾ ਆਵੇ। ਇੱਕ ਸਿਸਟਮ ਬਣਾਤਾ ਵੀ ਤੁਸੀਂ ਵਾਜਦ ਹੋ ਜਾਓਗੇ, ਤੁਸੀਂ ਮਜਬੂਰ ਹੋ ਜਾਓਗੇ ਮੇਰੇ ਪਿੰਡ ਇਹ ਕੰਮ ਕਰਵਾਉਣ ਵਾਸਤੇ। ਠੀਕ ਹੈ। ਜਾਂ ਹੁਣ ਮਹੱਲਾ ਕਲੀਨਿਕ ਸੀਗਾ ਤੇ ਵੱਡਾ ਪਿੰਡ ਆ, ਸਰਕਾਰੀ 2 ਹਸਪੀਟਲ ਨੇ ਸਾਡੇ ਪਿੰਡ। ਪੁਰਾਣਾ ਪਿੰਡ ਹੈ,
ਸੋ ਉੱਥੇ ਤਾਂ ਅਸੀਂ ਹੋਰ ਪਲੱਸ ਚਾਹੁੰਦੇ ਸੀ ਨਾ ਚੀਜ਼ਾਂ। ਤੁਸੀਂ ਆ ਦੁਕਾਨਾਂ ਦੇਖੀਆਂ ਪੰਚਾਇਤ ਕਰਦੀਆਂ, ਅਸੀਂ ਚਾਹੁੰਦੇ ਸੀ ਤੁਸੀਂ ਇੱਥੇ ਆਪਣਾ ਮਹੱਲਾ ਕਲੀਨਿਕ ਡਿਵੈਲਪ ਕਰ ਲਓ ਜੀ। ਅਸੀਂ ਤੁਹਾਡਾ ਮਹੱਲਾ ਕਲੀਨਿਕ ਨੂੰ ਨਿੰਦੇ ਥੋੜ੍ਹੀ ਆ, ਅਸੀਂ ਕਹਿੰਦੇ ਆ ਵਧੀਆ ਸਿਸਟਮ ਆ। ਪਰ ਪੁਰਾਣੇ ਸਿਸਟਮ ਤੇ ਕਾਬਜ ਹੋ ਗਏ ਮਹੱਲਾ ਕਲੀਨਿਕ, ਇਹ ਤਾਂ ਨਹੀਂ ਮੈਂ ਕਦੇ ਸੁਣਿਆ ਸੀ। ਉਹ ਸਾਰਾ ਸਿਸਟਮ ਬੰਦ ਕਰਕੇ ਸੋ ਉੱਥੇ ਵਿਰੋਧ 'ਚ ਵੀ ਬੈਠਾ, ਜਿੱਥੇ ਲੋੜ ਪਈ ਸਰਕਾਰਾਂ ਦੇ ਖਿਲਾਫ ਵੀ ਖੜਿਆ, ਜਿੱਥੇ ਲੋੜ ਪਈ ਆਪਦਿਆਂ ਨੂੰ ਨਾਲ ਲੈ ਕੇ ਵੀ ਤੁਰਿਆ। ਸੋ ਟੀਮ ਵਰਕ ਦਾ ਨਤੀਜਾ ਬਾਈ ਜੀ ਇਹ ਸਾਰਾ। ਹਾਂ, ਮੈਂ ਪਿੱਛੇ ਦੇਖ ਰਿਹਾ ਪਿੰਡ ਦਾ ਲੋਗੋ ਮੈਂ ਵੇਖਿਆ ਨਹੀਂ ਕਦੇ ਅੱਜ ਤੱਕ ਵੀ ਕਿਸੇ ਪਿੰਡ ਦਾ ਆਪਦਾ। ਤੁਸੀਂ ਆ ਪਿੰਡ ਦਾ ਲੋਗੋ ਵੀ ਤਿਆਰ ਕਰਾਇਆ, ਪਿੰਡ ਦਾ ਝੰਡਾ ਵੀ ਤਿਆਰ ਕਰਾਇਆ ਵਾ, ਇਹਦਾ ਆਈਡੀਆ ਕਿਵੇਂ ਦਿਮਾਗ 'ਚ ਆਇਆ? ਦੇਖੋ ਪਿੰਡ ਦਾ ਲੋਗੋ ਮਤਲਬ ਸਾਡਾ ਜਿਹੜਾ ਪੰਚਾਇਤੀ ਲੈਟਰ ਪੈਡ ਆ ਉਸ ਤੇ ਲੋਗੋ ਆ, ਤੇ ਇਹ ਇੱਕ ਲੋਗੋ ਆ ਯੂਨਿਟੀ ਦਾ ਪ੍ਰਤੀਕ ਆ, ਆਪਸੀ ਭਾਈਚਾਰੇ ਦਾ। ਜਿਹੜਾ ਇਹਨੂੰ ਲੈ ਕੇ ਇਹ ਦੋ ਲੋਗੋ ਸੀ ਸਾਡੇ ਕੋਲੇ, ਦੋਨਾਂ ਚੋਂ ਚੂਜ਼ ਕਰਨਾ ਸੀ। ਸੋ ਸਾਡੇ ਪਿੰਡ ਦਾ ਪੇਜ ਆ ਪਿੰਡ ਸਹਿਣਾ, ਤੇ ਸੋਸ਼ਲ ਮੀਡੀਆ ਤੇ ਪਾ ਕੇ ਲੋਕਾਂ ਤੋਂ ਰਾਏ ਲਈ ਵੀ ਆਪਾਂ ਇੱਕ ਪਿੰਡ ਦਾ ਇਹ ਲੋਗੋ ਬਣਾਉਣਾ, ਕਿਹੜਾ ਬਣਾਈਏ। ਸੋ 90% ਲੋਕਾਂ ਨੇ ਇਹ ਚੂਜ਼ ਕੀਤਾ। ਉਸ ਤੋਂ ਬਾਅਦ ਪਿੰਡ ਦਾ ਲੋਗੋ ਬਣਾਇਆ। ਸੋ ਹੋਰ ਕਾਫੀ ਚੀਜ਼ਾਂ ਨੇ। ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹੁੰਦਾ, ਤੁਸੀਂ ਕਿਸੇ ਵੀ ਪਿੰਡ ਜਾਓਗੇ ਤਾਂ ਤੁਹਾਨੂੰ ਪਿੰਡ ਦੀ ਫਾਈਲ ਨਹੀਂ ਮਿਲਣੀ। ਆਹ ਫਾਈਲ ਵੀ ਆ ਸਾਡੇ ਪਿੰਡ ਦੀ। ਅੱਛਾ, ਦਫ਼ਤਰਾਂ 'ਚ ਜਿੱਥੇ ਜਾਂਦੇ ਆ ਗ੍ਰਾਮ ਪੰਚਾਇਤ ਪਿੰਡ ਸਹਿਣਾ, ਆਹ ਲੋਗੋ ਦੀ ਫਾਈਲ, ਠੀਕ ਆ। ਇਸ ਤਰ੍ਹਾਂ ਦੀਆਂ ਸਾਡੇ ਕੋਲ 100 ਤਰ੍ਹਾਂ ਦੀਆਂ ਫਾਈਲਾਂ ਨੇ, ਜਿਹ 'ਚ ਅੱਡ-ਅੱਡ 100 ਤਰ੍ਹਾਂ ਦੇ ਰਿਕਾਰਡ ਨੇ, ਅੱਡ-ਅੱਡ ਤਰ੍ਹਾਂ ਦੇ। ਜਿਵੇਂ ਕੋਈ ਅਸੀਂ ਪੰਚਾਇਤੀ ਫੈਸਲਾ ਕਰਾਇਆ, ਫੈਸਲੇ ਦੀ ਕਾਪੀ ਆ ਸਾਡੇ ਕੋਲ, ਕਿੰਨੇ ਫੈਸਲੇ ਕਰਾ ਚੁੱਕੇ ਆ। ਹਰ ਚੀਜ਼ ਦਾ ਮਤਲਬ ਰਿਕਾਰਡ ਰੱਖਿਆ ਪਿੰਡ ਦਾ, ਵੀ ਐ ਨਹੀਂ ਵੀ ਕੋਈ ਚੀਜ਼ ਵੀ ਸਿਸਟਮ ਨਾਲ ਕਰਨਾ ਚਾਹੁੰਦੇ ਸੀ ਵੀ ਹੁਣ ਇੰਨਾ ਪੜ੍ਹ ਲਿਖ ਕੇ ਵੀ ਫਿਰ ਉਹੀ ਗਵਾਰਾ ਮੰਗੂ ਜਾਂ ਦੂਜੇ ਦੇ ਸਿਰ ਤੇ ਸਰਪੰਚੀਆਂ ਕਰੀਏ ਜਾਂ ਬਲਾਕ ਆਫੀਸਰ ਹੀ ਸਾਡੀਆਂ ਸਰਪੰਚੀਆਂ ਕਰਨ, ਫਿਰ ਤਾਂ ਕੋਈ ਸਾਡਾ ਰਹਿ ਨਹੀਂ ਗਿਆ। ਫਿਰ ਸਾਡਾ ਕਾਹਦਾ ਸਿਸਟਮ ਰਹਿ ਗਿਆ? ਫਿਰ ਉਹਨਾਂ ਨਾਲ ਪੂਰੀ ਟਸਨ ਵੀ ਪਈ। ਸੈਕਟਰੀ ਜਿਹੜਾ ਕੰਮ ਨਹੀਂ ਕਰਦਾ ਸੀ ਪੂਰਾ ਉਹਦੇ ਨਾਲ, ਉਹ ਸਰਪੰਚ ਸੈਕਟਰੀ ਤੋਂ ਡਰੀ ਜਾਂਦੇ ਹੁੰਦੇ ਬਹੁਤ ਹੱਦ ਤੱਕ ਤਾਂ ਯਾਰ, ਵੀ ਸੈਕਟਰੀ ਜਿਵੇਂ ਕਹੂਗਾ ਸੈਕਟਰੀ ਜੀ ਐਂ ਕਰੂਗਾ। ਹਾਲਾਂਕਿ ਸੈਕਟਰੀ ਸਰਪੰਚ ਦਾ ਕਲਰਕ ਹੁੰਦਾ। ਸੈਕਟਰੀ ਨਾਲ ਕਾਫੀ ਵਾਦ ਵਿਵਾਦ ਰਿਹਾ ਪਹਿਲੇ ਨਾਲ, ਜਿਹੜਾ ਕੰਮ ਰੋਕਦਾ ਸੀ। ਠੀਕ ਹੈ, ਪਰਚਾ ਉਹਨੇ ਕਰਾਤਾ ਜ਼ਮਾਨਤ ਲਈ, ਠੀਕ ਆ। ਦੂਸਰਾ ਸੈਕਟਰੀ ਆਇਆ ਵਧੀਆ ਕੋਆਪਰੇਟ ਕਰਨ ਵਾਲਾ ਆਇਆ, ਤੇ ਉੱਥੇ ਅਸੀਂ ਇਹ ਵੀ ਸੋਚ ਡਿਵੈਲਪ ਕੀਤੀ ਵੀ ਤੁਸੀਂ ਸਾਡੇ ਨੌਕਰ ਨਹੀਂ ਹੋ, ਸਾਡੇ ਸਾਥ ਦੇਣ ਵਾਲੇ ਹੋ। ਤੇ ਉਹਦੇ ਨਾਲ ਮਿਲ ਕੇ ਪਿੰਡ ਦੀ ਡਿਵੈਲਪਮੈਂਟ ਵੀ ਕਰਾਈ। ਸੋ ਅਫਸਰਸ਼ਾਹੀ, ਜਿਹੜੀ ਵੀ ਅਫਸਰਸ਼ਾਹੀ ਪਿੰਡ ਦੇ ਕੰਮਾਂ ਕਾਰਾਂ 'ਚ ਡਿੱਕਾ ਬਣੀ, ਉਹ ਉੱਥੇ ਗਰਦਨ ਗੱਡ ਕੇ ਮੂਹਰੇ ਖੜ ਗਿਆ ਵਿਰੋਧ 'ਚ ਉਹਨਾਂ ਦੇ। ਜਿਨ੍ਹਾਂ ਨੇ ਸਾਡੇ ਪਿੰਡ ਦੇ ਕੰਮਾਂ ਕਾਰਾਂ 'ਚ ਸਹਿਯੋਗ ਕੀਤਾ, ਉੱਥੇ ਦੰਡੌਤ ਕਰਦਾ ਗਿਆ ਮੈਂ ਉਹਨਾਂ ਕੋਲ ਵੀ ਠੀਕ ਆ ਭਾਈ, ਤੁਹਾਡਾ ਸਤਿਕਾਰ, ਸਨਮਾਨ ਲਾ ਲਓ, ਟੂਰਨਾਮੈਂਟ ਲਾ ਲਓ, ਖੇਡ ਲਾ ਲਓ। ਮਤਲਬ ਸਾਡਾ ਜਿਹੜਾ ਮੇਨ ਫੋਕਸ ਸੀਗਾ ਨਾ, ਇਹ ਆ ਸਾਡਾ ਹੈਗਾ ਇਲੈਕਸ਼ਨ ਮੈਨੀਫੈਸਟੋ ਜਿਹਨੂੰ ਕਹਿ ਦਿੰਦੇ ਆ, ਅਸੀਂ ਜਾਰੀ ਕੀਤਾ ਪਿੰਡ ਦਾ। ਓਕੇ, ਇਲੈਕਸ਼ਨ ਮੈਨੀਫੈਸਟੋ ਆ, ਉਹ 'ਚ ਜਿਹੜੀਆਂ 8-10 ਜਿਹੜੀਆਂ ਮੈਂ ਕੰਮ ਕਰਨੇ ਆ ਉਹ ਗਣਾਏ ਨੇ। ਠੀਕ ਹੈ, ਉਹ 'ਚ ਸਭ ਤੋਂ ਪਹਿਲਾਂ ਮੈਂ ਅੱਜ ਸਰਕਾਰ ਕਹਿ ਰਹੀ ਹੈ ਨਾ, ਅਸੀਂ ਤਾਂ ਸ਼ੁਰੂ ਤੋਂ ਇਸ 3 ਸੈਕਟਰਾਂ 'ਤੇ ਕੰਮ ਕਰ ਰਹੇ ਹਾਂ, ਐਜੂਕੇਸ਼ਨ, ਸਪੋਰਟਸ ਐਂਡ ਹੈਲਥ। ਠੀਕ ਹੈ, ਤਿੰਨਾਂ ਵਾਸਤੇ ਕੰਮ ਕਰਨਾ ਚਾਹੁੰਦੇ ਸੀ ਪਿੰਡ 'ਚ। ਜਿਵੇਂ ਤੁਸੀਂ ਪੁੱਛਿਆ ਪਿੰਡ 'ਚ ਕੀ ਕੰਮ ਕਰਾਏ ਨੇ, ਐਜੂਕੇਸ਼ਨ ਦਾ ਲਾ ਲਈਏ ਤਾਂ ਜਿੰਨੇ ਸਾਡੇ ਸਕੂਲ ਨੇ, 4 ਸਕੂਲ ਨੇ 5 ਸਰਕਾਰੀ ਸਹਿਣੇ 'ਚ, ਸਾਰਿਆਂ ਦਾ ਮਤਲਬ ਰੀਬਿਲਡ ਕਰਾਇਆ। ਜਿੱਥੇ ਜਿਹੜੀ ਚੀਜ਼ ਦੀ ਲੋੜ ਪਈ, ਸਪੋਰਟਸ ਵਾਸਤੇ ਕੋਈ ਚੀਜ਼ ਦੀ ਲੋੜ ਪਈ, ਮੋਟਰ ਵਾਸਤੇ ਕੋਈ ਚੀਜ਼ ਦੀ ਲੋੜ ਪਈ, ਇੰਟਰਲੌਕ ਦੀ ਲੋੜ ਪਈ, ਬੱਚਿਆਂ ਨੂੰ ਕੋਈ ਸਮਾਨ ਵੰਡਣਾ, ਜਿਸ ਤਰ੍ਹਾਂ ਦੀ ਵੀ ਲੋੜ ਪਈ। ਤੇ ਸਿੰਗਲਾ ਜੀ ਨੇ ਗ੍ਰਾਂਟ ਦਿੱਤੀ 50-60 ਲੱਖ ਦੀ, ਸਿੱਖਿਆ ਮੰਤਰੀ ਸੀ, ਉਸ ਦੇ ਨਾਲ ਸਾਰਾ ਜਿੰਨਾ ਬਿਲਡਿੰਗ ਉੱਥੇ ਬਣਾਈਆਂ। ਉਸ ਤੋਂ ਬਾਅਦ ਸਪੋਰਟਸ ਦੇ ਖੇਤਰ 'ਚ ਸਾਡੇ ਪਿੰਡ ਵੱਡੇ ਟੂਰਨਾਮੈਂਟ ਹੁੰਦੇ ਨੇ। ਠੀਕ ਹੈ, ਪਹਿਲੇ ਸਾਲ 2019 'ਚ ਟੂਰਨਾਮੈਂਟ 'ਚ ਗਏ ਤਾਂ 45,000 ਰੁਪਇਆ ਕੋਲੋਂ ਫੰਡ ਟੂਰਨਾਮੈਂਟ, ਠੀਕ ਹੈ, ਜਿਸ ਦੇ ਸਾਡੇ ਕੋਲੇ ਰਿਕਾਰਡ ਨੇ। ਉਸ ਤੋਂ ਬਾਅਦ 11,5100 ਤੋਂ ਕਦੇ ਪਰਚੀ ਘੱਟ ਨਹੀਂ। ਠੀਕ ਹੈ, ਰਿਕਾਰਡ ਅਨੁਸਾਰ ਕਹਿ ਰਹੇ ਹਾਂ। ਪਰ ਜਿਹੜਾ ਸਰਪੰਚ ਇਹ ਆਪਦੀ ਜੇਬ 'ਚੋਂ ਦੇ ਰਿਹਾ, ਤੁਸੀਂ ਇਹ ਚੀਜ਼ ਦੀ ਜਾਂਚ ਕਰੋ ਵੀ ਇਹਨੇ ਕਿਤੇ ਸਰਕਾਰੀ ਖਰਚੇ 'ਚ ਪਾਇਆ। ਸਰਕਾਰੀ ਖਰਚੇ 'ਚ ਨਹੀਂ, ਜੋ ਕੁਝ ਦਿੱਤਾ ਜੇਬ 'ਚੋਂ ਦਿੱਤਾ। ਆ ਪਿੱਛੇ ਜੇ ਫਰਵਰੀ 'ਚ ਟੂਰਨਾਮੈਂਟ ਹੋਇਆ, ਕਬੱਡੀ ਟੂਰਨਾਮੈਂਟ, 11,000 ਰੁਪਇਆ ਉਹਨਾਂ ਨੂੰ ਦਿੱਤਾ। ਸੋ ਇਹ ਜਿਹੜੀਆਂ ਸਾਡੀਆਂ ਪਿੰਡ ਦੇ ਪ੍ਰਤੀ ਜਿਹੜੀ ਲਗਨ ਆ, ਉਸ ਨੂੰ ਦੇਖਦੇ ਕੰਮ ਕਰ ਰਹੇ ਆ। ਪੈਸਾ ਕਾਫੀ ਲੱਗਿਆ ਜੇਬ 'ਚੋਂ, ਕੋਈ ਪ੍ਰੋਬਲਮ ਨਹੀਂ। ਬੱਚੇ, ਕੋਈ ਛੋਟੇ ਬੱਚੇ ਐਜੂਕੇਸ਼ਨ ਜਾਂ ਸਪੋਰਟਸ 'ਚ ਪਿੰਡ ਦਾ ਨਾਂ ਰੋਸ਼ਨ ਕਰ ਰਹੇ ਆ, ਉਹਨਾਂ ਦਾ ਮੈਡਲ ਨਾਲ ਸਨਮਾਨ, ਉਹਨਾਂ ਦਾ ਇੱਥੇ ਬੁਲਾ ਕੇ ਸਨਮਾਨ, ਕੈਸ਼ ਨਾਲ ਸਨਮਾਨ। ਕੋਈ ਸੀਨੀਅਰ ਪਲੇਅਰ ਕਰ ਰਹੇ ਆ, ਕੋਈ ਬਾਡੀ ਬਿਲਡਰ ਆ ਸਾਡੇ ਗਗਨ ਮੁੰਡਾ, 2-3 ਵਾਰੀ ਉਹਨੇ ਇੰਟਰਨੈਸ਼ਨਲ ਪੱਧਰ ਤੇ ਚੀਜ਼ਾਂ ਜਿੱਤੀਆਂ, ਉਹਦਾ ਕੈਸ਼ ਨਾਲ 11,000 ਰੁਪਏ ਨਾਲ ਸਨਮਾਨ। ਸਪੋਰਟਸ ਦੇ ਖੇਤਰ 'ਚ ਜਿਹੜੇ ਸਾਡੇ ਸਤਿਕਾਰਯੋਗ ਨਗਰ ਨਿਵਾਸੀ ਨੇ, ਸੋਸ਼ਲ ਵਰਕਰ ਨੇ,
ਜਾਂ ਪਿੰਡ ਦੇ ਹੋਰ ਮੋਤਬਰ ਜਾਂ ਕਮੇਟੀਆਂ ਨੇ ਉਹਨਾਂ ਤੋਂ ਸਪੋਰਟਸ ਦਾ ਢਾਂਚਾ ਜਿਹੜਾ ਵਧੀਆ ਸਟਰੋਂਗ ਕਰਨ ਵਾਸਤੇ ਕਿੱਟਾਂ ਤੋਂ ਲੈ ਕੇ ਹਰ ਚੀਜ਼ ਪ੍ਰੋਵਾਈਡ ਕਰਾਈ। ਐਜੂਕੇਸ਼ਨ ਤੇ ਸਪੋਰਟ, ਹੈਲਥ ਆ ਜਿਹੜਾ ਹੈਲਥ ਵਾਸਤੇ ਅਸੀਂ ਬਲਬੀਰ ਸਿੰਘ ਸਿੱਧੂ ਸੀ ਹੈਲਥ ਮਿਨਿਸਟਰ, ਉਹਨਾਂ ਤੋਂ 24x7 ਦੀ ਇੱਕ ਸਹੂਲਤ ਪਿੰਡ ਵਾਸਤੇ ਪਾਸ ਕਰਵਾ ਕੇ ਲਿਆਈ ਸੀ। ਠੀਕ ਹੈ। ਉਸ ਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਪਰ ਉਹ ਸਾਰੀਆਂ ਲਾਗੂ ਨਹੀਂ ਹੋ ਸਕੀਆਂ। ਤੇ ਉਸ ਤੋਂ ਬਾਅਦ ਹੁਣ ਆਹ ਜਿਹੜੀ ਸਰਕਾਰ ਆ ਹੈਲਥ ਵਾਸਤੇ ਅਸੀਂ ਅਜੇ ਪਿਛੜੇ ਨੇ। ਕੋਈ ਛੋਟੀ ਜੀ ਗੱਲ ਹੁੰਦੀ ਆ ਤਾਂ ਐਡਾ ਵੱਡਾ ਨਗਰ ਆ, ਡਾਕਟਰਸ ਵਾਸਤੇ ਬਰਨਾਲੇ ਜਾਣਾ ਪੈਂਦਾ। ਠੀਕ ਹੈ। ਤੇ ਉਹ ਉਸ ਮੈਡੀਕਲ ਸਹੂਲਤ ਵਾਸਤੇ ਅਸੀਂ ਲੜ ਰਹੇ ਸੀ ਇਹਨਾਂ ਚੀਜ਼ਾਂ ਹਾਂ। ਅੱਛਾ, ਇੱਕ ਗੱਲ ਦੱਸਿਓ, ਜਿਵੇਂ ਤੁਹਾਡਾ ਇਹ ਪੀਰੀਅਡ ਦੇ ਨਾਲ ਸਮੱਸਿਆਵਾਂ ਇਹਦੇ ਦੌਰਾਨ ਕਿਹੜੇ, ਚਲੋ ਇਹ ਤਾਂ ਆਖਰੀ ਹੈ, ਹੁਣ ਇਹ ਤਾਂ ਅੰਤਮ ਹੀ ਆ ਗਈ ਵੀ ਤੁਹਾਨੂੰ ਪਾਸੇ ਹੀ ਕਰ ਦਿੱਤਾ ਗਿਆ, ਇਹਦੇ ਦੌਰਾਨ ਵੀ ਹੁੰਦਾ ਹੈ ਕਿ ਚੱਲਦੇ ਕੰਮ ਦੇ ਦੌਰਾਨ ਜਦੋਂ ਕੰਮ ਕਰਦੇ ਸੀ ਉਦੋਂ ਉੜਿੱਕੇ ਕਿੰਨੇ ਕਢਾਏ ਗਏ, ਉਦੋਂ ਪਰੇਸ਼ਾਨ ਕਿੰਨਾ ਕੁ ਹੋਏ, ਉਦੋਂ ਕਿਸ ਤਰੀਕੇ ਦੇ ਨਾਲ ਫਿਰ ਸਾਰੀਆਂ ਚੀਜ਼ਾਂ ਨੂੰ ਸਿਰੇ ਚਾੜਿਆ? ਦੇਖੋ, ਪਰੇਸ਼ਾਨ ਤਾਂ ਇਸ ਕਦਰ ਹੋਏ ਵੀ ਸਭ ਤੋਂ ਵਧੀਆ ਪਹਿਲਾਂ ਤਾਂ ਆਪਣਾ ਸੈਲਫ ਸੁਰੱਖਿਆ ਨਾ, ਆਪਦੀ ਸੁਰੱਖਿਆ ਨਾ, ਆਤਮ ਰੱਖਿਆ ਸਭ ਤੋਂ ਪਹਿਲਾਂ ਨਾ, ਉਹ ਵੀ ਸਾਥੋਂ ਖੋਹ ਲਈ ਗਈ। ਮੇਰਾ ਇੱਕ ਅਸਲਾ ਸੀਗਾ, ਉਹਨਾਂ ਨੂੰ ਨਜਾਇਜ਼ ਕਾਰਨਾ ਕਰਕੇ 4 ਸਾਲ ਮੇਰਾ ਸਸਪੈਂਡ ਕਰਤਾ ਅਸਲਾ, ਉਸ ਤੋਂ ਵੀ ਵਾਂਝੇ ਕਰਤਾ। ਤੇ ਮੇਰੀ ਜਿਹੜੀ ਸੁਰੱਖਿਆ ਉਹ ਹੀ ਰੱਬ ਭਰੋਸੇ ਸੀ। 2 ਵਾਰੀ ਬੰਦੇ ਮਾਰਨ ਆਏ, ਹਥਿਆਰਾਂ ਸਮੇਤ ਪੁਲਿਸ ਨੇ SSP ਨੇ ਫੜ ਲਏ। ਉਸ ਤੋਂ ਬਾਅਦ ਅਸਲਾ ਜਾਰੀ ਕੀਤਾ ਗਿਆ। ਸਰਕਾਰਾਂ ਦੀ ਇਹ ਫੇਲੀਅਰ ਆ। ਹੁਣ ਜੇ ਅਸੀਂ ਸਮਾਜ 'ਚ ਲੜੇ, ਅਸੀਂ ਤਾਂ ਨਸ਼ਿਆਂ ਦੇ ਖਿਲਾਫ ਵੀ ਲੜੇ, ਪਿੰਡ 'ਚ ਐਕਸ਼ਨ ਵੀ ਕੀਤਾ, ਜਾ ਕੇ ਘਰਾਂ 'ਚ ਜਾ ਕੇ ਜਿਹੜੇ ਨਸ਼ੇ ਵੇਚਦੇ ਸੀ ਫੜ ਛਿੱਤਰ ਵੀ ਮਾਰੇ, ਕੁੱਟੇ ਵੀ। ਠੀਕ ਹੈ। ਹੋਰ ਹੁਣ ਇਹਨਾਂ ਚੀਜ਼ਾਂ ਵਾਸਤੇ ਜੇ ਇੱਕ ਸਰਪੰਚ ਲੜੂਗਾ ਤਾਂ ਉਹਦੇ ਸੈਲਫ ਡਿਫੈਂਸ ਵਾਸਤੇ ਵੀ ਤਾਂ ਕੁਝ ਚਾਹੀਦਾ। ਸਰਪੰਚ ਹੀ ਨਾ ਪੰਜਾਬ 'ਚ ਇੱਕ ਨਾਂ ਬਣ ਗਿਆ ਸੀ, ਸਰਪੰਚ ਦਾ ਨਾਂ ਮਤਲਬ ਧੱਕਾਸ਼ਾਹੀ ਦਾ, ਹੋਰ ਚੀਜ਼ਾਂ ਦਾ ਪ੍ਰਤੀਕ ਬਣ ਗਿਆ ਸੀ ਸਰਪੰਚ। ਠੀਕ ਆ, ਮੈਂ ਸਰਪੰਚ ਦਾ ਨਾਂ ਦਾ ਕਿਤੇ ਮਿਸਯੂਜ਼ ਨਹੀਂ ਜ਼ਿਆਦਾ ਕੀਤਾ। ਥਾਣਿਆਂ 'ਚ ਵੀ ਇਹ ਹੋਣ ਲੱਗ ਗਿਆ ਸੀ, ਸਰਪੰਚ ਆਪ ਬੰਦਾ ਫੜਾ ਕੇ ਆਪ ਛੁਡਾ ਲੈਂਦੇ ਆ ਤੇ ਵਿੱਚੋਂ ਪੁਲਿਸ ਨਾਲ ਕਮਿਸ਼ਨ ਕਰਦੇ ਆ। ਗੱਡੀ ਤੇ ਕਿਤੇ ਸਰਪੰਚ ਨਹੀਂ ਲਿਖਾਇਆ। ਠੀਕ ਹੈ। ਇੱਥੇ ਬੈਠੇ ਆ ਤੇ ਇੱਥੇ ਲੋਕਾਂ ਨੂੰ ਸਤਿਕਾਰਯੋਗਾਂ ਨੂੰ ਕਿਹਾ ਸਵੇਰ ਤੋਂ ਸ਼ਾਮ ਤੱਕ ਇੱਥੇ ਆਉਂਦੇ ਆਪਦੀਆਂ ਸਮੱਸਿਆਵਾਂ ਲੈ ਕੇ ਵੀ ਇੱਥੇ ਇਸ ਛੱਤ ਥੱਲੇ ਹੱਲ ਕਰ ਲਓ। ਜੇ ਇੱਥੋਂ ਤੁਸੀਂ ਥਾਣੇ ਚਲੇ ਗਏ ਫਿਰ ਸਾਨੂੰ ਨਾ ਉੱਥੇ ਬੁਲਾਏ। ਨਹੀਂ ਆਉਂਦੇ ਅਸੀਂ, ਨਹੀਂ ਉੱਥੇ ਨਹੀਂ ਜਾਂਦੇ ਅਸੀਂ ਵੀ ਅਸੀਂ ਉਹਨਾਂ ਦੀਆਂ ਮਿਹਨਤਾਂ ਕਰਨ ਥੋੜ੍ਹੀ ਜਾਣਾ। ਪੁਲਿਸ ਨੇ ਸਾਡੇ ਦੁਆਰਾ ਫੈਸਲਾ ਕਰਵਾਉਣਾ, ਪੰਚਾਇਤ ਦੁਆਰਾ ਫੈਸਲਾ ਕਰਵਾਉਣਾ। ਅਸੀਂ ਕਿਤੇ ਪੁਲਿਸ ਮੂਹਰੇ ਐਂ ਕਰੀਏ, ਕਿਤੇ ਤੁਹਾਡੇ ਮੂਹਰੇ ਐਂ ਕਰੀਏ, ਕਿਸ ਚੀਜ਼ ਵਾਸਤੇ? ਇੱਥੋਂ ਜੇ ਥਾਣੇ ਚਲੇ ਗਏ ਤਾਂ ਤੁਸੀਂ ਉੱਥੇ ਨਿਪੜੋ, ਪਰ ਉੱਥੇ ਜੇ ਕਿਸੇ ਨਾਲ ਜ਼ਿਆਦਤੀ ਹੋ ਰਹੀ ਆ ਥਾਣੇ 'ਚ, ਫਿਰ ਉੱਥੇ ਗਏ ਵੀ ਕਿਸੇ ਨਾਲ ਜ਼ਿਆਦਤੀ ਨਾ ਹੋਵੇ। ਉਹ ਚੀਜ਼ਾਂ ਨੂੰ ਛੱਡ ਕੇ ਅਸੀਂ ਥਾਣਾ ਜਾਣਾ ਜ਼ਿਆਦਾ, ਕੋਈ ਐਂ ਵੀ ਨਹੀਂ ਮੈਂ ਕਹਿੰਦਾ ਵੀ ਥਾਣੇ ਕੋਈ ਭ੍ਰਿਸ਼ਟਾਚਾਰ ਦਾ ਅੱਡਾ ਵੀ ਨਹੀਂ ਗੇ ਵੀ ਮੈਂ ਕਹਿ ਦਿਆਂ ਵੀ ਉੱਥੇ ਜਾਣਾ ਹੀ ਗਲਤ ਆ ਯਾਰ, ਪਰ ਜ਼ਿਆਦਾ ਅਵੋਇਡ ਕੀਤਾ ਉਸ ਚੀਜ਼ ਤੋਂ। ਮਤਲਬ ਕੋਸ਼ਿਸ਼ ਇਹ ਕੀਤੀ ਵੀ ਜਿਹੜੀ ਅਸਲ ਜਿਹੜਾ ਪੰਚਾਇਤ ਦਾ ਕੰਮ ਹੈ ਵੀ ਜਿਹੜਾ ਲੋਕਾਂ ਨੂੰ ਇੱਥੇ ਹੀ ਫੈਸਲੇ, ਜਿਵੇਂ ਆਪਾਂ ਕਹਿੰਦੇ ਹਾਂ ਕਿ ਪੰਚਾਇਤ ਸਰਵਉੱਤਮ ਹੁੰਦੀ ਹੈ, ਪੰਚਾਇਤ ਨੂੰ ਬਹੁਤ ਵੱਡੀ ਪਾਵਰ ਦਿੱਤੀ ਗਈ ਹੈ। ਸਾਡੇ ਧਰਮ ਦੇ ਵਿੱਚ ਵੀ ਪੰਚਾਇਤ ਨੂੰ ਬਹੁਤ ਵੱਡੀ ਪਾਵਰ ਦਿੱਤੀ ਗਈ। ਕਹਿੰਦੇ ਕਿ ਪੰਚਾਇਤ ਨੂੰ ਧੱਕਣਾ ਨਹੀਂ ਚਾਹੀਦਾ, ਵੀ ਪੰਚਾਇਤ ਨੇ ਹੀ ਕੋਸ਼ਿਸ਼ ਕੀਤੀ ਕਿ ਜਿਹੜਾ ਫੈਸਲਾ ਜਾਂ ਜਿਹੜਾ ਕੋਈ ਲੜਾਈ ਝਗੜਾ ਹੈ ਇਹ ਥਾਣੇ ਨਾ ਜਾਵੇ, ਇਹ ਲੋਕਾਂ ਦਾ ਆਪਦੇ ਪੱਧਰ ਤੇ ਆਪਸੀ ਭਾਈਚਾਰੇ 'ਚ ਹੀ ਖਤਮ ਹੋ ਜਾਏ। ਇਹ ਚੀਜ਼ ਦੀ ਕੋਸ਼ਿਸ਼ ਸੀ। ਬਿਲਕੁਲ ਇਹ ਚੀਜ਼ ਦੀ ਕੋਸ਼ਿਸ਼ ਸੀ ਵੀ। ਤੇ ਜਦੋਂ ਤੁਹਾਡੇ ਕੋਲ ਪੰਚਾਇਤੀ ਝਗੜਾ ਆਉਂਦਾ ਨਾ ਤਾਂ ਬੜੀ ਸਰਪੰਚ ਨੂੰ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ, ਕਿਉਂ ਸਾਰੇ ਸਰਪੰਚ ਦੇ ਬੰਦੇ ਹੁੰਦੇ ਆ, ਕਿਹਨੂੰ ਨਾਰਾਜ਼ ਕਰੇ, ਇੱਕ ਨੇ ਤਾਂ ਨਾਰਾਜ਼ ਹੋਣਾ ਹੀ ਆ। ਸੋ ਉਹ 'ਚ ਵੀ ਬੈਲੈਂਸ ਬਣਾ ਕੇ ਚੱਲਣਾ ਪੈਂਦਾ। ਉਹ 'ਚ ਵੀ ਇਸ ਤਰ੍ਹਾਂ ਦੇ ਫੈਸਲੇ ਕੀਤੇ ਵੀ ਦੋਨਾਂ ਧਿਰਾਂ ਨੂੰ ਰਾਜੀ ਕਰ ਰੱਖ ਲਈ, ਵੀ ਕਦੇ ਚਾਹੀਏ ਨਾ ਵੀ ਇੱਕ ਧਿਰ ਟੁੱਟ ਜੇ, ਕਿਉਂ ਨਾਲ ਜੋੜ ਕੇ ਚੱਲਣਾ ਪੈਂਦਾ। ਸੋ ਸਰਪੰਚ ਤੁਸੀਂ ਕਿਹਾ ਵੀ ਸੰਵਿਧਾਨ ਅਨੁਸਾਰ ਸਰਪੰਚ ਠੀਕ ਹੈ, ਸਿਸਟਮ ਚੱਲ ਰਿਹਾ, ਪਰ ਇਹਨਾਂ ਪਾਵਰਾਂ ਜ਼ਿਆਦਾ ਹੈ ਨਹੀਂ ਹੈ। ਠੀਕ ਹੈ। ਪਾਵਰਾਂ ਨੂੰ ਇਹਨਾਂ ਨੇ ਇੱਕ ਤਰ੍ਹਾਂ ਦਾ ਉਹ ਕਰ ਲਿਆ, ਹਾਈਜੈਕ ਕਰ ਲਿਆ, ਅਫਸਰਸ਼ਾਹੀ ਨੇ, ਸੈਕਟਰੀ ਨੇ ਜਾਂ ਲੀਡਰਸ਼ਿਪ ਨੇ। ਸੋ ਇਹ ਆਵਾਜ਼ ਆ ਮੇਰੀ ਵੀ ਜਿਹੜਾ ਸਰਪੰਚ ਦੀਆਂ ਪਾਵਰਾਂ ਦਾ ਇਸਤੇਮਾਲ ਕਰੂਗਾ ਉਹਦੇ ਨਾਲ ਮੇਰੇ ਵਾਲਾ ਹੱਲ ਹੋਊਗਾ। ਠੀਕ ਹੈ। 10-12 ਪਰਚੇ ਹੋਣਗੇ, ਸਸਪੈਂਡ ਹੋਊਗਾ। ਜੇ ਆਪਦੀਆਂ ਪਾਵਰਾਂ ਦਾ, ਜਿਹੜਾ ਸਰਪੰਚ ਦੀਆਂ ਅਸਲੀ ਪਾਵਰਾਂ ਉਹਦਾ ਜੇ ਯੂਜ਼ ਕਰਾਂਗੇ। ਜੇ ਹੁਣ ਅਸੀਂ ਪਿਛਲੱਗ ਬਣ ਜਾਈਏ, ਥੱਲੇ ਲੱਗ ਜਾਈਏ ਸਰਕਾਰਾਂ ਦੇ, ਅਫਸਰਸ਼ਾਹੀ ਦੇ, ਫਿਰ ਤੁਸੀਂ ਆਪਣਾ ਆਰਾਮ ਨਾਲ 5 ਸਾਲ ਦਾ ਪੀਰੀਅਡ ਪੂਰਾ ਕਰ ਸਕਦੇ, ਪਰ ਤੁਹਾਨੂੰ ਲੰਬੇ ਸਮੇਂ ਤੱਕ ਯਾਦ ਨਹੀਂ ਕੀਤਾ ਜਾ ਸਕੇਗਾ। ਮਾਈਲਸਟੋਨ ਕੰਮ ਤੁਸੀਂ ਨਹੀਂ ਕਰ ਸਕਦੇ, ਆਨੰਦ ਨਹੀਂ ਆਉਣਾ। ਹੁਣ ਇੱਕ ਵੱਖਰਾ ਹੀ ਆਨੰਦ ਹੈ ਵੀ ਯਾਰ ਸਰਕਾਰਾਂ ਦੇ ਖਿਲਾਫ ਵੀ ਅੜੇ ਆ ਜਿੱਥੇ ਲੋੜ ਪਈ ਆ, ਮਦਦ 'ਚ ਵੀ ਖੜੇ ਆ, ਅਫਸਰਸ਼ਾਹੀ ਨਾਲ ਵੀ ਅੜੇ ਆ, ਮਦਦ 'ਚ ਵੀ ਖੜੇ ਆ, ਵੀ ਤਾਲਮੇਲ ਨਾਲ ਸਾਰਾ ਸਿਸਟਮ ਕੀਤਾ।
ਵੀ ਕੋਈ ਐ ਨਹੀਂ ਕਿ ਕਹਿ ਦੂਗਾ ਵੀ ਯਾਰ ਇੱਕ ਐਡੇ ਵੱਡੇ ਪਿੰਡ ਦਾ ਸਰਪੰਚ ਸੀ, ਇੱਥੇ ਆਹ ਸਿਸਟਮ ਵਿਗਾੜ ਗਿਆ, ਜਾਂ ਹਰ ਜਗ੍ਹਾ ਮਤਲਬ ਆ ਲੋਕਾਂ ਨੂੰ ਨਾਲ ਲੈ ਕੇ ਜਿਹੜੇ ਫੈਸਲੇ ਆ, ਜਿਵੇਂ ਪੰਚਾਇਤੀ ਰਾਜ 'ਚ ਜਿੰਨੇ ਸਰਪੰਚਾਂ ਨੂੰ ਅਧਿਕਾਰ ਆ, ਇਹ ਗੱਲਾਂ ਹੀ ਆ। ਇਹਨਾਂ ਨੂੰ ਸਰਕਾਰਾਂ ਐਕਚੁਅਲ ਸਰਪੰਚ ਨੂੰ ਤਾਂ ਇੱਕ ਬਹੁਤ ਗਲਤ ਤਰੀਕੇ ਨਾਲ ਇਸਤੇਮਾਲ ਕਰਦੀਆਂ। ਠੀਕ ਹੈ। ਦੇਖੋ ਮੈਂ ਤਾਂ ਕਹਿਣਾ ਵੀ ਸਰਕਾਰਾਂ ਜਾਂ ਸੰਵਿਧਾਨ ਸਿਸਟਮ ਹੀ ਇਹੋ ਜਿਹਾ ਬਣਾ ਲੇ। ਇੱਕ ਸਰਕਾਰ ਆਈ, ਸਾਰੇ ਆਪਦੇ ਬੰਦੇ ਹੀ ਥਾਪ ਦੇ, ਸਰਪੰਚ ਤੋਂ ਲੈ ਕੇ ਬਲਾਕ ਸੰਮਤੀ ਲੈ ਕੇ ਜ਼ਿਲ੍ਹਾ ਪਰਿਸ਼ਦ, ਵੀ ਤੁਹਾਨੂੰ ਈਜ਼ੀ ਹੋ ਜਾਊਗਾ, ਵੀ ਤੁਹਾਨੂੰ ਉੱਪਰੋਂ ਪਾਵਰ ਮਿਲ ਗਈ, ਜਾਂ ਤਾਂ ਸੰਵਿਧਾਨ ਅਨੁਸਾਰ ਕੋਈ ਚੇਂਜਸ ਹੀ ਇਹੋ ਜਿਹੇ ਕਰ ਲਓ। ਹੁਣ ਜੇ ਕੋਈ ਦੂਸਰੀ ਧੜੇ ਦਾ ਸਰਪੰਚ ਬਣ ਗਿਆ ਤਾਂ ਉਸ ਦੇ ਖਿਲਾਫ ਹੀਨ ਭਾਵਨਾ ਨਾਲ ਸਰਕਾਰਾਂ ਨੇ ਕੰਮ ਕਰਨਾ। ਹੁਣ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਨੇ ਉਹ ਕਰ ਕੀ ਰਿਹਾ ਪੰਜਾਬ 'ਚ, ਮੈਂ ਉਹਨਾਂ ਨੂੰ ਕਹਿਣਾ ਵੀ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ, ਸ਼ੇਮ ਕਹਿਣਾ ਤੁਹਾਨੂੰ ਵੀ ਇਹ ਉਮੀਦਾਂ ਤਾਂ ਨਹੀਂ ਸੀ। ਵੀ ਹੁਣ ਇੱਕ ਸਰਪੰਚ ਨੂੰ ਤੁਸੀਂ ਨਿੰਦ ਕੇ, ਉਹਨੂੰ ਅੰਦਰ ਕਰਾ ਕੇ, ਉਹਨੂੰ ਚੋਰ ਬਣਾ ਕੇ ਤੁਸੀਂ ਉਸ ਜਗ੍ਹਾ ਆਉਣਾ ਚਾਹੁੰਦੇ ਹੋ ਵੀ ਮੈਂ ਲੋਕਾਂ 'ਚ ਆ ਜਾ। ਲੋਕਾਂ 'ਚ ਤੁਸੀਂ ਇਸ ਤਰ੍ਹਾਂ ਕਿਵੇਂ ਆ ਜਾਓਗੇ? ਲੋਕਾਂ 'ਚ ਤੁਸੀਂ ਆਪਦੇ ਕ੍ਰੈਡੀਬਿਲਿਟੀ 'ਚ ਆਓਗੇ, ਤੁਹਾਡੇ ਕੰਮ ਦੇ ਲੈਵਲ 'ਚ ਆਉਣਗੇ, ਤੁਹਾਡਾ ਕੰਮ ਕਰਨ ਦਾ ਤਰੀਕਾ ਕੀ ਆ, ਕਿੰਨੇ ਸਮੇਂ 'ਚ ਲੋਕਾਂ 'ਚ ਵਿਚਰੇ ਹੋ, ਗਰੀਬਾਂ ਨਾਲ ਕਿੱਥੇ ਖੜੇ ਹੋ। ਉਹ ਸਿਸਟਮ ਨਾਲ ਜੇ ਤੁਸੀਂ ਆਓਗੇ ਤਾਂ ਆਨੰਦ ਮਾਣੋਗੇ। ਨਹੀਂ ਜੇ ਆਹ ਸਿਸਟਮ ਨਾਲ ਆਓਗੇ ਵੀ ਸਰਕਾਰਾਂ ਦੇ ਜ਼ੋਰ ਤੇ ਫਲਾਨਾ ਧਮਕਾ, ਫਿਰ ਤੁਹਾਡੇ ਨਾਲ ਇਸ ਤੋਂ ਬੱਤਰ ਹਾਲਤ ਹੋਣਗੇ ਆਉਣ ਵਾਲੇ ਸਮੇਂ 'ਚ। ਆਉਣ ਵਾਲੇ ਸਮੇਂ ਜੈਸੇ ਕੋ ਤੈਸਾ ਤਾਂ ਫਿਰ ਹੋਊਗਾ ਹੀ। ਠੀਕ ਹੈ। ਅੱਛਾ ਇੱਕ ਗੱਲ ਹੋਰ ਹੈ, ਤੇ ਜਿਵੇਂ ਸਰਪੰਚੀ ਮਹਿੰਗੀ ਬਹੁਤ ਆ ਹੁਣ ਜਿਵੇਂ ਚੱਲ ਤੁਹਾਡੇ ਪਿੰਡ ਦੀ ਸਰਪੰਚ ਤਾਂ ਨਜਾਇਜ਼ ਹੀ ਮਹਿੰਗੀ ਕਹਿ ਲਈਏ ਜੀ ਆਪਾਂ, ਕਿਉਂਕਿ ਐਡੀ ਵੱਡੀ ਸਰਪੰਚੀ, ਆਮ ਪਿੰਡ ਦੀ ਵੀ ਸਰਪੰਚੀ 25-30 ਲੱਖ ਦੇ ਵਿੱਚ ਚਲੀ ਜਾਂਦੀ ਹੈ, ਕਿਉਂਕਿ ਉਹ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਜੋ ਕੁਝ ਚੱਲਦਾ। ਤੁਸੀਂ ਕਿੰਨਾ ਖਰਚਾ ਕੀਤਾ ਸੀ ਆਦੀ ਸਰਪੰਚੀ? ਦੇਖੋ ਪਹਿਲੀ ਵਾਰ ਮੈਂ ਇਲੈਕਸ਼ਨ ਲੜਿਆ ਸੀ ਤੇ ਮੈਂ ਝੂਠ ਤੋਂ ਪਰੇ ਹਾਂ। ਠੀਕ ਹੈ। ਤੇ ਮੈਂ ਅੱਜ ਤੱਕ ਨਸ਼ਾ ਨਹੀਂ ਵਰਤਿਆ ਆਪਣੀ ਲਾਈਫ 'ਚ, ਤੇ ਮੈਨੂੰ ਰੋਕ ਟੋਕ ਕਿਸੇ ਵੀ ਚੀਜ਼ ਦੀ ਨਹੀਂ। ਠੀਕ ਹੈ। ਕਿਉਂ ਗੇਮਾਂ ਗੂਮਾਂ 'ਚ ਖੇਡਦਾ ਕਰਕੇ ਹਰ ਚੀਜ਼ ਤੋਂ ਮੈਂ ਰਹਿਤ ਹਾਂ, ਪਰ ਇੱਕ ਸਾਬਤ ਸੂਰਤ ਸਿੱਖ ਹੀ ਨਹੀਂ ਜਾਂ ਅੰਮ੍ਰਿਤ ਨਹੀਂ ਛਕਿਆ, ਨੌਨ ਵੈਜ ਖਾਣਾ ਪੂਰਾ। ਸੋ ਜਦੋਂ ਮੈਂ ਪਹਿਲੀ ਵਾਰ ਇਲੈਕਸ਼ਨ ਲੜਿਆ ਤਾਂ ਮੈਂ ਨਿਊਟਰਲ ਸੀਗਾ, ਅਕਾਲੀ ਦਲ ਦੀ ਸਰਕਾਰ ਸੀ ਤੇ ਜ਼ਿਆਦਾ ਉਹਨਾਂ ਨਾਲ ਕੋਈ ਰਾਬਤਾ ਨਹੀਂ ਸੀਗਾ। ਠੀਕ ਹੈ। ਤੇ ਆਮ ਜਿਹੜਾ ਆਪਾਂ ਸ਼ਰਾਬ ਵਗੈਰਾ ਦਾ ਜੇ ਕੋਈ ਆ ਗਿਆ ਇਲੈਕਸ਼ਨ 'ਚ ਤੁਹਾਡੇ ਨਾਲ ਕੰਪੇਨ ਕਰਦਾ, ਸੇਵਾ ਪਾਣੀ ਕਰਦੇ ਆ, ਸੋ ਜਦੋਂ ਸਾਰੇ ਕੈਂਡੀਡੇਟ ਕਰ ਰਹੇ ਸੀ ਮੈਨੂੰ ਵੀ ਕਰਨੀ ਪੈਣੀ ਸੀ। ਠੀਕ ਹੈ। ਤਾਂ ਉਸ ਸਮੇਂ ਦੇ ਇੱਕ SHO ਸੀਗੇ, ਮੈਂ ਉਹਨਾਂ ਕੋਲੇ ਸਿੱਧਾ ਹੀ ਚਲਿਆ ਗਿਆ। ਮੈਂ ਸਰ ਦੇਖੋ ਮੈਂ ਨਸ਼ੇ ਤੋਂ ਤਾਂ ਰਹਿਤ ਹਾਂ, ਇਹਨਾਂ ਚੀਜ਼ਾਂ ਦੇ ਵਿਰੋਧ ਹਾਂ, ਪਰ ਮੇਰੀ ਮਜਬੂਰੀ ਆ ਵੀ ਜੇ ਕੋਈ ਮੇਰੇ ਕੋਲ ਆਇਆ ਮੈਂ ਉਹਦੇ ਸਤਿਕਾਰ 'ਚ ਥੋੜਾ ਜਿਹਾ ਸੋਮਰਸ ਚਲਾਵਾਂ। ਵੀ ਜੇ ਤਾਂ ਤੁਸੀਂ ਮੇਰੇ ਖਿਲਾਫ ਕੋਈ ਫੜ ਕੇ ਅੰਦਰ ਦੇਣਾ, ਫਿਰ ਤਾਂ ਮੈਂ ਇਲੈਕਸ਼ਨ ਹੀ ਨਹੀਂ ਲੜਦਾ ਹੈ। ਵੀ ਮੈਂ ਨਾ ਚਾਹੁੰਦੇ ਹੋਏ ਵੀ ਮੈਂ ਚਲਾ ਰਿਹਾ, ਤਾਂ ਉਹ ਆਪ ਜਾ ਕੇ ਕਹਿਤਾ। ਠੀਕ ਹੈ। ਉਹ ਆਫਿਸਰ ਅੱਜ DSP ਤੋਂ ਵੀ ਉੱਪਰ ਲੈਵਲ ਤੇ ਚਲੇ ਗਏ। ਉਹ ਕਹਿੰਦੇ ਸੁਖਵਿੰਦਰ ਯਾਰ ਸਾਰਿਆਂ ਨੂੰ ਫੜ ਲੂ, ਤੈਨੂੰ ਨਹੀਂ ਕੁਝ ਕਹਿੰਦਾ। ਠੀਕ ਆ। ਸੋ ਉਹ ਇੱਕ ਮਜਬੂਰੀ ਵੀ ਆ ਇਲੈਕਸ਼ਨ ਤੇ ਪੈਸਾ ਖਰਚ ਕਰਨਾ। ਠੀਕ ਆ। ਖਰਚ ਤਾਂ ਹੁਣ ਐਡੇ ਵੱਡੇ ਪਿੰਡ 'ਚ ਹੁੰਦਾ ਹੀ ਆ। ਪਹਿਲੀ ਵਾਰ ਇਲੈਕਸ਼ਨ 2008 'ਚ ਲੜਿਆ, ਰਿਕਾਰਡ ਤੋੜ ਜਿੱਤਿਆ, ਉਦੋਂ ਖਰਚ ਕੀਤਾ। ਫਿਰ ਉਸ ਤੋਂ ਬਾਅਦ 2013 'ਚ ਰਿਜ਼ਰਵ ਹੋ ਗਿਆ, ਆਪਦਾ ਇੱਕ ਦੋਸਤ ਖੜਾ ਕਰਤਾ, ਉਹਦੇ ਵਾਸਤੇ ਖਰਚ ਕੀਤਾ। ਠੀਕ ਆ। ਹੁਣ ਤਾਂ ਐਡਾ ਵੱਡਾ ਹੀ ਖਰਚ ਕੀਤਾ। ਸੋ ਖਰਚ ਤਾਂ ਨਾਰਮਲ ਹੋਣਾ ਹੀ ਆ, ਰੋਟੀ ਪਾਣੀ ਤੋਂ ਲੈ ਕੇ ਜਿਹੜਾ ਤੁਹਾਡੇ ਵਾਸਤੇ ਵੋਟ ਮੰਗ ਰਿਹਾ, ਸਾਰਾ ਦਿਨ ਲੇਡੀਜ਼ਾਂ ਨਾਲ ਤੁਰ ਰਹੀਆਂ। ਜੇ ਲੇਡੀਜ਼ਾਂ ਐਡੀ ਵੱਡੀ ਤਾਦਾਦ 'ਚ ਤੁਹਾਡੇ ਨਾਲ ਨਿਕਲ ਕੇ ਆਉਂਦੀਆਂ, ਕਿ ਉਹਨੂੰ ਸ਼ਾਮ ਨੂੰ ਕੋਲਡ ਡਰਿੰਕਸ ਵਗੈਰਾ ਜਾਂ ਕੋਈ ਸਨੈਕਸ ਵਗੈਰਾ ਨਹੀਂ ਦਿਓਗੇ ਤੁਸੀਂ? ਤੁਹਾਡੇ ਘਰੇ ਅਕਸਰ ਚੱਲ ਕੇ ਆਈਆਂ। ਪਰ ਉਹ ਖਰਚਾ ਕਿਤੇ ਨਾ ਕਿਤੇ ਸਰਪੰਚ ਨੂੰ ਫਿਰ ਆ ਕੇ ਜਿਹੜਾ ਗ੍ਰਾਂਟਸ ਆ ਇਹ 'ਚੋਂ ਕੱਢਦਾ, ਜਾਂ ਤਾਂ ਉਹ ਫਿਰ ਕਰਪਟ ਬਣਦਾ ਜਾਂ ਘਰ ਵੱਲੋਂ ਖਤਮ ਹੋ ਜਾਂਦਾ। ਦੋਨਾਂ ਚੀਜ਼ਾਂ 'ਚੋਂ ਇੱਕੋ ਹੀ ਰਹਿੰਦਾ। ਸੋ ਮੈਂ ਤੁਹਾਨੂੰ ਪਤਾ ਹੈ ਬਰਬਾਦੀ ਵਾਲੇ ਰਾਹ ਚੁਣੇ ਆ। ਠੀਕ ਆ। ਮੈਂ ਇੰਨੇ ਖਰਚ ਕਰਨ ਤੋਂ ਬਾਅਦ ਮੈਨੂੰ ਚੋਣ ਫੰਡ ਹੋਇਆ ਸੀ 2,65,400 ਰੁਪਇਆ। ਠੀਕ ਹੈ। ਲੋਕਾਂ ਨੇ ਆਸ਼ੀਰਵਾਦ ਦੇ ਤੌਰ ਤੇ ਦਿੱਤਾ ਸੀ, ਨਹੀਂ ਤਾਂ ਮੈਨੂੰ ਚੁੱਪ ਕਰਕੇ ਦਿੱਤਾ ਸੀ ਨਾ। ਕਿਸੇ ਨੇ 5, ਕਿਸੇ ਨੇ 10, ਕਿਸੇ ਨੇ 20। ਉਹ ਤਾਂ ਮੇਰਾ ਸੀ ਨਾ। ਸੋ ਜਿਹੜੀਆਂ ਭਾਵਨਾਵਾਂ ਸੀ, ਜਾਂ ਤੁਸੀਂ ਕਹਿ ਸਕਦੇ, ਮੈਂ ਤਾਂ ਪਹਿਲੇ ਦਿਨ ਹੀ ਆ ਕੇ ਸਟੇਜ ਤੇ ਕਿਹਾ ਵੀ ਆਹ ਪਹਿਲੀ ਗ੍ਰਾਂਟ ਆ ਮੇਰੇ ਵੱਲੋਂ ਪਿੰਡ ਨੂੰ। ਸੋ ਉਹ ਸਾਰੇ ਆ ਜਿਹੜੇ ਖਰਚੇ ਆ ਖਰਚੇ ਬੜੇ ਹੋਏ, ਪਰ ਉਹਨਾਂ ਨਾਲ ਮੈਂ ਕਾਫੀ ਕੁਝ ਕਰ ਸਕਦਾ ਸੀ। ਹੁਣ ਤੱਕ 30-40 ਕਿੱਲੇ ਲੈ ਸਕਦਾ ਸੀ ਜਿੰਨਾ ਖਰਚਾ ਕਰਤਾ। 15 ਸਾਲਾਂ ਤੋਂ ਪਾਰਟੀਆਂ ਵਾਸਤੇ 10-10, 20-20 ਬੱਸਾਂ ਦਿੱਲੀ, ਚੰਡੀਗੜ੍ਹ ਲੈ ਕੇ ਧਰਨਿਆਂ, ਮੁਜ਼ਾਹਰਿਆਂ 'ਚ ਹਰ ਇੱਕ ਤਰ੍ਹਾਂ ਦੇ ਧਰਨਿਆਂ ਦੀ ਅਗਵਾਈ ਕੀਤੀ ਹੈ। ਠੀਕ ਆ। ਸੋ ਇਹ ਤਾਂ ਖਰਚੇ, ਚਲੋ ਇੱਕ ਲਗਨ ਸੀਗੀ ਵੀ ਇਹ ਚੀਜ਼ਾਂ 'ਚ ਵੀ ਆਉਣਾ। ਠੀਕ ਆ। ਤੇ ਸਰਕਾਰਾਂ ਨਾਲ ਰਲ ਕੇ, ਤੇ ਫਿਰ ਇੱਕ ਹੋਰ ਵੀ ਧਾਰੀ ਸੀ ਗੱਲ ਵੀ ਜਿਹੜੀ ਵੀ ਚੀਜ਼ ਲੈਣੀ ਆ ਵੋਟ ਰਾਹੀਂ ਲੈਣੀ ਆ। ਕੋਈ ਅਹੁਦਾ
ਐ ਨਹੀਂ ਲੀਡਰਸ਼ਿਪ ਦੇ ਥੱਲੇ ਲੱਗ ਕੇ ਵੀ ਮੈਨੂੰ ਪੰਜਾਬ ਦਾ ਬਰਨਾਲੇ ਦਾ ਜ਼ਿਲ੍ਹੇ ਦਾ ਪ੍ਰਧਾਨ ਬਣਾ ਦੇ, ਮੈਨੂੰ ਯੂਥ ਦਾ ਪ੍ਰਧਾਨ ਬਣਾ ਦੇ, ਕਦੇ ਮੰਗੀ ਨਹੀਂ ਕੀਤੀ ਕਿਸੇ ਕੰਜਰ ਕੋਲੇ ਜਾ ਕੇ। ਠੀਕ ਆ, ਖਰਚ ਕਰਦੇ ਰਹੇ ਵੀ ਜੋ ਵੀ ਲੈਣਾ ਵੋਟਾਂ ਰਾਹੀਂ ਲੈ ਕੇ ਆਓ ਲੋਕਾਂ 'ਚ। ਤੇ ਲੋਕਾਂ ਨੇ ਬੜਾ ਸਤਿਕਾਰ ਦਿੱਤਾ ਬਾਈ ਜੀ, ਸਹਿਣੇ ਦੇ ਲੋਕਾਂ ਨੇ ਜਿੰਨਾ ਸਤਿਕਾਰ ਦਿੱਤਾ, ਇਹ ਕਰਜ਼ਾ ਨਹੀਂ ਸਾਥੋਂ ਮੁੜਿਆ ਜਾਣਾ ਸਾਡੇ ਪਰਿਵਾਰ ਤੋਂ। ਸੋ ਉਹੀ એનર્ਜੀ ਹੈ ਨਾ ਜਿਹੜੀ ਮੈਂ ਕੰਮ ਕਰ ਰਿਹਾ। ਤੇ ਫਿਰ ਇੰਨੇ ਪੈਸੇ ਲਾ ਕੇ ਜੇ ਗਰਾਂਟਾਂ ਹੀ ਨਹੀਂ ਖਾਣੀਆਂ ਸੀ, ਫਿਰ ਇੰਨਾ ਪੈਸਾ ਲਾਉਣ ਦਾ ਕੀ ਫਾਇਦਾ? ਸੋ ਹਰ ਬੰਦਾ ਗ੍ਰਾਂਟ ਖਾਣ ਤਾਂ ਨਹੀਂ ਆਉਂਦਾ, ਕੋਈ ਜ਼ਿੰਦਗੀ ਦੇ ਏਮ ਵੀ ਹੁੰਦੇ ਆ। ਹੁਣ ਐਡੇ ਵੱਡੇ ਆਈਡਲ ਬਣਾ ਕੇ ਤੇ ਖਾਵਾਂ ਮੈਂ ਗ੍ਰਾਂਟ ਤਾਂ ਮੈਂ ਇਹੀ ਕਹਿਦਾ ਸੀ ਰੱਤ ਬਰਾਬਰ ਆ। ਹੁਣ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਮੇਰੇ ਕੋਲੋਂ ਪੈਸਾ ਕਿੰਨਾ ਲੱਗ ਗਿਆ। ਆ ਤਾਂ ਸਾਰਾ ਰਿਕਾਰਡ ਚ ਆਣਾ ਵੀ ਕਿਹੜੇ ਚੀਜ਼ ਦਾ ਪੈਸਾ ਦੇਤਾ, ਕਿਹੜੀ ਦਾ ਨਹੀਂ। ਇਹ ਚੋਂ ਕਾਫੀ ਚੀਜ਼ਾਂ ਦਾ ਪੈਸਾ ਮਿਲਿਆ, ਪਰ ਮੈਂ ਕਹਿੰਦਾ ਵੀ 70% ਚੀਜ਼ਾਂ ਦਾ ਪੈਸਾ ਨਹੀਂ ਮਿਲਿਆ ਜਿਹੜੇ ਕੋਲੋਂ ਲੱਗ ਗਏ। ਫਿਰ ਉਹ ਮੈਂ ਪਾਗਲ ਲਾ ਲਓ, ਜਨੂਨ ਲਾ ਲਓ ਵੀ ਪਿੰਡ ਦੇ ਕੰਮ ਹੀ ਕਰਨੇ ਆ ਯਾਰ। ਹੁਣ ਇੱਕ ਹਰਮੰਦਰ ਸਾਹਿਬ ਦੀ ਫੋਟੋ ਆ, ਇਹ 6500 ਦੀ ਪਈ ਆ, ਤੇ ਮੈਨੂੰ ਹੁਣ ਮੈਂ ਬੇਵਕੂਫ ਤਾਂ ਹੈ ਨਹੀਂ ਵੀ ਲਿਆ ਕੇ ਉੱਥੇ ਲਾਤੀ। ਉਹ 'ਚ ਦੇਖੋ ਲੋਗੋ ਲਾਇਆ ਗ੍ਰਾਮ ਪੰਚਾਇਤ ਦਾ, ਫਿਰ ਨਾਲ ਸਾਡੇ ਜਿਹੜੇ NRI ਆ ਉਹਨਾਂ ਵਾਸਤੇ ਵੀ ਇਹ ਲੋਗੋ ਮੈਂ ਹੀ ਡਿਜ਼ਾਈਨ ਕੀਤਾ, ਉਹਨਾਂ ਦਾ ਲੋਗੋ ਲਾਇਆ ਵੀ ਉਹਨਾਂ ਦਾ ਵੀ ਸਤਿਕਾਰ ਹੋਵੇ, ਫਿਰ ਇੱਕ ਮੈਸੇਜ ਵੀ ਲਿਖਿਆ। ਸੋ ਇਹ ਚੀਜ਼ਾਂ ਹੁਣ ਜਿਨ੍ਹਾਂ ਚੀਜ਼ਾਂ ਦੇ ਮੈਨੂੰ ਪੈਸੇ ਨਹੀਂ ਮਿਲੇ ਉਹਨਾਂ ਮੈਂ ਕੀ ਕਰਾਂ, ਪੱਟ ਕੇ ਲੈ ਜਾ ਨਾ, ਇਹ ਤਾਂ ਸੋਚ ਹੈ ਨਹੀਂ। ਉਹ ਇੱਥੇ ਇਸੇ ਤਰ੍ਹਾਂ ਰਹਿਣਗੀਆਂ। ਇੱਥੇ ਮੇਰਾ ਕੋਈ ਨਿੱਜੀ ਚੀਜ਼ ਨਹੀਂ ਗੀ, ਮੇਰੀ ਨਿੱਜੀ ਜਾਂ ਕੱਪੜੇ ਹੋਣਗੇ 2 ਇੱਥੇ ਜਿਹੜੇ ਕਦੇ ਕਦੇ ਆ ਕੇ, ਜਾਂ ਜਦੋਂ ਗੁਰਦੁਆਰਾ ਸਾਹਿਬ ਜਾਣਾ ਤਾਂ ਦਸਤਾਰ ਬੰਨ੍ਹ ਲੈਣਾ, 2-3 ਦਸਤਾਰਾਂ ਹੋਣਗੀਆਂ। ਹੋਰ ਐਜ਼ ਇਟ ਇਜ਼ ਜਿਹੜੀਆਂ ਚੀਜ਼ਾਂ ਪਈਆਂ ਇਹ ਪਿੰਡ ਵਾਸਤੇ ਨੇ। ਸਰਕਾਰ ਨੂੰ ਚਾਹੀਦਾ ਵੀ ਜਿਹੜੀਆਂ ਚੀਜ਼ਾਂ ਦੇ ਪੈਸੇ ਨਹੀਂ ਮਿਲੇ, ਆਉਣ ਵਾਲੀ ਪੰਚਾਇਤ ਨੂੰ ਚਾਹੀਦਾ, ਹੁਣ ਠੇਕੇ 'ਚੋਂ ਦੇਣੇ ਸੀ 3-4 ਫਰਮਾਂ ਦੇ, ਸੋ ਹੁਣ ਇਹਨਾਂ ਨੇ ਆਹ ਲਾਤਾ, ਬੈਨ ਲਾਤਾ ਸਾਡੇ ਤੇ। ਸੋ ਆਉਣ ਵਾਲੇ ਲੋਕਾਂ ਨੂੰ ਚਾਹੀਦਾ ਵੀ ਜਿਹੜੇ ਲੋਕਾਂ ਨੇ ਸਾਡੇ ਤੇ ਟਰਸਟ ਕਰਕੇ ਸਾਨੂੰ ਸਮਾਨ ਦਿੱਤਾ, ਪੈਸੇ ਦਿੱਤਾ, ਸਾਡੇ ਕੋਲ ਤਾਂ ਆਮ ਪੈਸੇ ਪਏ ਨਾ ਪੰਚਾਇਤ ਕੋਲ, ਵੀ ਉਹਦੀਆਂ ਦੇਣਦਾਰੀਆਂ ਦਿੱਤੀਆਂ ਜਾਣ। ਇਹ ਪਿੰਡ ਕੋਲ ਜ਼ਮੀਨ ਕਿੰਨੀ ਹੈ? ਸਾਡੇ ਪਿੰਡ ਕੋਲੇ ਜੇ ਜ਼ਮੀਨ ਕੋਲ ਗੱਲ ਕਰੀਏ ਤਾਂ ਕਈ ਸਾਡੇ ਪਿੰਡ ਦੇ ਮਾੜੇ ਪੱਖ ਵੀ ਹੈਗੇ ਨੇ। ਸਾਡੇ 9 ਤੋਂ 11 ਸ਼ਮਸ਼ਾਨ ਘਾਟ ਨੇ ਪਿੰਡ 'ਚ। ਇਹ ਪੰਜਾਬ 'ਚ ਤੁਹਾਨੂੰ ਕਿਤੇ ਨਹੀਂ ਮਿਲਣੇ। ਪਿੰਡ ਦਾ ਸਭ ਤੋਂ ਮਾੜਾ ਪੱਖ ਇੰਨੇ ਕਾਹਤੋਂ ਆ ਜੀ? ਇਹਨੇ ਹਰ ਇੱਕ ਅਗਵਾੜ 'ਚ ਅੱਡ ਬਣਾਏ ਹੋਏ ਆ ਸ਼ਮਸ਼ਾਨ ਘਾਟ। ਠੀਕ ਹੈ। ਜਿੱਥੇ ਜਿੱਥੇ ਸ਼ਮਸ਼ਾਨ ਘਾਟ ਨੇ 2 ਕਿੱਲੇ 3 ਕਿੱਲੇ 4 ਕਿੱਲਿਆਂ 'ਚ, ਪੰਚਾਇਤੀ ਜਗ੍ਹਾ 'ਚ। ਠੀਕ ਹੈ। ਤੁਸੀਂ ਦੇਖ ਲਓ ਵੀ ਸਾਡੇ ਕੋਲ, ਮੈਂ ਕਹਿੰਦਾ ਵੀ ਸਾਰਾ ਤਾਂ ਮੈਂ ਟੈਲੀ ਨਹੀਂ ਕੀਤਾ, ਫਿਰ ਵੀ 250 ਤੋਂ 300 ਕਿੱਲਾ ਸਾਡੇ ਪਿੰਡ ਦੀ ਜਿਹੜੀ ਜ਼ਮੀਨ ਹੈਗੀ ਆ। ਠੀਕ ਹੈ। ਜਿਸ ਦੇ ਵਿੱਚੋਂ ਅਸੀਂ 30-35 ਕਿੱਲੇ ਤਾਂ ਵੱਖ ਸਰਕਾਰੀ ਦਫ਼ਤਰਾਂ ਨੂੰ ਦਿੱਤੇ ਹੋਏ ਆ। ਠੀਕ ਹੈ। ਬਲਾਕ ਆਫਿਸ ਨੂੰ ਅਸੀਂ ਫ੍ਰੀ ਆਫ ਕਾਸਟ ਦਿੱਤਾ, ਥਾਣੇ ਨੂੰ ਅਸੀਂ ਜ਼ਮੀਨ ਫ੍ਰੀ ਆਫ ਕਾਸਟ ਦਿੱਤਾ, ਐਕਸਚੇਂਜ ਨੂੰ ਅਸੀਂ ਦਿੱਤਾ, ਹਸਪੀਟਲਾਂ ਨੂੰ ਅਸੀਂ ਦਿੱਤਾ, ਸਕੂਲਾਂ ਨੂੰ ਸਾਡੀਆਂ ਪੰਚਾਇਤਾਂ ਨੇ ਦਿੱਤਾ ਫ੍ਰੀ ਆਫ ਕਾਸਟ। ਸਾਰੀਆਂ ਚੀਜ਼ਾਂ ਫ੍ਰੀ ਆਫ ਕਾਸਟ ਦਿੱਤੀਆਂ। ਤੇ ਉਹ ਜ਼ਮੀਨ ਦਿੱਤੀ ਜਿਹੜੀ ਸੜਕ ਦੇ ਨਾਲ, ਕਰੋੜਾਂ ਅਰਬਾਂ ਦੀ ਜ਼ਮੀਨ, ਕੀਮਤੀ ਜ਼ਮੀਨ। ਉਸ ਤੋਂ ਬਾਅਦ ਡੇਰੇ ਲਾ ਲਈ। ਮੈਂ ਕਹਿੰਦਾ ਵੀ ਮੰਦਰ ਤੇ ਡੇਰੇ ਘੱਟੋ ਘੱਟ 100 ਦੇ ਕਰੀਬ ਨੇ ਤੁਹਾਡੇ ਪਿੰਡ। 100 ਦੇ ਸਾਡੇ ਪਿੰਡ। ਠੀਕ ਆ। ਗੁਰਦੁਆਰਾ ਸਾਹਿਬ 4 ਤੋਂ 5 ਨੇ ਐਡੇ ਵੱਡੇ ਪਿੰਡ 'ਚ। ਠੀਕ ਆ। ਹੋਰ ਜਿਹੜਾ ਸਿਸਟਮ ਮਤਲਬ ਉਸ ਨਾਲ ਜਿਹੜੀ ਨਾ ਪੰਚਾਇਤੀ ਜ਼ਮੀਨ ਦੀ ਸਹੀ ਤਰੀਕੇ ਨਾਲ ਸਾਂਭ ਨਹੀਂ ਹੋ ਸਕੀ। ਠੀਕ ਹੈ। ਬਹਿਕ ਜਿਹੜੀ ਆ, ਬਹਿਕ ਦਾ ਜਿਹੜਾ ਮੈਂ ਠੇਕਾ ਲਾ ਲਾ, ਜਿੱਦੇ ਅਸੀਂ ਸਾਨੂੰ ਪੰਚਾਇਤ ਹੈਂਡ ਓਵਰ ਕਰਦੇ ਆ ਮਾਤਾ ਜੀ ਦੇ ਉਹ 'ਚ, ਤਾਂ ਉਸ ਟਾਈਮ ਪ੍ਰਬੰਧਕ ਲੱਗਿਆ ਵਾ ਸੀ। ਠੀਕ ਹੈ। ਉਸ ਸਾਲ ਦਾ 2018 ਦਾ ਠੇਕਾ ਸੀ 2,72,000 ਰੁਪਇਆ। ਠੀਕ ਹੈ ਜੀ। ਤੇ ਅਸੀਂ ਪਹਿਲੇ ਸਾਲ ਹੀ ਉਹ ਠੇਕੇ ਨੂੰ 9.5 ਤੋਂ 10 ਲੱਖ ਤੱਕ ਲੈ ਗਏ। 5 ਗੁਣਾ ਵਧਾਤਾ। 5 ਗੁਣਾ ਤੁਸੀਂ ਵਧਾਤਾ, ਇਹ ਰਿਕਾਰਡ ਹੈ। ਠੀਕ ਹੈ। ਹੁਣ ਅਸੀਂ ਉਸੇ ਜ਼ਮੀਨ ਚੋਂ 14 ਤੋਂ 15 ਲੱਖ ਰੁਪਇਆ ਠੇਕਾ ਕਰਾ ਰਹੇ ਹਾਂ। ਠੀਕ ਹੈ। ਆ ਦੇਖੋ ਕਿੱਡਾ ਦਿਖਾਂਤ ਆ। ਪੰਚਾਇਤ ਦੀ ਕਿਸੇ ਜ਼ਮੀਨ 'ਚ ਬੋਰ ਹੈ ਨਹੀਂਗਾ, ਕਿਸੇ ਜ਼ਮੀਨ 'ਚ ਮੋਟਰ ਹੈ ਨਹੀਂ। ਠੀਕ ਹੈ। ਇਹ ਮਤਲਬ ਸਾਰਾ ਸਿਸਟਮ ਇਸ ਤਰ੍ਹਾਂ ਜਿਹੜਾ ਗੰਦਲਾ ਕੀਤਾ ਗਿਆ। ਜਿਹੜੇ ਘਰਾਣੇ ਲੈ ਰਹੇ ਆ ਜ਼ਮੀਨਾਂ ਉਹ ਬਾਹਰ ਰਹੇ ਆ, ਉਹਨਾਂ ਨੇ ਆਪਦੇ ਟੱਕਾਂ ਦੇ ਵਿੱਚ ਰਲਾਏ ਹੋਏ ਆ ਟੱਕ, ਆਪਦੇ ਮਨਮਰਜ਼ੀ ਨਾਲ ਰੇਟਸ ਨਾਲ ਉਹ ਪੈਸੇ ਦਿੰਦੇ ਸੀ ਪਿੰਡ ਨੂੰ ਠੇਕਾ। ਜਿਹੜਾ ਉਹਨਾਂ ਨੂੰ ਠੇਕੇ ਤੇ ਜ਼ਮੀਨ ਬਹਾਊਗਾ ਉਹਨਾਂ ਨੂੰ ਮੂਹਰੇ ਕਰਕੇ ਸਰਪੰਚ ਬਣਾਉਣਾ ਹੁੰਦਾ ਸੀ। ਕਮੇਟੀਆਂ ਨੇ, ਜਿਹੜਾ ਕਮੇਟੀਆਂ ਤੇ ਸਾਨੂੰ ਕਾਬਜ਼ ਕਰੂਗਾ ਧੜਿਆਂ ਨੂੰ, ਉਹਨਾਂ ਨੇ ਫਿਰ ਰਲ ਕੇ ਸਰਪੰਚ ਬਣਾਉਣਾ ਹੁੰਦਾ ਸੀ। ਇਹੀ ਮੇਰਾ ਸੀਗਾ ਵੀ 2008 'ਚ ਮੈਂ ਸਰਪੰਚ ਨਹੀਂ ਬਣ ਸਕਿਆ। ਮੇਰਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਸੀਗਾ ਤੇ ਸਰਕਾਰ ਨਾਲ ਮੇਰੀ ਕੋਈ ਆਂਢ ਗਾਂਢ ਨਹੀਂ ਸੀਗੀ। ਤੇ ਇਸ ਤੋਂ ਬਾਅਦ ਹੁਣ ਆਹ ਚੀਜ਼ ਹੈ। ਇੱਕ ਮੈਂ ਇਹ ਪੁੱਛਣਾ ਸੀ, ਮੈਂ ਦਫ਼ਤਰ ਤੇ ਫੇਰ ਆਉਣਾ
ਵੀ ਤੁਸੀਂ ਵੈਸੇ ਤਾਂ ਕਹਿ ਚੁੱਕੇ ਹੋ ਵੀ ਇਹ ਦਫ਼ਤਰ ਬਣਾ ਕੇ ਕਿਤੇ ਇਹੀ ਮੈਂ ਉੱਥੇ ਗੱਲ ਇਹ ਕਿਉਂਕਿ ਕਈ ਲੋਕਾਂ ਨੇ ਸਵਾਲ ਉਠਾਉਣੇ ਕਿਤੇ ਆਪਦੀ ਖਾਤਰ ਬਣਾ ਲਿਆ ਤੂੰ, ਆਪਦੇ ਲਈ ਬਣਾਇਆ, ਫਿਰ ਕੀ ਹੋ ਗਿਆ, ਪਿੰਡ ਦੇ ਲਈ ਕੀ ਕੀਤਾ, ਵੀ ਕਿਤੇ ਆਪਦੀ ਇਕੱਲੀ ਸਿਰਫ ਐਸ਼ਪ੍ਰਸਤੀ ਲਈ ਤਾਂ ਨਹੀਂ, ਵੀ ਬਾਕੀ ਸਿਰਫ ਪੈਸੇ ਆਰਾਮ ਨਾਲ ਪੈ ਗਿਆ, ਆ ਕੱਪਬੋਰਡ ਭਰਾ ਤੇ ਰਸੋਈ ਦੇ ਇੱਥੇ ਖਾਧਾ ਪੀਤਾ ਇੱਥੇ ਹੀ ਸੌਂ ਗਿਆ, ਕਿ ਇਹ ਇਸੇ ਚੀਜ਼ ਲਈ ਤਾਂ ਨਹੀਂ ਕੀਤਾ? ਨਹੀਂ, ਇੱਥੇ ਤਾਂ ਮੈਂ ਇੱਕ ਵੀ ਨਾਈਟ ਸਟੇ ਨਹੀਂ ਕਰ ਸਕਿਆ ਅੱਜ ਤੱਕ। ਅੱਛਾ ਜੀ। ਹਾਂ, ਨਾ ਮੇਰਾ ਕਸਮ ਆ ਮੈਨੂੰ ਵਾਹਿਗੁਰੂ ਦੀ, ਮੈਂ ਇੱਕ ਵੀ ਨਾਈਟ ਸਟੇ ਨਹੀਂ ਕੀਤੀ। ਡੀ ਸਾਹਿਬ ਇੱਕ ਆਏ ਸੀ, ਇੱਕ ਰੈਸਟ ਰੂਮ ਹੋਵੇ ਇੱਥੇ, ਉਹਨਾਂ ਨੇ ਇਹ ਦਿੱਤਾ ਸੀ, ਤਾਂ ਇੱਕ ਰੈਸਟ ਰੂਮ ਬਣਾ ਲਿਆ। ਜਿਹੜਾ ਕਿਚਨ ਆ, ਕਿਚਨ ਹੁਣ ਦੇਖੋ ਤੁਸੀਂ ਆਏ ਸਾਰੇ, ਹੋਰ ਗੈਸਟ ਆ ਰਹੇ ਨੇ, ਉਹਨਾਂ ਨੂੰ ਪਾਣੀ ਦਾ, ਚਾਹ ਦਾ ਸਾਰਾ ਇੰਤਜ਼ਾਮ ਇੱਥੇ ਹੋਣਾ ਚਾਹੀਦਾ ਵੀ ਇੱਕ ਪੰਚਾਇਤ ਲੱਗੇ ਯਾਰ ਵੀ ਹਾਂ ਠੀਕ ਆ ਕੇ ਹੁਣ ਸੇਵਾ ਕੀਤੀ ਉੱਥੇ, ਠੀਕ ਆ। ਇਹ ਸਿਸਟਮ ਆ, ਉਹ ਹੋਰ ਕੋਈ ਸਿਸਟਮ ਨਹੀਂ। ਦੂਸਰਾ ਤਾਂ ਮੈਂ ਤਾਂ ਕਹਿ ਚੁੱਕਿਆ ਵੀ ਹੁਣ 17 ਮਈ 2023 ਨੂੰ ਸਾਡੇ ਜਿਹੜੇ ਕਾਰਜਕਾਰੀ ਪੰਚ ਦੀ ਚੋਣ ਹੋਣੀ ਆ ਪੰਚਾਇਤ ਚੋਂ, ਮੈਂਬਰਾਂ ਚੋਂ। ਅਸੀਂ ਤਾਂ ਕਹਿ ਚੁੱਕੇ ਵੀ ਅਸੀਂ ਹੱਸਦੇ ਹੱਸਦੇ ਆਪਦਾ ਚਾਰਜ ਉਹਨੂੰ ਦੇ ਦਿਆਂਗੇ, ਕੁੰਜੀਆਂ ਤੇ ਲੋਕ ਸਾਰਾ ਸਿਸਟਮ ਉਹਨੂੰ ਸੰਭਾਲ ਦਿਆਂਗੇ। ਕੋਈ ਚੀਜ਼ ਇੱਥੇ ਜਿਵੇਂ ਪਈ ਹੈ ਐਜ਼ ਇਟ ਇਜ਼ ਹਿਲਾਉਂਦੇ ਨਹੀਂ। ਪਰ ਸਰਕਾਰ ਨੂੰ ਇੱਕੋ ਹੀ ਬੇਨਤੀ ਆ, ਸਰਕਾਰੀ ਅਧਿਕਾਰੀ ਨੂੰ, ਵੀ ਇਹ ਚੀਜ਼ਾਂ ਦਾ ਰਿਕਾਰਡ ਹੋਵੇ ਉਹਨਾਂ ਕੋਲ, ਲਿਖਤ ਹੋਊਗੀ ਖਾਤੇ 'ਚ ਵੀ ਮੈਨੂੰ 2 ਅਲਮਾਰੀਆਂ ਦਿੱਤੀਆਂ ਸੀ, ਤੁਹਾਨੂੰ ਮੈਂ ਕੀ ਚੀਜ਼ ਸੌਂਪ ਰਿਹਾ, ਹਰ ਚੀਜ਼ ਦੀ ਲਿਖਤ ਕਰਕੇ ਫਿਰ ਇੱਥੋਂ ਚਲਾ ਜਾਵਾਂਗੇ। ਹਾਂ, ਫਿਰ ਜੇ ਮੈਂ ਇੱਥੇ ਆਵਾਂਗਾ, ਚਲੋ ਪੰਚਾਇਤ ਦੇ ਕੰਮ ਆ, ਕਈ ਵਾਰ ਆਉਣਾ ਵੀ ਪੈਂਦਾ, ਪਰ ਮੈਂ ਇੱਥੇ ਬਿਨ ਸਿਸਟਮ ਤੋਂ ਨਹੀਂ ਆਉਂਦਾ। ਜੇ ਸਿਸਟਮ ਦੇ ਥਰੂ ਮੈਨੂੰ ਲੋਕ ਇੱਥੇ ਬੁਲਾਉਣਗੇ ਤਾਂ ਅੱਗੇ ਲਾਉਣਗੇ ਤਾਂ ਆਊਂਗਾ। ਹੁਣ ਤਾਂ ਮੈਨੂੰ ਲੋਕਾਂ ਨੇ ਨਹੀਂ ਨਾ ਇੱਥੋਂ ਕੱਢ ਰਹੇ, ਮੈਨੂੰ ਸਰਕਾਰ ਕੱਢ ਰਹੀ ਹੈ, ਤੇ ਫਿਰ ਮੈਨੂੰ ਹੱਸਦੇ ਹੱਸਦੇ ਹੀ ਜਾਣਾ ਚਾਹੀਦਾ। ਇਹ ਚੀਜ਼ ਨਾਲ ਮੋਹ ਥੋੜੀ ਆ, ਇਹ ਚੀਜ਼ ਤਾਂ ਬਣਾਈ ਪਿੰਡ ਵਾਸਤੇ ਆ। ਦੇ ਦਿਆਂਗਾ, ਚਾਬੀਆਂ ਦੇਵਾਂਗੇ, ਜਿਹੜਾ ਵੀ ਸਾਡਾ ਕਾਰਜਕਾਰੀ ਪੰਚ ਆਊਗਾ, ਸਾਰੇ ਪੰਚ ਸਾਡੇ ਸਤਿਕਾਰਯੋਗ ਆ। ਦੇਖੋ 14 ਮੈਂਬਰੀ ਪੰਚਾਇਤ ਆ, ਮਾਤਾ ਨੂੰ ਲੈ ਕੇ 13 ਮੈਂਬਰ ਆ, 13 ਨੇ ਅੱਜ ਤੱਕ ਮਤਿਆਂ 'ਚ ਸਾਥ ਦਿੱਤਾ। ਸਹੀ ਹੈ। ਕਿੱਡਾ ਸਾਥ ਦਿੱਤਾ ਪਿੰਡ ਦੇ ਕੰਮ ਚਲਾਉਣ ਵਾਸਤੇ, ਸਾਡੇ ਵਾਸਤੇ ਉਹ ਵੀ ਰੱਬ ਰੂਪੀ ਨੇ, ਠੀਕ ਆ। ਹੁਣ ਇੱਕ ਆ ਗਿਆ ਸੀ ਵੀ ਉਹਨਾਂ 'ਚੋਂ ਮੈਂ ਕਿਹਨੂੰ ਚੁਣਾ, ਸੋ ਮੈਂ ਉੱਥੇ ਮਾਫੀ ਮੰਗ ਲਈ ਵੀ ਤੁਸੀਂ ਦੇਖੋ ਤੁਹਾਨੂੰ ਅਧਿਕਾਰ ਆ, ਤੁਸੀਂ 13 ਚੋਂ ਇੱਕ ਚੁਣਨਾ, ਜਿਹੜਾ ਮਰਜ਼ੀ ਚੁਣ ਲਓ, ਜਿਹੜਾ ਆ ਗਿਆ ਮੇਰੇ ਵਾਸਤੇ ਤਾਂ ਵੈਲਕਮ ਆ। ਮਾਤਾ ਜੀ ਬੰਨਿਓ, ਅਸੀਂ ਚਾਬੀਆਂ ਤੁਹਾਨੂੰ ਸੌਂਪ ਕੇ ਸਾਰਾ ਸਿਸਟਮ ਤੁਹਾਨੂੰ ਸੌਂਪ ਦਿਆਂਗੇ। ਤੇ ਉਹਨਾਂ 'ਚੋਂ ਕਈ ਪੰਚ ਹੁਣ ਨਾਰਾਜ਼ ਹੋ ਗਏ ਵੀ ਤੂੰ ਮੇਰਾ ਨਾਂ ਲੈ, ਤੂੰ ਮੈਨੂੰ ਕਰ ਵੀ ਇਹਨੂੰ ਬਣਾਓ ਸਰਪੰਚ। ਮੈਂ ਤੈਨੂੰ ਐਂ ਕਿਹਾ ਸੀ, ਤੇਰੇ ਵਾਰੀ ਮੈਂ ਕੀਤਾ, ਹਾਂ ਤੇਰੇ ਨਾਲ ਮੈਂ ਖੜਾ। ਮਾਂ ਵੀ ਯਾਰ ਮੇਰੇ ਨਾਲ ਤਾਂ ਫਿਰ 13 ਹੀ ਖੜੇ ਆ ਨਾ, ਮੈਂ ਹੁਣ ਇੱਕ ਦੀ ਚੋਣ ਕਿਵੇਂ ਕਰਨਾ? ਜਾਂ ਤਾਂ ਕੋਈ ਹੁੰਦਾ ਵੀ ਤੁਸੀਂ ਸਾਰੇ ਰਲ ਕੇ ਮਾਤਾ ਨੂੰ ਅਧਿਕਾਰ ਦੇ ਦਿੰਦੇ ਵੀ ਮਾਤਾ ਜੀ ਆਹ ਸਹੁੰ ਖਾਂਦੇ ਆ, ਜਿਹਨੂੰ ਤੁਸੀਂ ਚੁਣ ਦੋਗੇ ਓਕੇ ਆ, ਫਿਰ ਇੱਕ ਨੂੰ ਅਸੀਂ ਚੁਣ ਦਿੰਦੇ ਜਦੋਂ ਤੁਸੀਂ ਖੁਸ਼ ਹੁੰਦੇ। ਹੁਣ ਤੁਸੀਂ ਨਿੱਜੀ ਉਹਨਾਂ 'ਚ ਪੈ ਗਏ। 4.5 ਸਾਲ 5 ਸਾਲ ਅਸੀਂ ਇਹ ਪੰਚਾਇਤ ਦਾ ਰੁਤਬਾ ਪੰਜਾਬ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਗਏ। ਅੱਜ ਜੇ ਇਸ ਤਰ੍ਹਾਂ ਬਿਖਰਦਾ ਸਿਸਟਮ ਜਦੋਂ ਕਾਰਜਕਾਰੀ ਪੰਚ ਲਾਉਣ ਦੀ ਆ ਗਈ ਤਾਂ ਇਹ ਫਿਰ ਤਮਾਸ਼ਾ ਬਣ ਜਾਏਗਾ। ਉਹਨਾਂ ਨੂੰ ਬੇਨਤੀ ਵੀ ਕੀਤੀ ਵੀ ਇਹ ਨਾ ਬਣਨ ਦਿਓ, ਵੀ ਇਹ 'ਚ ਮੈਂ ਹੁਣ ਜਾ ਕੇ ਕੋਈ ਕਿੰਤੂ ਪਰੰਤੂ ਤਾਂ ਕਰਨੀ ਨਹੀਂ। ਜਿਹੜਾ ਤੁਸੀਂ ਚੁਣਨਾ ਚਾਹੁੰਦੇ 13 ਦੇ 13 ਵੈਲਕਮ ਆ, ਜਿਹੜਾ ਵੀ ਚੁਣ ਲਿਆ ਸੀ ਤਾਂ ਉਹਨੂੰ ਚਾਰਜ ਦੇ ਜਾਣਾ। ਜਿਵੇਂ ਤੁਸੀਂ ਖਰਚਾ ਕੀਤਾ, ਤੁਸੀਂ ਕਹਿੰਦੇ ਵੀ ਹਜੇ ਤੱਕ ਕਰ ਰਹੇ ਆ, ਪਹਿਲਾਂ ਵੀ ਕੀਤਾ, ਘਰੋਂ ਰੋਕ ਟੋਕ ਨਹੀਂ ਹੋਈ ਵੀ ਕਿਉਂ ਆਪਦਾ ਕੰਮ ਕਰ ਲਾ, ਕੋਈ ਇੱਧਰ ਕੀ ਲੈਣਾ ਹੁਣ ਤੂੰ ਐਵੇਂ ਪਾਰਟੀਆਂ ਪਿੱਛੇ ਫਿਰ ਕੇ, ਜਾਂ ਪਿੰਡ ਖਰਚਾ ਕਰਕੇ ਕੀ ਜ਼ਰੂਰਤ ਹੈ? ਪਰਿਵਾਰ ਦੇ ਤੌਰ ਤੇ 2018 'ਚ ਮਈ 2018 'ਚ 4 ਮਈ 2018 'ਚ ਫਾਦਰ ਸਾਹਿਬ ਦੀ ਡੈਥ ਹੋ ਗਈ ਮੇਰੀ ਇਲੈਕਸ਼ਨ ਤੋਂ 7-8 ਮਹੀਨੇ ਪਹਿਲਾਂ। ਠੀਕ ਹੈ। ਤੇ ਮਾਤਾ ਜੀ ਆ, ਮੈਂ ਆ ਘਰੇ, ਬਸ ਅਸੀਂ ਦੋਨੇ ਜਾਣੇ ਹੈਗੇ ਆ। ਮੈਰਿਜ ਨਹੀਂ ਕਰਵਾਈ? ਨਹੀਂ, ਮੈਰਿਜ ਨਹੀਂ ਕਰਵਾਈ ਮੈਂ। ਕਿਉਂ? ਉਹਦਾ ਹੀ ਕਾਰਨ ਹੈ। ਕਿਉਂ ਦਾ ਤਾਂ ਹੁਣ ਇਹ ਕੋਈ ਰੀਜ਼ਨ ਨਹੀਂ ਹੁੰਦਾ, ਬਸ ਹਜੇ ਜਦੋਂ ਦੇ ਸਮਾਜ ਸੇਵਾ 'ਚ ਲੱਗਿਆ ਇੱਧਰ ਹੀ ਸਾਰਾ ਟਾਈਮ ਐਕਸਪੈਂਡ ਕਰਤਾ। ਠੀਕ ਆ, ਇਸੇ ਚੀਜ਼ਾਂ 'ਚ ਲੱਗੇ ਹੁਣ ਇੱਧਰ ਹੀ ਧਿਆਨ ਹੈ। ਮਾਤਾ ਨੂੰ ਨਹੀਂ ਆਖਿਆ? ਮਾਤਾ ਤਾਂ ਹੁਣ ਸਾਰਾ ਦਿਨ ਹੀ ਰੋਂਦੀ ਆ, ਰੌਲਾ ਪਾਉਂਦੀ ਆ। ਠੀਕ ਆ। ਮਾਤਾ ਫਿਰ ਇਹ ਕਿਉਂ, ਕੀ ਕਾਰਨ ਹੈ? ਤੈਨੂੰ ਤਾਂ ਵੱਧ ਮਾਤਾ ਦਾ ਭਾਈ ਇਹ ਕਹਿੰਦੇ ਜੇ ਹੁਣ ਤੂੰ ਕਹੇ ਦਿੰਦਰ ਨੇ ਵਿਆਹ ਨਹੀਂ ਕਰਾਇਆ, ਭਾਈ ਕਰਾਇਆ ਨਹੀਂਗਾ, ਫਿਰ ਕਹਿੰਦਾ ਮੰਮੀ ਤੂੰ ਕਿਉਂ ਕਹਿੰਦੀ ਹੈ? ਮੈਂ ਕਹਿੰਦੀ ਜਦੋਂ ਅਗਲੇ ਨੂੰ ਪੁੱਛਦਾ ਮੈਂ ਹੋਰ ਕੀ ਕਹਾਂ ਵੀ ਭਾਈ ਕਰਾਇਆ ਨਹੀਂ। ਮੇਰੇ ਨਾਲ ਫਿਰ ਗੁੱਸੇ ਵੀ ਤੂੰ ਕਹੀ ਨਹੀਂ ਹੈ, ਮੈਂ ਨਹੀਂ ਕਹੀ, ਲੋਕ ਪੁੱਛਦੇ, ਲੋਕਾਂ ਨੂੰ ਨਹੀਂ ਪਤਾ ਇਹ ਕਾਹਤੋਂ ਨਹੀਂ ਕਰਾਇਆ? ਮੈਂ ਤਾਂ ਕੀ ਕਾਰਨ ਕੀ? ਬਸ ਆ ਲੋਕ ਸੇਵਾ 'ਚ ਪੈ ਗਿਆ ਭਾਈ। ਅੱਛਾ, ਲੋਕ ਸੇਵਾ 'ਚ ਪੈ ਗਿਆ। ਮੰਮੀ ਜੇ ਮੈਂ ਵਿਆਹ ਕਰਵਾ ਲਿਆ ਤਾਂ ਮੈਥੋਂ ਫਿਰ ਪਿੰਡ ਦੇ ਕੰਮ ਨਹੀਂ ਹੋਣੇ। ਇਹ ਫਿਰ ਮੈਥੋਂ ਪਿੰਡ ਦੇ ਕੰਮ? ਹਾਂ, ਛੋਟਾ ਬੇਟਾ ਵਿਆਹ ਵਾ, ਸੁਖਨਾ ਪੋਤਾ। ਠੀਕ ਹੈ, ਠੀਕ ਹੈ, ਠੀਕ ਹੈ। ਵੀ ਇਸੇ ਚੱਕਰ 'ਚ ਨਹੀਂ ਕਰਵਾਇਆ ਹੈ? ਹਾਂ, ਇਸੇ ਚੱਕਰ 'ਚ। ਤੇ ਤੁਸੀਂ ਧੱਕੇ ਨਾਲ ਨਹੀਂ ਜ਼ੋਰ ਚਾਹ, ਜਿਵੇਂ ਘਰ ਦੇ ਕਹਿੰਦੇ ਵੀ ਹੁਣ ਤਾਂ ਇੱਧਰ ਲੈ ਕੇ ਹੀ ਚੱਲੇ ਆ, ਬੰਨ ਕੇ ਲੈ ਜਾਗੇ ਹੁਣ ਤੈਨੂੰ। ਫਿਰ ਜਿਵੇਂ ਚਲੋ ਇਹਦੀ ਅਸੀਂ ਹੁਣ
ਉਹ ਬਈ ਹੁਣ ਜੇ ਆਪਾਂ ਪੁਰਾਣਾ ਵਿਰਸਾ ਲੈ ਲਈਏ, ਸੰਜੋਗ ਵੀ ਹੁੰਦੇ ਆ, ਜੇ ਸੰਜੋਗ ਹੁੰਦੇ ਹੋ ਜਾਂਦਾ। ਸੰਜੋਗ ਬਣੇ ਨਹੀਂ ਹੈ। ਇਹ ਪਿੱਛੇ ਤੁਸੀਂ ਮੈਂ ਵੇਖਿਆ ਹੈਗਾ, ਚਲੋ ਦਫ਼ਤਰ ਵੀ ਇੱਕ ਮੰਨ ਲਈਏ ਵੀ ਚਲੋ ਇਹ ਵੀ ਕੋਈ ਸੋਹਣਾ ਬਣਾ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ, ਪਰ ਦਫ਼ਤਰ ਦੇ ਵਿੱਚ ਜਿਹੜੀਆਂ ਫੋਟੋ ਲੱਗੀਆਂ, ਮਤਲਬ ਹਰ ਬਹੁਤੇ ਹੁਣ ਜੇ ਮੈਂ ਲਿਆਵਾਂ ਵੀ ਪੰਜਾਬ ਦੇ 70% ਸਰਪੰਚਾਂ ਨੂੰ ਤਾਂ ਬਹੁਤੇ ਬੰਦਿਆਂ ਦੀਆਂ ਫੋਟੋਆਂ ਬਾਰੇ ਵੀ ਸਮਝ ਨਹੀਂ ਹੋਣੀ, ਠੀਕ ਹੈ। ਜਿਵੇਂ ਅਸੀਂ ਕਹਿ ਲਈਏ ਸਦਾਮ ਹੁਸੈਨ ਦੀ ਫੋਟੋ, ਮਤਲਬ ਸਦਾਮ ਹੁਸੈਨ ਦੀ ਫੋਟੋ ਤੁਹਾਡੇ ਦਫ਼ਤਰ 'ਚ ਲੱਗਣੀ, ਹਾਲਾਂਕਿ ਜਿਹੜੀ ਆ ਸਾਡਾ ਦੇਸ਼ ਹੈ ਅਮਰੀਕਾ ਦੇ ਹਿੱਤ ਦੇ ਵਿੱਚ ਉਹਦੇ ਹਿਸਾਬ ਨਾਲ ਚੱਲਦਾ ਹੈਗਾ, ਅਤੇ ਸਦਾਮ ਹੁਸੈਨ ਤਾਂ ਉਹਦਾ ਦੁਸ਼ਮਣ ਸੀਗਾ। ਸਦਾਮ ਹੁਸੈਨ ਨੂੰ ਤਾਂ ਇੱਕ ਜੇ ਕਹਿ ਲਈਏ ਕਿ ਬਾਗੀ, ਅੱਤਵਾਦੀ, ਮਾੜੇ ਬੰਦੇ ਦੇ ਤੌਰ 'ਤੇ ਪੇਸ਼ ਕੀਤਾ ਗਿਆ, ਤੁਹਾਡੇ ਦਫ਼ਤਰ ਦੇ ਵਿੱਚ ਉਹਦੀ ਫੋਟੋ ਹੈ। ਸਦਾਮ ਹੁਸੈਨ ਨੂੰ ਇੰਟਰਨੈਸ਼ਨਲ ਮੀਡੀਆ ਖਲਨਾਇਕ ਦੇ ਤੌਰ ਤੇ ਪੇਸ਼ ਕਰਦੀ ਆ, ਪਰ ਸਦਾਮ ਹੁਸੈਨ ਦੀ ਸਾਰੀ ਜੀਵਨੀ ਜੇ ਤੁਸੀਂ ਪੜ੍ਹੋ ਤਾਂ ਮੈਂ ਕਹਿੰਦਾ ਵੀ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਰਾਹ 'ਤੇ ਆਪਾਂ ਨੂੰ ਚੱਲਣਾ ਚਾਹੀਦਾ, ਜਿਹੜੇ ਉਹਨਾਂ ਨੇ ਰਾਹ ਦਿਖਾਇਆ। ਸੋ ਮੈਂ ਤਾਂ ਆਪਦੀ ਲਾਈਫ 'ਚ ਦੇਖਿਆ ਵੀ ਉਹਨਾਂ ਰਾਹਾਂ 'ਤੇ ਜੇ ਕੋਈ ਵਰਲਡ ਦਾ ਬੰਦਾ ਜਾਂ ਵਰਲਡ ਦਾ ਕੋਈ ਰਾਜਨੇਤਾ ਚੱਲਿਆ, ਉਹਨਾਂ ਬਰਾਬਰ ਤਾਂ ਨਹੀਂ ਹੋ ਸਕਦਾ, ਪਰ ਉਹਨਾਂ ਰਾਹਾਂ 'ਤੇ ਸਦਾਮ ਹੁਸੈਨ ਚੱਲਿਆ। ਐਡਾ ਵੱਡਾ ਰਾਜ ਭਾਗ ਉਹਦੇ ਕੋਲੇ, ਸੋਨੇ ਦੇ ਮਹਿਲ, ਹਰ ਸਿਸਟਮ, ਪਰ ਉਹ ਕੱਲਾ ਜੇ ਅਮਰੀਕਾ ਦੀ ਦੀਨ ਲਾ ਮੰਨ ਲੈਂਦਾ, ਉਹਨਾਂ ਦੇ ਥੱਲੇ ਲੱਗ ਲੈਂਦਾ, ਤਾਂ ਸਾਰਾ ਚੀਜ਼ ਉਵੇਂ ਹੀ ਰਹਿਣੇ ਸੀ ਐਜ਼ ਇਟ ਇਜ਼। ਜਿਵੇਂ ਹੁਣ ਮੈਂ ਸਰਕਾਰ ਦੀ ਦੀਨ ਮੰਨ ਲੈਂਦਾ ਤਾਂ ਮੇਰੀ ਸਰਪੰਚੀ ਕਾਇਮ ਰਹਿਣੀ ਸੀ, ਉਹਨੇ ਨਹੀਂ ਮੰਨੀ, ਤੇ ਉਸ ਵਾਸਤੇ ਨੁਕਸਾਨ ਕੀ ਹੋਇਆ? ਅਮਰੀਕਾ ਨੇ ਸਾਰੇ ਮਹਿਲ ਢਾਤੇ ਉਹਨੂੰ। ਉਹਦਾ ਬੇਟਾ ਸੀ ਕੁਸ਼ਵ ਤੇ ਉਦਵ, ਉਹਨਾਂ ਨੂੰ ਮਾਰਤਾ, ਉਹਦੀ ਸਾਰੀ ਫੈਮਿਲੀ ਮਾਰਤੀ, ਇਹਨੂੰ ਫਾਂਸੀ ਦੇਤਾ, ਪਰ ਉਹਨੇ ਜਿਹੜਾ ਆਪਣੀ ਸਟੇਟ ਦਾ ਰੁਤਬਾ ਸੀ, ਆਪਣੇ ਲੋਕਾਂ ਦਾ ਰੁਤਬਾ, ਉਹ ਝੁਕਿਆ ਨਹੀਂ। ਸੋ ਅਟੈਕ ਕਿਉਂ ਕੀਤਾ ਸੀ ਅਮਰੀਕਾ ਨੇ ਇਰਾਕ ਤੇ? ਨਿਊਕਲੀਅਰ ਵੈਪਨ ਕਰਕੇ। ਵਰਲਡ 'ਚ ਉਹਨਾਂ ਤੇ ਦੋਸ਼ ਲਾਇਆ ਗਿਆ ਸੀ ਵੀ ਇਹਨਾਂ ਕੋਲੇ ਪਰਮਾਣੂ ਹਥਿਆਰ ਆ, ਜਿਨ੍ਹਾਂ ਕਰਕੇ ਅਸੀਂ ਇਰਾਕ ਤੇ ਅਟੈਕ ਕਰ ਰਹੇ ਹਾਂ। ਪਰ ਦੱਸੋ ਅੱਜ ਤੱਕ ਪਰਮਾਣੂ ਹਥਿਆਰ ਉੱਥੇ ਮਿਲੇ? ਕੁਛ ਵੀ ਨਹੀਂ ਮਿਲਿਆ। ਸੋ ਕੱਲੀ ਜੱਦੋ ਜਹਿਦ ਕਾਹਦੀ ਸੀ? ਤੇਲ ਦੀ। ਤੇਲ ਤੇ ਕਬਜ਼ਾ ਕਰਨਾ ਸੀ ਅਮਰੀਕਾ ਨੇ, ਆਪਦੇ ਉਹਦੇ ਨਿੱਜੀ ਹਿੱਤ ਆ। ਉਹਨਾਂ ਦੀ ਜਿਹੜੀ ਮੀਡੀਆ ਉਹ ਜਿਹੇ ਜਿਹਾ ਬੰਦੇ ਨੂੰ ਖਲਨਾਇਕ ਬਣਾ ਕੇ ਪੇਸ਼ ਕਰਦੇ। ਅਮਰੀਕਨ ਮੀਡੀਆ ਤਾਂ ਸਾਰਾ ਵਰਲਡ ਖਲਨਾਇਕ ਦੇ ਤੌਰ ਤੇ ਦੇਖੋ, ਜੇ ਉਹਨੂੰ ਹੀਰੋ ਮੰਨ ਲੇ ਤਾਂ ਹੀਰੋ ਦੇ ਤੌਰ ਤੇ। ਸੋ ਸਦਾਮ ਤਾਂ ਸਾਡੇ ਮਾਰਗਦਰਸ਼ਕ ਨੇ, ਇੱਕ ਐਸਾ ਯੋਧਾ, ਐਸਾ ਬਾਗੀ ਤਾਂ ਹਮੇਸ਼ਾ ਦੇਖੋ ਫਿਰ ਫਾਂਸੀਆਂ ਤੇ ਹੀ ਚੜ੍ਹਦੇ ਨੇ। ਬਾਗੀ ਰਾਜ ਭਾਗ ਤਾਂ ਫਿਰ ਮੌਕਾ ਪ੍ਰਸਤ ਲੋਕ ਹੀ ਹੰਡਾਉਂਦੇ ਨੇ, ਠੀਕ ਆ। ਤੇ ਉਹ ਬਾਗੀ ਸੀਗਾ ਤਾਂ ਵਧੀਆ, ਉਹਨੇ ਤਾਂ ਸਾਡਾ ਆਈਡਲ। ਨਾਲ ਹੀ ਇੱਧਰ ਮੈਂ ਵੇਖਿਆ ਚੇ ਗੁਵੇਰਾ ਦੀ ਵੀ ਫੋਟੋ ਲੱਗੀ ਹੋਈ। ਚੇ ਗੁਵੇਰਾ ਵੀ ਦੇਖੋ ਬਾਗੀ ਸੀ, ਉਹਨੇ ਜੰਗਲਾਂ 'ਚ ਰਹਿ ਕੇ ਸੰਘਰਸ਼ ਕੀਤਾ ਆਪਦੇ ਲੋਕਾਂ ਵਾਸਤੇ। ਸੋ ਉਹਦਾ ਵੀ ਅੰਤ ਐਂ ਹੀ ਹੋਇਆ, ਬੋਲੀਵੀਅਨ ਆਰਮੀ ਨੇ ਉਹਨੂੰ ਮਾਰਤਾ ਸੀ। ਲੋਕ ਕਿੱਡੀ ਪਾਵਰ ਆ ਚੇ ਗੁਵੇਰਾ। ਇੱਕ ਦਿਨ ਮੈਂ ਇੱਥੇ ਇਹ ਕਰ ਰਿਹਾ ਸੀ, ਆਪਦੇ ਪੇਜ ਤੋਂ ਲਾਈਵ ਹੋ ਰਿਹਾ ਸੀ, ਚੇ ਗੁਵੇਰਾ ਵਾਸਤੇ ਕਰ ਰਿਹਾ ਸੀ, ਤਾਂ ਕਿਸੇ ਦਾ ਕਮੈਂਟ ਆਇਆ, ਉਹ ਇਹਨਾਂ ਮੂਰਖਾਂ ਨੂੰ ਚੇ ਗੁਵੇਰਾ ਬਾਰੇ ਕੀ ਪਤਾ। ਤੇ ਚਲੋ ਬੱਚਿਆਂ ਨੂੰ, ਸਾਡਿਆਂ ਨੂੰ ਪਤਾ, ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਪਤਾ ਹੈਗਾ ਇਹਨਾਂ ਬਾਰੇ। ਸੋ ਇਹ ਤਾਂ ਕਰਕੇ ਫਿਰ ਚਰਕਲੀ ਲਿਆ। ਹੁਣ ਨੌਜਵਾਨ ਪੀੜ੍ਹੀ ਦੀ ਬਹੁਤ ਦੀ ਮੰਗ ਸੀ, ਸਿੱਧੂ ਮੂਸੇਵਾਲੇ ਦੀ ਵੀ ਫੋਟੋ ਲਾਓ। ਸੋ ਅਸੀਂ ਇਸ ਫਰੇਮ ਤੇ ਉਹਨਾਂ ਨੂੰ ਜਗ੍ਹਾ ਦੇਵਾਂਗੇ। ਉਹਨਾਂ ਦੇ ਪੇਰੈਂਟਸ ਕੋਲੇ ਮੈਂ ਜਾਣਾ ਗਾ, ਮਾਤਾ ਜੀ ਕੋਲੇ ਵੀ, ਤੇ ਉਹਨਾਂ ਦੇ ਫਾਦਰ ਸਾਹਿਬ ਕੋਲੇ 2-2 ਘੰਟੇ 3-3 ਘੰਟੇ ਬੈਠ ਕੇ ਉਹਨਾਂ ਮੈਨੂੰ ਵਧੀਆ ਸਤਿਕਾਰ ਕਰਦੇ ਨੇ। ਸੋ ਉਹਨਾਂ ਤੋਂ ਇੱਕ ਵਾਅਦਾ ਲਿਆ ਸੀ ਵੀ ਇੱਥੇ ਸਹਿਣੇ ਬੁਲਾਉਣਾ ਤੁਹਾਨੂੰ, ਤੇ ਮੈਂ ਇੱਥੇ ਵੱਡਾ ਇਕੱਠ ਰੱਖਾਂਗਾ। ਕਿਹਨਾਂ ਦਾ ਇਕੱਠ? ਸਾਰੇ ਸਕੂਲੀ ਜਿਹੜੇ ਬੱਚੇ ਨੇ ਉਹਨਾਂ ਦਾ, ਨੌਜਵਾਨਾਂ ਦਾ, ਵੀ ਤੁਹਾਡੇ ਤੋਂ ਇੱਕ ਸਪੀਚ, ਮੋਟੀਵੇਸ਼ਨ ਸਪੀਚ ਕਰੋ ਮੇਰੇ ਪਿੰਡ ਆ ਕੇ ਬੱਚਿਆਂ ਨੂੰ, ਵੀ ਨਸ਼ਿਆਂ ਤੋਂ ਦੂਰ ਰਹੋ, ਚੰਗੇ ਰਾਹ। ਸੋ ਆ ਹੁਣ ਸਿਸਟਮ ਕਰਕੇ ਫਿਰ ਇਹ ਹਜੇ ਨਹੀਂ ਬੁਲਾਇਆ ਜਾਣਾ। ਉਹ ਉਹਨਾਂ ਦੀ ਸਿਹਤ ਵੀ ਖਰਾਬ ਸੀ, ਫਿਰ ਜਲੰਧਰ ਇਲੈਕਸ਼ਨ 'ਚ ਵੀ ਸੀਗੇ। ਹੁਣ ਤਾਂ ਅਸੀਂ ਰਿਮੂਵ ਹੋ ਜਾਵਾਂਗੇ ਇੱਥੋਂ, ਤੇ ਫਿਰ ਕੋਈ ਨਾ ਮੌਕਾ ਮਿਲਿਆ ਤਾਂ ਉਹਨਾਂ ਨੂੰ ਬੁਲਾਵਾਂਗੇ ਜ਼ਰੂਰ। ਹਾਂ, ਤੇ ਉਹ ਮਲਾਲਾ ਯੂਸਫ ਜਈ ਆ ਦੇਖੋ, ਹੈ ਨਾ, ਉਹ ਐਜੂਕੇਸ਼ਨ ਵਾਸਤੇ ਕੰਮ ਕੀਤਾ ਉਹਨੇ ਵਰਲਡ ਲੈਵਲ 'ਤੇ। ਤਾਲਿਬਾਨ ਨੇ ਗੋਲੀ ਮਾਰੀ ਸੀ, ਅਤੇ ਅੱਜ ਉਹ ਫਿਰ ਅੰਬੈਸਡਰ ਯੂਨਾਈਟਿਡ ਨੇਸ਼ਨ ਦੀ ਐਜੂਕੇਸ਼ਨ ਵਾਸਤੇ, ਅਤੇ ਕਿੱਡਾ ਉਹਨੂੰ ਮੇਰਾ ਖਿਆਲ ਨੋਬਲ ਪ੍ਰਾਈਜ਼ ਵੀ ਮਿਲਿਆ। ਸੋ ਇਹ ਸਾਰੇ ਫਿਰ ਆਪਣੇ ਇੰਡੀਅਨ ਵੀ ਹੈਗੇ ਨੇ, ਬਾਬਾ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਨੇ, ਤੇ ਮਹਾਰਾਜਾ ਰਣਜੀਤ ਸਿੰਘ ਨੇ। ਬਿਲਕੁਲ ਸਾਰੇ ਨੇ। ਅੱਛਾ, ਜਿਹੜੀ ਹੁਣ ਆਪਾਂ ਥੋੜ੍ਹਾ ਜਿਹਾ ਅੰਤ ਵੱਲ ਨੂੰ ਵੱਧਦੇ ਹਾਂ, ਉਹ ਇਹ ਹੈ ਕਿ ਜਿਵੇਂ ਹੁਣ ਤੁਹਾਡੀ ਸਰਕਾਰ ਨਾਲ ਟੱਸਰ ਰਹੀ, ਐਮਐਲਏ ਨਾਲ ਟੱਸਰ ਰਹੀ, ਇਦੋਂ ਪਹਿਲਾਂ ਵੀ ਇਸ ਕਈ ਲੋਕ ਇਹ ਵੀ ਕਹਿੰਦੇ ਤੁਹਾਡੇ ਬਾਰੇ ਕਿ ਕਹਿੰਦੇ ਵੀ ਕਾਂਗਰਸੀ ਨਾਲ ਤਾਂ ਮਿਲ ਕੇ ਚੱਲਦੇ ਸੀ, ਕਾਂਗਰਸ ਨਾਲ ਵੀ ਕਦੇ ਟੱਸਰ ਰਹੀ ਹੈ ਕਿ ਸਿਰਫ ਆਮ ਆਦਮੀ ਪਾਰਟੀ ਤੇ ਕੋਈ ਨਿੱਜੀ ਰੰਜਿਸ਼ ਸੀ? ਨਹੀਂ, ਕਾਂਗਰਸ ਨਾਲ ਤਾਂ ਬਹੁਤ ਜ਼ਿਆਦਾ ਰਹੀ ਹੈ। 25-25 ਕਰੋੜ ਦੀ ਹਰ ਇੱਕ ਹਲਕੇ ਨੂੰ ਗ੍ਰਾਂਟ ਰਿਲੀਜ਼ ਹੋਈ ਸੀ ਚੰਨੀ ਸਾਹਿਬ ਵੱਲੋਂ।
ਤਾਂ ਸਾਡੇ ਜਿਹੜੇ ਪਿੰਡ ਦੇ ਹਾਕਾ ਮਾਰ ਲਏ ਗਏ ਸੀ, 2 ਤੋਂ 3 ਲੱਖ ਰੁਪਇਆ ਮੇਰੇ ਪਿੰਡ ਨੂੰ ਦੇ ਰਹੇ ਸੀ। ਤੇ ਅਸੀਂ ਸਾਰੇ ਸਰਪੰਚਾਂ ਨੂੰ ਲੈ ਕੇ ਡੀਸੀ ਸਾਹਿਬ ਦੇ ਦਫ਼ਤਰ ਮੂਹਰੇ ਧਰਨੇ ਤੇ ਬੈਠ ਗਿਆ। ਉਸ ਤੋਂ ਬਾਅਦ ਜਿੰਨੀ ਕਾਂਗਰਸ ਦੀ ਲੀਡਰਸ਼ਿਪ ਇਲੈਕਸ਼ਨਾਂ 'ਚ ਆਈ ਉਹਨਾਂ ਮੂਹਰੇ ਧਰਨੇ ਤੇ ਬੈਠ ਗਏ ਤੇ ਵੀ ਸਾਨੂੰ ਸਾਡਾ ਹੱਕ ਬਣਦਾ ਹੱਕ ਦੇ ਦਿਓ ਪੋਪੂਲੇਸ਼ਨ ਦੇ ਹਿਸਾਬ ਨਾਲ। ਤਾਂ ਮੈਨੂੰ ਟਿਕਾਉਣ ਵਾਸਤੇ 6 ਲੱਖ ਵੀ ਕਹਿ ਦਿੱਤਾ ਗਿਆ ਵੀ ਤੇਰੇ ਪਿੰਡ ਨੂੰ ਦੇ ਦਿੰਦੇ ਆ। ਨਹੀਂ, ਮੈਂ 6 ਲੱਖ ਨਹੀਂ ਲੈਣਾ। ਮੇਰੇ ਪਿੰਡ ਨੂੰ ਚਾਹੇ 4 ਲੱਖ ਆਉਂਦਾ, ਉਸ ਰਕਮ 'ਚੋਂ ਜਿੰਨੇ ਪਿੰਡ ਨੇ ਜੇ ਪੋਪੂਲੇਸ਼ਨ ਦੇ ਹਿਸਾਬ ਨਾਲ। ਸੋ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਸੰਘਰਸ਼ ਕੀਤਾ, 45 ਲੱਖ ਦੇ ਕਰੀਬ ਮੇਰੇ ਪਿੰਡ ਨੂੰ ਉਸ 'ਚੋਂ ਗ੍ਰਾਂਟ ਆਈ। ਪੰਜਾਬ ਨਿਰਮਾਣ 'ਚੋਂ ਜਿਹੜਾ ਪੰਜਾਬ ਸਰਕਾਰ ਦਾ ਹੈਗਾ ਪੈਸਾ। ਸੋ ਹੁਣ ਨਾ ਸੰਵਿਧਾਨ 'ਚ ਵੀਰ ਜੀ ਬੜਾ ਸਿਸਟਮ ਬਣ ਗਿਆ ਸਾਰਾ। ਤੇ ਸਰਕਾਰਾਂ ਜਾਂ ਲੀਡਰਸ਼ਿਪ ਤਾਂ ਜਿਵੇਂ ਮਰਜ਼ੀ ਕਹੀ ਜਾਵੇ, ਇੱਕ ਵਿੱਤ ਕਮਿਸ਼ਨ ਦੀ ਗ੍ਰਾਂਟ ਆਉਂਦੀ ਹੈ, ਉਹ ਹਰ ਇੱਕ ਪੰਚਾਇਤ ਨੂੰ ਉਹਦੇ ਖਾਤੇ 'ਚ ਡਿਲੀਵਰ ਹੋ ਜਾਣੀ ਆ। ਮੀਂਹ ਆਵੇ ਹਨੇਰੀ ਆਵੇ, ਤੁਹਾਡੇ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਇੱਕ ਬੰਦੇ ਨੂੰ 250 ਰੁਪਏ ਪਤਾ ਨਹੀਂ 300 ਰੁਪਏ ਦੇ ਹਿਸਾਬ ਨਾਲ ਮਿਲਣੀ ਹੈ। ਠੀਕ ਆ, ਉਹ ਹੁਣ ਗ੍ਰਾਂਟ ਤਾਂ ਮਿਲਣੀ ਆ। ਉਸ ਦਾ ਕੋਈ ਲੈਟਰ ਲੈ ਕੇ ਕੋਈ ਦਿਖਾ ਦੇ ਤੁਹਾਨੂੰ ਵੀ ਆਹ ਦੇਖੋ ਮੈਂ ਪਿੰਡ ਨੂੰ ਗ੍ਰਾਂਟ ਦੇ ਰਿਹਾ, ਉਹ ਥੋੜੀ ਗ੍ਰਾਂਟਸ ਆ। ਉਹ ਤਾਂ ਹੁਣ ਸਿਸਟਮ ਸੰਵਿਧਾਨ ਨੇ ਬਣਾਤਾ ਵੀ ਵਿੱਤ ਕਮਿਸ਼ਨ ਦੀ ਗ੍ਰਾਂਟ ਜਿਹੜਾ ਅਸੀਂ ਟੈਕਸਸ ਦੇ ਰਹੇ ਹਾਂ ਜਾਂ ਜਿੰਨਾ ਅਸੀਂ ਟੈਕਸ ਰਾਹੀਂ ਪੈਸੇ ਦੇ ਰਹੇ ਹਾਂ, ਕਿਸਾਨੀ ਟੈਕਸ ਹੋਵੇ ਜੋ, ਉਹ ਸਾਨੂੰ ਮਿਲ ਰਹੀ ਆ, ਸਾਡਾ ਹਿੱਸਾ ਪਿੰਡਾਂ ਦਾ। ਤੇ ਪੰਜਾਬ ਨਿਰਮਾਣ 'ਚ ਜਿਹੜੀ ਗ੍ਰਾਂਟ ਆਈ ਸੀ ਪੰਜਾਬ ਸਰਕਾਰ 'ਚ ਆਈ ਸੀ। ਸੋ ਹੁਣ ਉਹ ਗ੍ਰਾਂਟਾਂ ਵਾਸਤੇ ਅਸੀਂ ਪੰਜਾਬ ਇਹਦੇ ਕਾਂਗਰਸ ਦੀ ਲੀਡਰਸ਼ਿਪ ਖਿਲਾਫ ਵੱਡਾ ਸੰਘਰਸ਼ ਕੀਤੇ ਨੇ ਅਸੀਂ। ਕੇਵਲ ਸਿੰਘ ਢਿੱਲੋਂ ਦੇ ਖਿਲਾਫ ਹੋਵੇ ਤਾਂ ਕਾਂਗਰਸ ਨੂੰ ਵੀ ਕਿਹਾ ਵੀ ਇੱਥੇ ਇਹ ਬੰਦੇ ਜਿੱਤ ਨਹੀਂ ਸਕਦੇ, ਤੇ ਹੋਰ ਬੰਦਿਆਂ ਦੇ ਖਿਲਾਫ ਵੀ ਜਿਹੜੇ ਗਲਤ ਫਲਤ ਕਰਦੇ ਸੀ ਉਹਨਾਂ ਦੇ ਖਿਲਾਫ ਵੀ ਸੰਘਰਸ਼ ਕੀਤੇ ਨੇ। ਸੋ ਇਹ ਜੇ ਸੰਘਰਸ਼ ਕਰੋਗੇ ਤੁਸੀਂ ਤਾਂ ਫਿਰ ਤੁਹਾਡੇ ਤੇ ਕਾਰਵਾਈਆਂ ਤਾਂ ਕਰਨਗੇ ਜਿਹੜੇ ਪਾਵਰ 'ਚ ਹੈਗੇ ਬੰਦੇ। ਅਸੀਂ ਇੰਨੀ ਪਾਵਰ 'ਚ ਹੈ ਨਹੀਂ ਗੇ। ਹੁਣ ਤਾਂ ਥੋੜੀ ਲੋਕਾਂ ਨੂੰ ਲੈ ਕੇ ਅਸੀਂ ਉਸ ਦਿਨ ਲਾਭ ਸਿੰਘ ਉਗੂਕੇ ਵਾਲੀ ਜਿਹੜੀ ਗੱਲ ਸੀ ਉਸੇ ਦਿਨ ਪਰਚੇ ਮੇਰੇ ਤੇ ਹੋਣੇ ਸੀ ਜੇ ਉਹ ਵੀਡੀਓ ਵਾਇਰਲ ਨਾ ਹੁੰਦੀ। ਸੋ ਇਹ ਚੀਜ਼, ਹਾਂ, ਪਰਚੇ ਹੋਣੇ ਸੀ। ਤੁਹਾਡੇ ਇਸ ਤੋਂ ਹੁਣ ਤਾਂ ਚਲੋ ਸੀਐਮ ਨੇ ਪੰਜਾਬ ਦੇ, ਇਸ ਤੋਂ ਪਹਿਲਾਂ ਤੁਹਾਡੇ ਐਮਪੀ ਰਹੇ ਨੇ ਭਗਵੰਤ ਸਿੰਘ ਮਾਨ ਜੀ। ਉਹਨਾਂ ਵੱਲੋਂ ਪਿੰਡ ਨੂੰ ਗ੍ਰਾਂਟ ਜਾਂ ਉਹਨਾਂ ਨਾਲ ਸੰਬੰਧ ਕਿਹੋ ਜਿਹੇ? ਮੈਂ ਇਹ ਵੀ ਸੁਣਿਆ ਕਿ ਤੁਹਾਡੀ ਤਾਰੀਫ ਵੀ ਕੀਤੀ ਸੀ। ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਸੀ ਜਦੋਂ ਐਮਪੀ ਸੀਗੇ ਉਦੋਂ ਕਮਜ਼ੋਰ ਕੜੀ ਸੀ। ਠੀਕ ਹੈ। ਉਹ ਭਗਵੰਤ ਸਿੰਘ ਮਾਨ ਕਮਜ਼ੋਰ ਕੜੀ ਸੀ, ਉਹਨਾਂ ਕੋਲ ਕੋਈ ਪਾਵਰ ਨਹੀਂ ਸੀਗੀ। ਮੇਰਾ ਖਿਆਲ ਐਮਪੀ ਵਾਲੇ ਕੰਮ ਵੀ ਕਿਸੇ ਨੂੰ ਮਿੰਨਤ ਕਰਕੇ ਕਰਵਾਉਂਦਾ ਹੋਊਗਾ ਉਦੋਂ, ਪਰ ਅਸੀਂ ਉਸ ਟਾਈਮ ਉਹਨਾਂ ਨਾਲ ਸਟੈਂਡ ਕੀਤਾ। ਠੀਕ ਹੈ। ਕਿ ਕਮਜ਼ੋਰ ਕੜੀ ਨਾਲ ਸੁਭਾਅ ਬਣ ਗਿਆ, ਜਾ ਕੇ ਖੜ ਜਾਂਦੇ। ਸਾਡੇ ਪਿੰਡ 'ਚ ਆਏ, ਉਹਨਾਂ ਨੇ 10 ਲੱਖ ਰੁਪਇਆ ਗ੍ਰਾਂਟ ਦਿੱਤੀ, ਪਰ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਸਿਸਟਮ ਆ ਨਾ ਬਾਈ ਜੀ ਆਮ ਆਦਮੀ ਦਾ, ਉਹ ਮੈਂ ਨਹੀਂ ਕਹਿਣਾ ਚਾਹੁੰਦਾ ਪਰ ਨਾ ਚਾਹੁੰਦੇ ਹੋਏ ਵੀ ਕਹਿਣਾ ਵੀ ਬੇਈਮਾਨੀ ਭਰਪੂਰ ਹੈ। ਠੀਕ ਹੈ। ਉਹਨਾਂ ਨੇ 10 ਲੱਖ ਗ੍ਰਾਂਟ ਦਿੱਤੀ ਤਾਂ ਚਾਹੀਦਾ ਸੀ ਵੀ ਪੰਚਾਇਤ ਦਾ ਆਦਰ ਸਤਿਕਾਰ ਬਹਾਲ ਕਰੀਏ, ਪੰਚਾਇਤ ਨੂੰ ਗ੍ਰਾਂਟ ਦੀ। ਉਹਨਾਂ ਨੇ ਉਹ ਪੰਚਾਇਤੀ ਰਾਹੀਂ ਸਟੇਡੀਅਮ 'ਚ ਪੈਸਾ ਲਵਾਇਆ। ਠੀਕ ਹੈ। ਵੀ ਉਹਨਾਂ ਦਾ ਬਈ ਵਿਰੋਧੀ ਪਾਰਟੀ ਦਾ ਸਰਪੰਚ ਆ, ਨਹੀਂ ਦੇਣੀ ਉਹਨੂੰ, ਪਰ ਉਸ ਨੂੰ ਵੀ ਅਸੀਂ ਵੈਲਕਮ ਕੀਤਾ ਵੀ ਸਰ ਸਾਡੇ ਪਿੰਡ ਨੂੰ ਤਾਂ ਦਿੱਤੀ। ਤੇ ਪਿੰਡ ਆਏ ਭਗਵੰਤ ਸਿੰਘ ਮਾਨ, ਜਾ ਕੇ ਸਟੇਜ ਤੋਂ ਉਹਨਾਂ ਦਾ ਸਤਿਕਾਰ ਕੀਤਾ। ਟੂਰਨਾਮੈਂਟ 'ਚ ਆਏ ਤਾਂ ਮੂਹਰੇ ਖੜਿਆ ਜਾ ਕੇ। ਸੋ ਇੱਕ ਕਿਸਾਨ ਬਚਾਓ ਦੇਸ਼ ਬਚਾਓ ਰੈਲੀ ਉਹਨਾਂ ਦੀ ਪਾਰਟੀ ਕਰ ਰਹੀ ਸੀ, ਸਾਡੇ ਪਿੰਡ ਵੀ ਆਏ ਸੀ ਸਟੇਜ ਤੋਂ, ਤੇ ਭਗਵੰਤ ਸਿੰਘ ਮਾਨ ਬੋਲ ਕੇ ਗਏ ਸੀ। ਉੱਥੇ ਮੈਂ ਉਹਨਾਂ ਦੀ ਸਟੇਜ ਨਹੀਂ ਸਾਂਝੀ ਕੀਤੀ ਸੀ, ਉਹਨਾਂ ਦਾ ਪਾਰਟੀ ਦਾ ਪ੍ਰੋਗਰਾਮ ਸੀਗਾ, ਤੇ ਉੱਥੇ 5 ਮਿੰਟ ਮੇਰੇ ਬਾਰੇ ਬੋਲ ਕੇ ਗਏ ਨੇ। ਉਹਨਾਂ ਦੀਆਂ ਵੀਡੀਓ ਆ ਮੇਰੇ ਕੋਲੇ ਵੀ ਇਸ ਤਰ੍ਹਾਂ ਦੇ ਜਾਗਰੂਕ ਸਰਪੰਚ ਹੋਣੇ ਚਾਹੀਦੇ ਆ ਪਿੰਡ ਪਾਰਟੀ ਵਾਜੀ ਤੋਂ ਉੱਠ ਕੇ ਜਿਹੜੇ ਕੰਮ ਕਰਦੇ ਨੇ। ਹੁਣ ਸਰਕਾਰ ਆਈ ਤਾਂ ਉਹੀ ਸਰਪੰਚ ਨੂੰ ਘਰ ਨੂੰ ਤੁਰਦਾ ਕਰਦਾ, ਉਹ ਸਾਡੇ ਕੋਲ ਰਿਕਾਰਡ ਆ। ਠੀਕ ਆ, ਫਿਰ ਉਹ ਨਾ ਕਹਿਣੀ ਤੇ ਕਥਨੀ 'ਚ ਫਰਕ ਤਾਂ ਪੈ ਹੀ ਜਾਂਦਾ ਹੈ ਨਾ। ਉਦੋਂ ਕੀ ਕਹਿੰਦੇ ਸੀ, ਹੁਣ ਕੀ। ਫਿਰ ਭਗਵੰਤ ਸਿੰਘ ਮਾਨ ਉਸ ਰੈਲੀ 'ਚੋਂ ਬੋਲ ਕੇ ਲੋਕਾਂ ਨੇ ਦੱਸਿਆ, ਯਾਰ ਤੇਰੇ ਬਾਰੇ ਬੋਲਿਆ ਸਰਪੰਚ, 5 ਮਿੰਟ ਤੇਰੇ ਬਾਰੇ ਤਾਰੀਫਾਂ ਕੀਤੀਆਂ ਉਹਨਾਂ ਨੇ, ਪੁੱਲ ਬਣਨੇ ਤੇਰੀਆਂ ਤਾਰੀਫਾਂ ਦੇ, ਉਹ ਤਾਂ ਰਿਕਾਰਡ ਆ ਨਾ ਮੇਰੇ ਕੋਲ। ਫਿਰ ਆਏ, ਚਲੋ ਮੇਰੇ ਪਿੰਡ ਇੱਕ MP ਆਇਆ, ਮੈਂ ਗੇਟ 'ਚ ਚਲਿਆ ਗਿਆ, ਇਹ ਹਜੇ ਬਣ ਰਿਹਾ ਸੀ। ਆਹ ਗੇਟ 'ਚ ਜਾ ਕੇ ਉਹਨਾਂ ਦਾ ਸਨਮਾਨ ਕੀਤਾ ਲੋਈ ਨਾਲ। ਤਾਂ ਉਹਨਾਂ ਨੇ ਮੈਥੋਂ ਇੱਕ ਵਾਅਦਾ ਲਿਆ, ਭਗਵੰਤ ਸਿੰਘ ਮਾਨ ਨੇ, MP ਸੀਗੇ, ਤੇ ਕਦੇ ਸੁਪਨੇ 'ਚ ਉਹਨਾਂ ਨੇ ਵੀ ਨਹੀਂ ਸੋਚਿਆ, ਅਸੀਂ ਵੀ ਨਹੀਂ ਸੋਚਿਆ ਸੀ ਵੀ CM ਬਣ ਜਾਣਗੇ। ਮੈਨੂੰ ਕਹਿੰਦਾ ਸਰਪੰਚ ਕਿੰਨਾ ਕੁ ਰਹਿ ਗਿਆ ਤੇਰਾ ਪੰਚਾਇਤ ਕਰਮਾ? ਜੀ ਲਾਸਟ ਸਟੇਜ 'ਚ ਹੀ ਆ, 4 ਕੁ ਮਹੀਨਿਆਂ 'ਚ ਕੰਪਲੀਟ ਹੋ ਜਾਊਗਾ। ਕਹਿੰਦੇ ਯਾਰ ਇਹਦਾ ਉਦਘਾਟਨ ਮੈਥੋਂ ਕਰਾਏਗਾ? ਕਾਂਗਰਸ ਦੀ ਸਰਕਾਰ ਹੋਵੇ, ਮੈਂ ਉਹਨਾਂ ਨੂੰ ਵਾਅਦਾ ਦੇਤਾ ਮੈਂ ਜੀ ਥੋਥੋਂ ਕਰਾਊਂਗਾ ਇਹਦਾ ਉਦਘਾਟਨ, ਤੇ ਮਨ 'ਚ ਧਾਰ ਵੀ ਲਈ ਸੀ ਵੀ ਮੈਂ ਉਹਨਾਂ ਤੋਂ ਕਰਾਊਂਗਾ MP ਰਹਿੰਦੇ ਹੀ। ਤੋ ਅੱਜ ਤਾਂ ਹੁਣ ਵੱਡੀ ਗੱਲ ਬਣ ਗਈ, ਤੇ ਅੱਜ ਤਾਂ ਫਿਰ ਹੁਣ ਪੋਸੀਬਲ ਨਹੀਂ ਵੀ ਉਹ ਉਦਘਾਟਨ ਕਰਨ ਜਾਂ ਉਹਨਾਂ ਤੋਂ ਉਦਘਾਟਨ ਕਰਾਈਏ। ਠੀਕ ਹੈ। ਹਾਂ, ਹੁਣ ਪਿੱਛੇ ਜੇ ਇਲੈਕਸ਼ਨ ਸੀਗੀ ਜਦੋਂ ਉਹਨਾਂ ਦਾ ਜਿਮਨੀ ਚੋਣ ਹੋਈ ਆ, ਉਦੋਂ ਵੀ ਆਏ ਸੀ ਤੇ ਲੋਕਾਂ ਨੇ ਇੱਕ ਵੀਡੀਓ ਵਾਇਰਲ ਕੀਤੀ, ਉੱਥੋਂ ਬਾਹਰੋਂ ਹੀ ਚਲੇ ਗਏ ਆਪਦੇ ਰੋਡ ਸ਼ੋਅ 'ਚ,
ਤੇ ਫਿਰ ਪੁੱਛਿਆ ਵੀ ਤੁਹਾਡਾ ਹੁਣ ਕੰਪਲੀਟ ਹੋ ਗਿਆ ਪੰਚਾਇਤ ਘਰ, ਲੋਕਾਂ ਤੋਂ ਪੁੱਛਿਆ। ਉਹ ਕਹਿੰਦੇ ਹਾਂਜੀ ਹੋ ਗਿਆ, ਤੁਸੀਂ ਉਦਘਾਟਨ ਕਰਨਾ ਸੀ। ਕਹਿੰਦੇ ਹਾਂ ਮੈਂ ਸਾਰੀ ਚੀਜ਼ ਤੁਹਾਡੀ ਵਾਚ ਕਰਦਾ ਸੋਸ਼ਲ ਮੀਡੀਆ ਤੇ, ਵੀ ਮੈਂ ਆਊਂਗਾ। ਸੋ ਅੱਜ ਉਹ ਕੀ ਕਹਿ ਕੇ ਜਾ ਰਹੇ ਸੀ ਆਪਦੀ ਸਟੇਜਾਂ ਤੋਂ, ਅੱਜ ਸਾਡੇ ਨਾਲ ਕੀ ਹਾਲਾਤ ਕਰ ਰਹੇ ਆ। ਜਿਹੜੇ ਸਰਪੰਚ ਦੀ ਕਿਸੇ ਸਮੇਂ ਤਾਰੀਫ ਕੀਤੀ, ਉਸੇ ਸਰਪੰਚ ਨੇ ਸਰਕਾਰ ਆਉਣ ਤੇ ਕਹਿ ਦਿੱਤਾ ਭਾਈ ਵੀ ਠੀਕ ਹੈ ਹੁਣ ਤੇਰੇ ਤੇ ਤੂੰ ਪਾਸੇ ਹੋ ਜਾਈ, ਪਾਸੇ ਹੋ ਜਾ। ਪਾਸੇ ਸਰ, ਇਹ ਪਾਸੇ ਹੋਣ ਦੀ ਵੱਡੀ ਵਜ੍ਹਾ ਮਤਲਬ ਕਦੋਂ ਬਣਦੀ ਹੈ? ਕੀ ਉਹੀ ਘਟਨਾ ਜਿਹੜੀ ਲਾਭ ਸਿੰਘ ਗੁੱਗੇ ਨਾਲ ਉਦੋਂ ਬਾਅਦ ਹੀ ਇਹ ਪ੍ਰੋਸੈਸ ਚੱਲਦਾ ਤੁਹਾਨੂੰ ਪਾਸੇ ਕਰਦਾ, ਜਾਂ ਉਦੋਂ ਪਹਿਲਾਂ ਵੀ ਤਿਆਰੀਆਂ ਸੀ? ਇਹ ਸਿਸਟਮ ਲੰਬੇ ਸਮੇਂ ਤੋਂ ਚੱਲ ਰਿਹਾ। ਠੀਕ ਹੈ। ਕਾਂਗਰਸ ਵੇਲੇ ਤੋਂ ਹੀ ਸਟਾਰਟ ਕਰਤਾ ਸੀ। ਠੀਕ ਹੈ। ਕਾਂਗਰਸ ਵੇਲੇ ਤੋਂ ਸਟਾਰਟ ਕਰਤਾ ਸੀ। ਇਹ ਸਿਸਟਮ 'ਚ ਸੱਚਾਈ ਨਹੀਂ ਸੀ ਮੈਨੂੰ ਜਿਹੜੀ ਪਾਸੇ ਕਰਨ ਦੀ। ਫਿਰ ਉੱਥੇ ਅਫਸਰ ਸਾਹਿਬ ਵੀ ਕਿਤੇ ਸਲੋ ਹੋ ਜਾਂਦੀ ਹੈ ਵੀ ਕੰਮ ਕਰਨ ਵਾਲਾ ਬੰਦਾ ਯਾਰ ਵੀ ਇਹਦੇ ਖਿਲਾਫ ਗਲਤ ਕਰ ਰਹੇ ਆ। ਉਸ ਤੋਂ ਬਾਅਦ ਇਹ ਸਿਸਟਮ ਨੂੰ ਬਲ ਕਿਦੋਂ ਮਿਲਿਆ? ਬਲ ਮਿਲਿਆ ਕੁਲਦੀਪ ਸਿੰਘ ਢਾਲੀਵਾਲ ਦੇ ਖਿਲਾਫ ਧਰਨਾ ਸੀਗਾ ਮੁਹਾਲੀ ਉਹਦੇ ਦਫ਼ਤਰ ਦੇ ਮੂਹਰੇ, ਸਾਰੇ ਪੰਜਾਬ ਦੇ ਸਰਪੰਚਾਂ ਦਾ। ਉੱਥੇ 5-6 ਹਜ਼ਾਰ ਸਰਪੰਚ ਇਕੱਠਾ ਹੋਇਆ ਸੀ। ਉੱਥੇ ਮੈਂ ਆਪਦੇ ਪਿੰਡ ਦੀ ਆਵਾਜ਼ ਬੁਲੰਦ ਕੀਤੀ, ਜ਼ੋਰਦਾਰ ਤਰੀਕੇ ਨਾਲ ਕੀਤੀ। ਸੋ ਉਹ ਵੀਡੀਓ ਵੀ ਇੱਕ ਕਾਰਨ ਬਣੀ। ਠੀਕ ਹੈ। ਉਸ ਤੋਂ ਬਾਅਦ ਵੱਡਾ ਕਾਰਨ ਫਿਰ ਐਮਐਲਏ ਨਾਲ ਜਿਹੜੀ ਕਿੰਤੂ ਪ੍ਰੰਤੂ ਹੋਈ ਉਹ ਬਣੀ। ਫਿਰ ਇਹ ਤਾਂ ਹੁਣ ਜਿਹੜੇ ਪਿੰਡ ਦੇ ਕੋਈ ਦਰਖਾਸਤ ਕਰਤਾ ਇਹ ਤਾਂ ਮੋਹਰੇ ਨੇ, ਇਹ ਤਾਂ ਛੋਟੇ ਮੋਟੇ ਮਤਲਬ ਕਿਵੇਂ ਕਹਿ ਦਈਏ ਉਹਨਾਂ ਵਾਸਤੇ ਕਿਹੜੇ ਸ਼ਬਦ ਬਣੇ, ਟਿੱਡੇ ਨੇ। ਇਹ ਟਿੱਡਿਆਂ ਨੂੰ ਲੈ ਕੇ ਉਹਨਾਂ ਨੇ ਫਿਰ ਉਹਨਾਂ ਦੇ ਜ਼ਰੀਏ ਇਹ ਜਿਹੜੇ ਸਸਪੈਂਸ਼ਨ ਦੇ ਆਰਡਰ ਕੀਤੇ ਆ ਡਾਇਰੈਕਟਰ ਨੇ। ਫਿਰ ਇਹ ਸੰਵਿਧਾਨ ਦੇ ਖਿਲਾਫ ਆ ਬਾਈ ਜੀ। ਮੈਂ ਤਾਂ ਪਹਿਲਾਂ ਵੀ ਕਹਿਣਾ ਵੀ ਸਾਨੂੰ ਨਾ ਤਾਂ ਕਿਸੇ ਡਾਇਰੈਕਟਰ ਨੇ, ਨਾ ਕਿਸੇ ਸੀਐਮ ਨੇ, ਨਾ ਕਿਸੇ ਲੋਕਾਂ ਨੇ ਚੁਣਿਆ। ਲੋਕਾਂ ਕੋਲੇ ਅਧਿਕਾਰ ਹੋਣਾ ਚਾਹੀਦਾ। ਸਰਪੰਚ ਤੋਂ ਲੈ ਕੇ ਤੇ ਰਾਸ਼ਟਰਪਤੀ ਤੱਕ ਦੀ ਚੋਣ ਜਿਹੜੇ ਲੋਕ ਕਰਦੇ ਆ। ਫਿਰ ਹੁਣ ਇਹ ਤਾਂ ਫਿਰ ਟੇਢੇ ਮੇਢੇ ਤਰੀਕੇ ਨਾਲ ਹੀ ਆਊਟ ਕੀਤਾ ਨਾ। ਰਾਹੁਲ ਨੂੰ ਵੀ ਕੀਤਾ, ਫਿਰ ਤੁਸੀਂ ਉਹ ਵੀ ਐਕਸੈਪਟ ਕਰੋ। ਰਾਹੁਲ ਨੂੰ ਹੁਣ ਕੀਤਾ ਜਿਹੜਾ ਉਹ ਟੇਢੇ ਢੰਗ ਨਾਲ ਹੀ ਉਹ ਕੀਤਾ। ਦੇਖੋ ਲੋਕ ਸਭਾ ਦੀ ਮੈਂਬਰਸ਼ਿਪ ਉਹਦੀ ਖਾਰਜ ਕਰਦੀ। ਸੋ ਸਾਡੇ ਨਾਲ ਵੀ ਹੋ ਰਹੀਆਂ, ਪਰ ਸਾਨੂੰ ਇਹ ਕਿਤੇ ਕੋਈ ਹੋਰ ਸਪੋਰਟ ਨਾ ਮਿਲਦੀ ਨਾ ਤਾਂ ਨਿਰਾਸ਼ ਹੋ ਜਾਂਦੇ। ਪਿੰਡ ਦੀ ਸਪੋਰਟ ਮਿਲ ਗਈ, ਪੰਜਾਬ ਭਰ ਤੇ ਲੋਕਾਂ ਦੀ ਸਪੋਰਟ ਮਿਲ ਗਈ, NRI ਦੀ ਸਪੋਰਟ ਮਿਲ ਗਈ, ਵਿਰੋਧੀ ਧਿਰ ਦੇ ਜਿਹੜੇ ਲੀਡਰਸ਼ਿਪ ਆ ਉਹਨਾਂ ਦੀ ਸਪੋਰਟ ਮਿਲ ਗਈ। ਤੋ ਇਹ ਤਾਂ ਹੈਗੇ ਨਾ ਸਾਡੇ ਕੋਲੇ, ਇੱਕ ਜਾਣ ਪਾਉਂਦੇ ਆ ਚਾਰਜ ਹੋਣ ਦੇ ਸਾਡੇ ਕੋਲੇ ਰੀਜ਼ਨ। ਇੱਕ ਗੱਲ ਦੱਸੋ, ਮੈਂ ਹੁਣ ਆਖਰੀ ਸਵਾਲ ਹੈ ਬਸ, ਇਸ ਤੋਂ ਬਾਅਦ ਆਪਾਂ ਜਿਹੜਾ ਖਤਮ ਕਰਨੀ ਹੈ ਇੰਟਰਵਿਊ। ਲਾਭ ਸਿੰਘ ਗੁੱਗੇ ਨਾਲ ਮੀਟਿੰਗ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਲੋਕਾਂ ਵੱਲੋਂ ਕਿ ਯਾਰ ਰਲ ਜਾ ਸਰਪੰਚ, ਕੀ ਲੈਣਾ, ਵਧੀਆ 4-6 ਮਹੀਨੇ ਕੱਢ, ਅਗਲੀ ਵਾਰੀ ਨੂੰ ਫਿਰ ਵੇਖ ਲਾਂਗੇ ਜੇ ਦਾ ਲੱਗ ਗਿਆ ਤਾਂ? ਇਹ ਨਹੀਂ ਕਦੇ ਕਿਸੇ ਨੂੰ ਹੋਈ? ਇਹ ਨਾ ਵੱਡੀ ਸਿਸਟਮ 'ਚ ਖਾਮੀ ਆ। ਲਾਭ ਸਿੰਘ ਗੁੱਗੇ ਤੇ ਮੇਰੇ ਵਿਚਾਲੇ ਜਿਹੜੀ ਆ ਖਾਈ ਪੱਟੀ ਗਈ। ਖਾਈ ਕਿਹਨਾਂ ਦੁਆਰਾ ਪੱਟੀ ਗਈ? ਉਹਨਾਂ ਦੇ ਵਰਕਰਾਂ ਦੁਆਰਾ, ਪਿੰਡ ਦੇ। ਕੀ ਕਾਰਨ? ਉਹਨਾਂ ਦੇ ਨਿੱਜੀ ਹਿੱਤ। ਵੀ ਲਾਭ ਸਿੰਘ ਨਾਲ ਰਲ ਕੇ ਜੇ ਕੰਮ ਕਰਨ ਲੱਗ ਗਿਆ ਤਾਂ ਸਿਸਟਮ ਇਹਨਾਂ ਦਾ ਡਿਵੈਲਪ ਹੋ ਗਿਆ। ਫਿਰ ਅਸੀਂ ਕਿੱਥੇ? ਫਿਰ ਸਾਨੂੰ ਆਉਣ ਵਾਲੇ ਸਮੇਂ ਸਰਪੰਚੀਆਂ ਕਿਹਨੇ ਦਿੱਤੀਆਂ? ਸਾਡੀ ਪੁੱਛਗਿੱਛ ਕਿੱਥੇ? ਸੋ ਉਹਨਾਂ ਨੇ ਖਾਈ ਵੱਡਾ ਪਾੜਾ ਪਾਇਆ। ਪਿੰਡ ਦੇ ਜਿਹੜੇ 4-5 ਬੌਕਰ ਵਾਲੇ ਆ, ਆਮ ਆਦਮੀ ਵਾਲੇ, ਉਹਨਾਂ ਨੇ ਪੰਚਾਇਤ ਤੇ ਲਾਭ ਸਿੰਘ ਗੁੱਗੇ ਦੇ ਵੱਡਾ ਖਾਈ ਪੱਟੀ। ਠੀਕ ਹੈ। ਫਿਰ ਅਸੀਂ ਉੱਥੇ ਸਟੈਂਡ ਲੈ ਲਿਆ ਵੀ ਫਿਰ ਤੇਰੇ 'ਚ ਲੀਡਰਸ਼ਿਪ ਕੁਆਲਿਟੀ ਕੀ ਹੈ ਜੇ ਤੂੰ ਇਹਨਾਂ ਦੀ ਸੁਣ ਕੇ ਕੰਮ ਕਰਦਾ। ਲੀਡਰਸ਼ਿਪ ਕੁਆਲਿਟੀ ਕੀ ਹੁੰਦੀ ਆ? ਵੀ ਡਿਸੀਜਨ ਮੇਕਰ ਹੋਣਾ ਚਾਹੀਦਾ ਨਾ ਲੀਡਰ। ਉਹ ਡਿਸੀਜਨ ਮੇਕਰ ਹੈ ਹੀ ਨਹੀਂ। ਉਹਨੂੰ ਅਸੀਂ ਫੋਨ ਕਰੀਏ ਬਾਈ ਜੀ ਐਮਐਲਏ ਸਾਹਿਬ ਆ ਕੰਮ ਚਲਾ ਲਓ, 1.5 ਕਰੋੜ ਦੇ ਕੰਮ ਆ, ਤੁਸੀਂ ਉਦਘਾਟਨ ਕਰ ਲਓ, ਉਹ ਫਿਰ ਕੋਈ ਫੈਸਲਾ ਨਾ ਲੈ ਸਕਦਾ। ਸੋ ਇਹ ਤਾਂ ਇੱਕ ਕਦੇ ਕਾਂਗਰਸ 'ਚ, ਕਿਤੇ ਅਕਾਲੀ ਦਲ 'ਚ, ਹੁਣ ਆਮ 'ਚ ਇੱਕ ਇਹਨਾਂ ਦਾ ਵਰਕਰ ਜਿਹਾ ਚਲਿਆ ਗਿਆ। ਉਹਦੇ ਆਪ ਕਹਿਣ ਦੀ ਇਹ ਗੱਲ ਆ ਵੀ ਜੇ ਸਰਪੰਚ ਨੂੰ ਕਲਕੱਤੇ ਨੇ ਲਾਭ ਸਿੰਘ ਗੁੱਗੇ ਨਾਲ ਮਿਲ ਗਿਆ ਤਾਂ ਆਪਾਂ ਖਤਮ, ਆਪਣਾ ਪੱਤਾ ਕੱਟਿਆ ਜਾਣਾ ਉਹਦੇ ਤੋਂ। ਦੱਸੋ, ਇਹਨਾਂ ਦੇ ਨਿੱਜੀ ਹਿੱਤ ਨੇ, ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ ਪੰਚਾਇਤਾਂ ਨੂੰ। ਸੋ ਇਹਨਾਂ 'ਚ ਵੀ ਨਾ ਇੰਨੇ ਅਨਐਜੂਕੇਟਡ ਨੇ ਜਿੰਨੇ ਐਮਐਲਏ ਬਣ ਗਏ। ਤੁਸੀਂ ਐਮਐਲਏ ਬਣ ਗਏ, ਮੈਂ ਵਿਰੋਧੀ ਸਰਪੰਚ ਹਾਂ। ਮੇਰੇ ਮਨ 'ਚ ਕਿਤੇ ਨਾ ਕਿਤੇ ਸੀਗਾ ਵੀ ਸਰਕਾਰ ਨਾਲ ਤਾਂ ਰਲ ਕੇ ਕੰਮ ਕਰਨਾ ਹੀ ਆ, ਪੰਚਾਇਤਾਂ ਨਾਲ। ਵੀ ਲਾਭ ਸਿੰਘ ਗੁੱਗੇ ਜਿੱਤ ਗਿਆ, ਉਹਨੂੰ ਵਧਾਈਆਂ ਦਿੱਤੀਆਂ ਫੋਨ ਤੇ ਵੀ, ਤੇ ਇਹ ਵੀ ਕਿਹਾ ਤੁਹਾਡੇ ਨਾਲ ਰਲ ਕੇ ਕੰਮ ਕਰਨਾ ਚਾਹੁੰਦੇ ਹਾਂ, ਪਰ ਉਹ ਸਿਸਟਮ ਨਹੀਂ ਬਣਾ ਸਕੇ। ਅੱਜ ਉਹ ਜੇ ਕਹਿ ਦੇਣ ਆਓ ਅਸੀਂ ਕੰਮ ਕਰਦੇ ਹਾਂ, ਪੰਚਾਇਤਾਂ ਨੂੰ, ਸਰਪੰਚਾਂ ਨੂੰ ਕਹਿ ਦੇਣ, ਅੱਜ ਕੋਈ ਜਾਣ ਨੂੰ ਤਿਆਰ ਨਹੀਂ। ਅੱਜ ਉਹਨਾਂ ਦਾ ਸਾਰਾ ਸਿਸਟਮ ਬਾਹਰ ਆ ਗਿਆ ਵੀ ਕਿਸ ਕਦਰ ਕਿਹੜੀ ਸ਼ਖਸੀਅਤ ਦੇ ਮਾਲਕ ਨੇ। ਅੱਜ ਉਹਨਾਂ ਦੇ ਨਾਲ ਕੋਈ ਲੱਗਣਾ ਨਹੀਂ ਚਾਹੁੰਦਾ। ਸੋ ਉਹਨਾਂ ਨੇ ਇੱਕ ਜਿਹੜੇ ਆਪ ਦੇ ਨਾਲ ਪੰਚਾਇਤਾਂ ਜੋੜਨੀਆਂ ਸੀ ਉਹ 'ਚ ਫੇਲ ਹੋ ਗਏ। ਇਹੀ ਕਾਰਨ ਆ ਵੀ ਲੋਕ ਸਭਾ ਸੀਟ ਸੰਗਰੂਰ ਹਾਰੇ ਨੇ, ਜੋੜ ਨਹੀਂ ਸਕੇ ਉਹ ਨਵੇਂ ਬੰਦਿਆਂ ਨੂੰ। ਇਹ ਕਾਰਨ ਹਾਂ, ਹੁਣ ਜਲੰਧਰ ਜਿੱਤ ਗਏ। ਜਲੰਧਰ ਜਿੱਤਦੇ ਗਏ। ਦੇਖੋ ਹੁਣ ਜਿਹੜਾ ਲੋਕ ਰਾਜ ਦਾ ਸਿਸਟਮ ਆ ਉਹ 'ਚ ਤਾਂ ਆਉਣ ਵਾਲੇ ਸਮੇਂ 'ਚ ਹਿਸਟਰੀ 'ਚ ਲਿਖਿਆ ਜਾਣਾ ਨਾ ਵੀ ਉਹ ਜਿੱਤ ਗਏ। ਅਸੀਂ ਉਹਨੂੰ ਮੁਬਾਰਕਬਾਦ ਦਿੰਦੇ ਹਾਂ, ਪਰ ਇਹ ਸਾਰਾ ਕਰਪਟ ਸਿਸਟਮ ਆ। ਵੱਡੇ ਵੱਡੇ ਇੱਥੇ ਸਿਸਟਮ 'ਚ ਜਿਹੜਾ ਹੇਰ ਫੇਰ ਹੋ ਸਕਦੇ ਆ। ਜਲੰਧਰ ਜਿਮਨੀ ਚੋਣ ਕਿਸ ਜਰੀਏ ਹੋਈ ਆ?
ਈਵੀਐਮ ਮਸ਼ੀਨਾਂ ਜ਼ਰੀਏ ਹੋਈ ਹੈ ਨਾ, ਸੋ ਜਿਹੜੀ ਇਨਸਾਨ ਨੇ ਮਸ਼ੀਨ ਬਣਾਤੀ ਉਹ 'ਚ ਕੀ ਨਹੀਂ ਕਰ ਸਕਦੇ। ਸੋ ਅੱਜ ਕਰਨਾਟਕਾ ਕਾਂਗਰਸ ਜਿੱਤ ਗਈ ਤਾਂ ਮੋਦੀ ਇਹ ਵੀ ਕਹਿ ਸਕਦਾ ਵੀ ਕਰਨਾਟਕਾ ਵੇਲੇ ਮਸ਼ੀਨ ਖਰਾਬ ਨਹੀਂ ਹੋਈ। ਸੋ ਇਹਨਾਂ ਨੇ ਸਿਸਟਮ ਬਣਾ ਲਿਆ। ਮੋਦੀ ਨੇ ਹੁਣ ਜਿਹੜੀ ਸੈਂਟਰ ਵਾਲਾ ਸਿਸਟਮ ਆ ਉਹ ਆਪਦੇ ਹੱਥ 'ਚ ਰੱਖਣਾ। 4-5 ਸਟੇਟਾਂ ਵਿਰੋਧੀਆਂ ਨੂੰ ਦੇ ਦੂਗਾ ਵੀ ਮੇਰੇ ਤੇ ਇਹ ਵੀ ਇਲਜ਼ਾਮ ਨਾ ਲੱਗੇ ਵੀ ਈਵੀਐਮ ਕਰਕੇ ਜਿੱਤਦੇ ਆ। ਹੁਣ ਜਲੰਧਰ ਜਿਹੜੀ ਸੀਟ ਆ ਸਾਨੂੰ ਤਾਂ ਪੂਰੇ 100% ਖੁਦਾਸੇ ਨੇ ਵੀ ਪੰਜਾਬ ਸਰਕਾਰ ਜਾ ਕੇ ਉੱਤੇ ਮੋਦੀ ਦੇ ਕੋਲੇ ਘੁਟਨਿਆਂ ਦੇ ਬਲ ਬਹਿਗੀ ਵੀ ਜੇ ਜਲੰਧਰ ਅਸੀਂ ਹਾਰ ਗਏ ਤਾਂ ਖਤਮ ਹੋ ਜਾਾਂਗੇ, ਜਿਵੇਂ ਮਰਜ਼ੀ ਸਾਨੂੰ ਜਿਤਾ, ਪੰਜਾਬ ਤੇਰੇ ਹਵਾਲੇ। ਉਸ ਦੇ ਬਦਲੇ ਪੰਜਾਬ ਹਵਾਲੇ ਕਰਕੇ ਜਲੰਧਰ ਜਿੱਤੇ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਮਾਤਾ ਜੀ। ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਬਹੁਤ ਖੁਸ਼ੀ ਸਾਨੂੰ। ਹਾਂਜੀ, ਬਹੁਤ ਵਧੀਆ ਲੱਗਿਆ ਇੰਟਰਵਿਊ ਕਰਕੇ। ਤਾਂ ਇਹ ਘੈਂਟ ਸਰਪੰਚ ਦੇ ਵਿੱਚ ਤੀਜਾ ਐਪੀਸੋਡ ਸੀ ਸਾਡਾ। ਉਮੀਦ ਹੈ ਤੁਹਾਨੂੰ ਪਸੰਦ ਆਵੇਗਾ। ਇਹ ਸਰਪੰਚ 17 ਮਈ ਤੱਕ ਨਹੀਂ, ਹੋ ਸਕਦਾ ਕਿ ਉਦੋਂ ਗਾਂਹ ਵੀ ਚੱਲਣ ਇਹ ਜੇ ਗੱਲਾਂ ਅੱਗੇ ਦੀਆਂ, ਪਰ 17 ਮਈ ਤੱਕ ਸੀਗੇ ਤਾਂ ਅਸੀਂ ਆਖਿਆ ਵੀ ਉਦੋਂ ਪਹਿਲਾਂ ਜਿਹੜੀ ਹੈ ਉਹ ਇੰਟਰਵਿਊ ਇਹ ਕਰ ਲਈ ਜਾਵੇ। ਤਾਂ ਤੁਸੀਂ ਕੰਮਾਂ ਨੂੰ ਵੀ ਦੇਖਿਆ, ਇਸ ਸਾਰੀ ਚੀਜ਼ ਨੂੰ ਦੇਖਿਆ। ਉਮੀਦ ਹੈ ਤੁਹਾਨੂੰ ਪਸੰਦ ਆਵੇਗੀ। ਜੇ ਪਸੰਦ ਆਈ ਤਾਂ ਅੱਗੇ ਜ਼ਰੂਰ ਹੋਰਾਂ ਨੂੰ ਭੇਜੋ।